ਗੁਰ ਕਾ ਗੱਦੀ ਤੇ ਸੁਭਾਇ ਪਤਿਤ ਪਾਵਨ ਭਗਤ ਵਤਸਲ ਦੀਨ ਦਿਆਲ ਸਤਿਗੁਰੂ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਦੇ ਵਰਸਾਏ ਪਾਕ ਪਵਿੱਤਰ ਸਥਾਨ ਗੁਰਦੁਆਰਾ ਬੌਲੀ ਸਾਹਿਬ ਸਤਿਗੁਰਾਂ ਦੀ ਮਹਾਨ ਕਿਰਪਾ ਰਹਿਮਤ ਵਰਤ ਰਹੀ ਹੈ। ਜੋ 20 ਸਾਲਾਂ ਤੋਂ ਸਤਿਗੁਰਾਂ ਦੇ ਖਜ਼ਾਨੇ ਖੁੱਲ੍ਹੇ ਨੇ, ਭਾਗਾਂ ਵਾਲੀਆਂ ਰੂਹਾਂ ਨੇ ਝੋਲੀਆਂ ਭਰੀਆਂ। ਭਾਗ ਅਠੜੇ ਹਰ ਸੰਤ ਤੁਮਾਰੇ, ਜਿਨ ਘਰ ਧਨ ਹਰ ਨਾਮਾ। ਪ੍ਰਵਾਨ ਗਣੀ ਸਈ ਇਹ ਆਏ, ਸਫਲ ਤਿਨਾ ਕੇ ਨਾਮ। ਮੇਰੇ ਸਾਹਿਬ ਜੀ ਕਹਿੰਦੇ ਹਨ ਕਿ ਇਸ ਧਰਤੀ ਤੇ ਉਹਦਾ ਹੀ ਆਇਆ ਪ੍ਰਵਾਨ ਹੈ ਜਿਹਨੇ ਇਬਾਦਤ ਕੀਤੀ ਹੈ, ਬੰਦਗੀ ਕੀਤੀ ਹੈ, ਸੇਵਾ ਕੀਤੀ ਹੈ, ਜਿਨ੍ਹਾਂ ਦੇ ਘਰ 'ਚ ਨਾਮ ਦਾ ਖਜ਼ਾਨਾ ਹੈ। ਸਾਡੇ ਘਰ ਦੇ ਵਿੱਚ ਬਹੁਤਾਤ ਵਿੱਚ ਸੋਨਾ ਵੀ ਮਿਲ ਜਾਵੇਗਾ, ਬਹੁਤਾਤ ਵਿੱਚ ਚਾਂਦੀ ਮਿਲ ਜਾਵੇਗੀ, ਬਹੁਤਾਤ ਵਿੱਚ ਲੀੜਾ ਕੱਪੜਾ ਦੌਲਤ ਮਿਲ ਜਾਵੇਗੀ, ਬਹੁਤਾਤ ਦੇ ਵਿੱਚ ਮਾਇਆ ਦੇ ਭੰਡਾਰੇ ਮਿਲ ਜਾਣਗੇ। ਪਰ ਜੇ ਵੇਖਿਆ ਜਾਵੇ ਕਿ ਸਾਡੇ ਘਰ 'ਚ ਬੰਦਗੀ ਕਿੰਨੀ ਹੈ ਤੇ ਉਹ ਔਖਾ ਹੈ। ਤਾਂ ਕਰਕੇ ਮੇਰੇ ਹਜ਼ੂਰ ਪਾਤਸ਼ਾਹ ਮਹਾਰਾਜ ਕਹਿੰਦੇ ਭਾਗ ਅਠੜੇ ਹਰ ਸੰਤ ਤੁਮਾਰੇ। ਕਹਿੰਦੇ ਸਾਧੂਆਂ ਦੇ ਭਾਗ ਜਿਹੜੇ ਬਹੁਤ ਸ਼੍ਰੋਮਣੀ ਤੇ ਉੱਚੇ ਨੇ। ਕਿਉਂ ਉੱਚੇ ਨੇ, ਸ਼੍ਰੋਮਣੀ ਨੇ? ਕਹਿੰਦੇ ਜਿਨ ਘਰ ਧਨ ਹਰ ਨਾਮਾ, ਉਹਨਾਂ ਦੇ ਘਰ ਦੇ ਵਿੱਚ ਨਾਮ ਹੈ, ਪਰਮੇਸ਼ਰ ਦੀ ਇਬਾਦਤ ਹੈ, ਪਰਮੇਸ਼ਰ ਦਾ ਧਿਆਨ ਹੈ। ਸੋ ਭਾਗਾਂ ਵਾਲੀ ਸਾਧ ਸੰਗਤ ਜੀਓ, ਮੇਰੇ ਹਜ਼ੂਰ ਗੁਰੂ ਤੇਗ ਬਹਾਦਰ ਸਾਹਿਬ ਦਾ ਖਜ਼ਾਨਾ ਖੁੱਲ੍ਹਿਆ ਹੈ। ਅੱਜ 9ਵੇਂ ਪਾਤਸ਼ਾਹ ਦੇ ਸਲੋਕਾਂ ਦੀ ਸੰਪੂਰਨਤਾ ਹੋਣੀ ਹੈ ਤੇ ਕੱਲ੍ਹ ਨੂੰ ਮੁਦਾਮਣੀ ਮਹੱਲਾ ਤੇ ਰਾਗਮਾਲਾ। ਸਤਿਗੁਰੂ ਦਾਤਾ ਮਿਹਰ ਕਰੇ, ਸਿਰ ਤੇ ਹੱਥ ਰੱਖੇ। ਸੰਗਤਾਂ ਦੂਰ ਦਰੇਡੇ ਤੱਕ ਲਾਈਵ ਕਥਾ ਨੂੰ ਪਿਆਰ ਦੇ ਕੇ ਫਤਿਹ ਵੀ ਸਾਂਝੀ ਕਰਦੀ ਹੈ ਸੰਗਤ। ਸੋ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੀ ਖੁਸ਼ੀ ਹੁੰਦੀ ਹੈ ਕਿਉਂਕਿ ਕੰਮ ਧੰਦੇ ਤਾਂ ਸਾਰਿਆਂ ਕੋਲ ਹੈ, ਪਰ ਜਿਹੜੇ ਵੀਰ ਲਾਈਵ ਕਥਾ ਵੀ ਸੁਣ ਕੇ ਤੇ ਫਤਿਹ ਬੁਲਾਉਂਦੇ, ਥੱਲੇ ਕਮੈਂਟ ਦੇ ਵਿੱਚ ਲਿਖਿਆ ਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ, ਤੇ ਬੜਾ ਮਨ ਨੂੰ ਸਕੂਨ ਆਉਂਦਾ ਵੀ ਚਲੋ ਸਤਿਗੁਰੂ ਭਾਵੇਂ ਬਿਜੀ ਹੈ ਬਾਹਰ, ਪਰ ਚਲੋ ਗੱਡੀ ਚਲਾਉਂਦਿਆਂ ਕੰਮ ਕਰਦਿਆਂ ਲਾਹਾ ਲੈ ਰਹੇ ਨੇ। ਸੋ ਮਹਾਰਾਜ ਸੱਚੇ ਪਾਤਸ਼ਾਹ ਸਭ ਦੀ ਯਾਤਰਾ ਸਫਲ ਕਰੇ। ਇਹ ਖਜ਼ਾਨੇ ਲੱਭਣੇ ਨਹੀਂ, ਕਿਉਂਕਿ ਮਾਇਆ ਦਾ ਖਜ਼ਾਨਾ ਤੇ ਚਲੋ ਬੰਦਾ ਮਿਹਨਤ ਕਰੇ ਮਿਲ ਹੀ ਜਾਂਦਾ। ਗੱਡੀ ਵੀ ਮਿਲ ਜਾਂਦੀ ਸੋਹਣੀ, ਘਰ ਵੀ ਸੋਹਣਾ ਬਣਾ ਲਈਦਾ। ਤਕਰੀਬਨ ਹੀ 50 ਰੁਪਈਏ ਸੂਟ ਪਾਉਣ ਵਾਲਾ 5000 ਦਾ ਵੀ ਪਾ ਲੈਂਦਾ। ਤੋ ਪਰ ਇਹ ਜਿਹੜਾ ਖਜ਼ਾਨਾ ਸਾਈਂ ਦਾ ਹੈ, ਇਹ ਬੜਾ ਕੀਮਤੀ ਹੈ। ਗੁਰੂ ਸਾਹਿਬ ਜੀ ਦੀਆਂ ਵੱਡੀਆਂ ਵਡਿਆਈਆਂ ਨੇ, ਇਹ ਬੜਾ ਕੀਮਤੀ ਖਜ਼ਾਨਾ ਹੈ। ਤੇ ਇਸ ਖਜ਼ਾਨੇ ਨੂੰ ਮਹਾਰਾਜ ਸੱਚੇ ਪਾਤਸ਼ਾਹ ਆਪਾਂ ਨੂੰ ਬਖਸ਼ਿਸ਼ ਕਰਦੇ ਹੈ।
ਰਹਿਮਤ ਕਰਦੇ ਹੈ। ਸੋ ਆਓ ਸੰਗਤ ਜੀ ਆਸ਼ੀਰਵਾਦ ਲੈ ਕੇ ਚੱਲੀਏ, ਇਹ ਲਾਹਾ ਲਈਏ। ਗੁਰ ਤੇਗ ਬਹਾਦਰ ਸਿਮਰਿਐ, ਗੁਰ ਤੇਗ ਬਹਾਦਰ ਸਿਮਰਿਐ, ਗੁਰ ਤੇਗ ਬਹਾਦਰ ਸਿਮਰਿਐ, ਗੁਰੂ ਤੇਗ ਬਹਾਦਰ ਸਿਮਰਿਐ। ਹਰ ਨਾਉ ਨਿਧ ਆਵੈ ਧਾਇ, ਹਰ ਨਾਉ ਨਿਧ ਆਵੈ ਧਾਇ, ਹਰ ਨਾਉ ਨਿਧ ਆਵੈ ਧਾਇ, ਹਰ ਨਾਉ ਨਿਧ ਆਵੈ ਧਾਇ। ਸਭ ਥਾਈ ਹੋਏ ਸਹਾਈ, ਸਭ ਥਾਈ ਹੋਏ ਸਹਾਈ, ਸਭ ਥਾਈ ਹੋਏ ਸਹਾਈ, ਸਭ ਥਾਈ ਹੋਏ ਸਹਾਈ। ਗੁਰ ਤੇਗ ਬਹਾਦਰ ਸਿਮਰਿਐ, ਗੁਰ ਤੇਗ ਬਹਾਦਰ ਸਿਮਰਿਐ, ਤੇਗ ਬਹਾਦਰ ਸਿਮਰਿਐ, ਗੁਰੂ ਤੇਗ ਬਹਾਦਰ ਸਿਮਰਿਐ। ਆਪਣੀ ਮਿਹਰ ਕਰ, 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 ਆਪਣੀ ਮਿਹਰ ਕਰ। ਆਓ ਸਾਧ ਸੰਗਤ ਜੀ, ਮਹਾਰਾਜ ਸੱਚੇ ਪਾਤਸ਼ਾਹ ਟਿਕਟ ਕਰਾ ਕੇ ਦੇ ਰਹੇ ਸੱਚਖੰਡ ਦੀ ਬਾਣੀ, ਬੜੀ ਵੱਡੀ ਬਖਸ਼ਿਸ਼ ਹੈ। ਆਓ ਸਾਰੀ ਸੰਗਤ 35 ਸ਼ਲੋਕ ਸੰਪੂਰਨ ਹੋ ਚੁੱਕੇ ਹਨ। ਸਤਿਗੁਰੂ ਕਿਰਪਾ ਕਰਦੇ ਹਨ। ਕਰਨ ਹਤ ਸਹਨਾ ਕੀਆ, ਪਰਲੋਕ ਕੈ ਪੰਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜੀ ਚੀਜ਼ ਕਰਨੀ ਸੀ ਉਹ ਤਾਂ ਕੀਤੀ ਨਹੀਂ। ਕਰਨਾ ਕੀ ਸੀ? ਸੇਵਾ, ਸਿਮਰਨ, ਪਿਆਰ, ਭਲਾ, ਅਸੀਸਾਂ। ਕਹਿੰਦੇ ਕੀ ਇਹਨੇ ਕੀਤਾ? ਪਰਿਓ ਲੋਭ ਕੈ ਫੰਦ। ਲੋਭ ਦੇ ਵਸ ਹੋ ਕੇ ਕੀ ਕੀਤਾ? ਪਾਪ, ਨਿੰਦਿਆ, ਚੁਗਲੀ, ਈਰਖਾ, ਧੱਕੇਸ਼ਾਹੀ, ਇਹ ਸਾਰਾ ਕੁਝ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਕਹਿੰਦੇ ਲੋਭ ਜਿਹੜਾ ਹੈ ਨਾ ਹਲਕੇ ਕੁੱਤੇ ਦੀ ਤਰ੍ਹਾਂ ਹੈ। ਕਹਿੰਦੇ ਲੋਭੀ ਬੰਦਾ ਜਿਹੜਾ ਹੈ ਆਪਣੇ ਮਾਂ ਪਿਓ ਨੂੰ ਵੀ ਵੇਚ ਸਕਦਾ, ਹੋਰ ਤਾਂ ਕੀ ਛੱਡੋ, ਉਹਦਾ ਕੋਈ ਰਿਸ਼ਤਾ ਨਹੀਂ। ਹੁਣ ਔਰੰਗਜ਼ੇਬ ਲੋਭੀ ਇੰਨਾ ਹੋ ਗਿਆ, ਸਕੇ ਭਰਾ ਨੂੰ ਸ਼ੇਰ ਦੀ ਮੁੱਛ ਦਾ ਵਾਲ ਪਿਆਤਾ, ਆਪਣੀ ਬੇਟੀ ਜੇਬਲ ਉਲ ਨਿਸ਼ਾ ਨੂੰ, ਆਪਣੇ ਮਾਂ ਪਿਓ ਭਰਾਵਾਂ ਨੂੰ ਕਤਲ ਕਰ ਦਿੱਤਾ। ਕਾਹਦੇ ਵਾਸਤੇ ਕੀਤਾ? ਅੱਜ ਵੀ ਯਾਰ ਜੋਰੂ ਤੇ ਜ਼ਮੀਨ, ਇਹ ਬੰਦੇ ਤੋਂ ਬੰਦੇ ਦਾ ਵਜੂਦ ਖੋਹ ਲੈਂਦੀ ਹੈ। ਆਪਾਂ ਸੰਗਤੇ ਇਕੱਲੇ ਆਏ, ਇਕੱਲੇ ਜਾਣਾ। ਲੜਾਈ ਕਾਹਦੀ ਹੈ? ਲੋਭ ਦੀ। ਕਿੰਨਾ ਪਿਆਰ ਹੁੰਦਾ ਛੋਟੇ ਹੁੰਦਿਆਂ, ਵੀਰੇ ਤੂੰ ਮੇਰੇ ਨਾਲ ਰਹਿਣਾ ਏ, ਮੈਂ ਬਾਪੂ ਤੇਰੇ ਨਾਲ ਸੌਣਾ। ਬਾਪੂ ਕਹੂ ਓਏ ਮੰਜਾ ਇੱਕ, ਤੁਸੀਂ 3 ਜਾਣੇ। ਨਹੀਂ ਪਾਪਾ ਮੈਂ ਤੇਰੇ ਨਾਲ ਹੀ ਸੌਣਾ। ਇਹ ਸੀ ਪਿਆਰ। ਜਦੋਂ ਫਿਰ ਵਿਆਹਿਆ ਗਿਆ, ਲੋਭ ਕਾਬੂ ਕਰ ਗਿਆ, ਤੇ ਉਹੀ ਪਿਓ ਹੁੰਦਾ ਜਿਹਦੇ ਨਾਲ ਤਿੰਨੇ ਬੱਚੇ ਕਹਿੰਦੇ ਅਸੀਂ ਤੇਰੇ ਨਾਲ ਸੌਣਾ, ਅਸੀਂ ਤੇਰੇ ਨਾਲ ਸੌਣਾ। ਅੱਜ ਤਿੰਨੇ ਵਿਆਹੇ ਗਏ। ਵੱਡਾ ਕਹਿੰਦਾ ਤੂੰ ਬਾਪੂ ਨੂੰ ਲੈ ਜਾ, ਨਿੱਕਾ ਕਹਿੰਦਾ ਤੂੰ ਲੈ ਜਾ, ਉਹ ਕਹਿੰਦਾ ਤੂੰ ਲੈ ਜਾ। ਸਤਿਨਾਮ। ਛੋਟੇ ਹੁੰਦੇ ਕਹਿੰਦੇ ਸੀ ਬਾਪੂ ਮੇਰਾ ਮੇਰਾ ਮੇਰਾ,
क्यों कहिंदे सी? क्योंकि बचपन विच मुहब्बत सी, बचपन विच प्यार सी। ते हुण की हो गया? हुण लोभी हो गया ए ते हुण उसे प्यो नूं कहिंदा बापू तेरा, बापू तेरा, बापू तेरा। ते छोटा हुंदा कहिंदा सी बापू मेरा, मेरा। जानी थोड़े समय दे विच बंदे दे अकल सलोक आया सी बाल, जवानी अर बिरध फुन। भी तीन अवस्था बंदे ते आउंदियां। कबीर साहब कहिंदे जैसी उपजी पेड़ ते तैसी निभै ओड़। ते कहिंदे जिद्दां दी छोटे जे दरख्त दी साख आ ना, कोई नहीं कोई गल तो ਇਹ आवाज़ करदे करके कीते ਹਨ, आनंद बनदा, टिकाऊ बन जांदा। ते गुरु साहिब सच्चे पातशाह जी गरीब नवाज कहिंदे ਹਨ जैसी उपजी पेड़ ते जो तैसी निभै ओड़। ਕਹਿੰਦੇ ਜਿੱਦਾਂ ਦਾ ਪੱਤਾ ਛੋਟੇ ਦਰਖਤ ਚੋਂ ਨਿਕਲਦਾ ਤੇ ਕਿੰਨਾ ਮੁਲਾਇਮ ਹੁੰਦਾ ਹੱਥ ਲਾਈਏ ਤੇ, ਉਹਦਾ ਕਾਰਨ ਕੀ ਹੁੰਦਾ? ਜੀ ਵਿੱਚੋਂ ਨਿਕਲਿਆ। ਇਸੇ ਤਰ੍ਹਾਂ ਜਦੋਂ ਬੱਚਾ ਛੋਟਾ ਹੁੰਦਾ ਤੇ ਉਹਦੇ ਹੱਥ ਪੈਰ ਹਰ ਬੰਦਾ ਚੁੰਮਦਾ, ਕਿਉਂਕਿ ਉਹ ਜੁੜਿਆ ਏ, ਜੁੜ ਕੇ ਨਿਕਲਿਆ ਹੁੰਦਾ। ਜਿਵੇਂ ਜਿਵੇਂ ਫਿਰ ਦੁਨਿਆਵੀ ਹਵਾ ਲੱਗਦੀ ਉਹ ਕਰੂਪ ਹੁੰਦਾ ਜਾਂਦਾ। ਹੁਣ ਆਪਣੀ ਛੋਟੇ ਹੁੰਦਿਆਂ ਦੀ ਪਿੱਕ ਦੇਖਿਓ ਘਰੇ ਕਿੰਨੀ ਪਿਆਰੀ, ਤੇ ਅੱਜ ਕਿਉਂਕਿ ਉਹ ਫਰਕ ਕਿਉਂ ਪੈ ਗਿਆ? ਉਦੋਂ ਜੁੜਿਆ ਸੀ ਮਾਤਾ ਦੇ ਉਦਰ 'ਚ। ਤੇ ਜਿਹੜਾ ਜੁੜੇ ਨਾ, ਅੱਜ ਵੀ ਬਾਪੂ ਜੀ ਹੋਣੀ ਬੈਠੇ, ਅੱਜ ਜੁੜੇ ਹੋਏ ਬਜ਼ੁਰਗ ਦੀ 70 ਸਾਲ ਉਮਰ ਹੈ ਤੇ ਚਿਹਰਾ ਲਾਲ ਸੁਰਖ। ਕਿਉਂ? ਕਿਉਂਕਿ ਜੁੜੇ ਨੇ। ਜੈਸੀ ਉਪਜੀ ਪੇੜ ਤੇ ਜੋ ਤੈਸੀ ਨਿਭੈ ਓੜ। ਕਹਿੰਦੇ ਕਿਤੇ ਇੱਦਾਂ ਹੀ ਨਿਭ ਜੇ ਜਿੱਦਾਂ ਨਿੱਕੇ ਹੁੰਦਿਆਂ ਦੀ। ਤੇ ਮਾਰੇ ਕਹਿੰਦੇ ਗੱਲ ਕਿਹੜੀ ਰਹਿ ਗਈ? ਪਰ ਨਿੱਕੇ ਹੁੰਦਿਆਂ ਬੱਚੇ ਦੇ ਵਿੱਚ ਕਾਮ, ਕ੍ਰੋਧ, ਲੋਭ, ਹੰਕਾਰ ਨਹੀਂ ਸੀ। ਕਹਿੰਦਾ ਸੀ ਬਾਪੂ ਮੇਰਾ, ਮਾਂ ਮੇਰੀ, ਮੈਂ ਤੇਰੇ ਬਿਨਾਂ ਨਹੀਂ ਜਾਣਾ ਰਹਿਣਾ। ਜਦੋਂ ਕਹਿੰਦੇ ਮਹਾਰਾਜ ਕਹਿੰਦੇ ਪਰਿਓ ਲੋਭ ਕੈ ਫੰਦ, ਜਦੋਂ ਲੋਭ ਨੇ ਆ ਕੇ ਫਾਹੀ ਪਾਈ, ਫਿਰ ਕਹਿੰਦੇ ਜਿਹੜੇ ਕੰਮ ਕਰਨ ਵਾਲੇ ਸੀ ਉਹ ਨਹੀਂ ਕੀਤੇ, ਫਿਰ ਦੂਜੇ ਕਰ ਦਿੱਤੇ। ਨਾਨਕ ਸੰਮਿਓ ਰਮ ਗਇਓ ਮਹਾਰਾਜ ਕਹਿੰਦੇ ਹੁਣ ਤੇ ਸਮਾਂ ਨਿਕਲ ਗਿਆ, ਹੁਣ ਕੀ ਫਾਇਦਾ ਰੋਣ ਦਾ? ਵੇਲੇ ਦੀ ਨਮਾਜ਼ ਕਵੇਲੇ ਦੀਆਂ ਟੱਕਰਾਂ। ਕਹਿੰਦੇ ਹੁਣ ਤੇ ਸਮਾਂ ਨਿਕਲ ਗਿਆ ਕਿ ਹੁਣ ਤੇ ਅੱਜ ਸੰਗਤੇ ਵਾਕਿਆ ਅੱਜ ਆਖਰੀ ਦਿਨ ਹੈ, ਸਮਾਂ ਨਿਕਲ ਗਿਆ। ਆ ਤੁਸੀਂ ਲਾਹਾ ਭਾਵੇਂ ਲੋੜ ਕਹਿ ਲਓ, ਮਜਬੂਰੀ ਕਹਿ ਲਓ, ਜਾਂ ਜਿਹੜੀਆਂ ਸੰਗਤਾਂ ਲਾਈਵ ਦੇ ਵਿੱਚ ਜੁੜੀਆਂ ਨੇ, ਆਹ ਸਮਾਂ ਵਾਰ-ਵਾਰ ਥੋੜ੍ਹਾ ਮਿਲਣਾ ਇਹ ਗੁਰੂ ਸਾਹਿਬ ਦੀ ਬਖਸ਼ਿਸ਼ ਹੀ ਹੈ। ਜਿੱਦਾਂ ਕਿਤੇ ਪਿੰਡ 'ਚ ਕਣਕ ਮਿਲਦੀ ਹੋਵੇ ਤੇ ਲੰਮੀ ਲਾਈਨ ਲੱਗੀ ਹੁੰਦੀ ਨਾ, ਤੇ ਉਹ ਵੀ ਲੈਣ ਆ ਜਾਂਦੇ ਜਿਨ੍ਹਾਂ ਦੇ 30 ਕਿੱਲੇ ਆ। ਤੇ ਅੱਜ ਗੁਰੂ ਤੇਗ ਬਹਾਦਰ ਸਾਹਿਬ ਜੀ ਵੰਡਣ ਦਾ ਆ। ਬੋਲੋ ਵਾਹਿਗੁਰੂ। ਉਹ ਕਹਿੰਦੇ 2 ਕਿਲੋ ਕਣਕ ਵਿਕਦੀ ਤੇ ਲੈਣਾ 'ਚ ਲੱਗਾ ਫਿਰਦਾ, ਇੱਧਰ ਮੋਤੀ ਵਿਕਣ ਦੇ ਹੈ, ਸੋਨੇ ਦਾ ਦਰਬਾਰ ਹੈ, ਚਾਦਰਾਂ ਵਿਛੀਆਂ, ਕਿਤੇ ਆ ਕੇ ਬਹਿ ਜਾ, ਬਹਿ ਜਾ ਕੇ। ਗੁਰੂ ਕਾ ਸ਼ਬਦ ਰਤਨ ਹੈ, ਹੀਰੇ ਜਿੱਤ ਜੜਾਓ। ਲੈ ਅੱਜ ਕੋਈ ਲੌਸਮੈਂਟ ਕਰਦੇ ਨਾ ਗੁਰਦੁਆਰੇ ਵੀ ਸਾਧ ਸੰਗਤ ਜੀ ਕੋਈ ਆਇਆ ਵਾ ਤੇ ਦਾਲ ਤੇ ਕਣਕ ਮਿਲ ਰਹੀ ਹੈ ਸਾਰਿਆਂ ਨੂੰ, ਤੇ ਮੇਰੇ ਖਿਆਲ ਹੈ ਗਰੰਟਡ ਇਹ ਗੱਲ ਹੈ ਵੀ 25 ਮਿੰਟ ਦੇ ਵਿੱਚ ਨਾ ਗੁਰਦੁਆਰਾ ਭਰ ਜੇਗਾ। ਤੇ ਜੇ ਭਾਈ ਨੇ ਲੌਸਮੈਂਟ ਕੀਤੀ ਵੀ ਸੰਗਤ ਜੀ 20 ਸਾਲਾਂ ਬਾਅਦ ਗੁਰੂ ਗ੍ਰੰਥ ਸਾਹਿਬ ਦਾ ਖਜ਼ਾਨਾ ਸੰਪੂਰਨ ਹੋ ਰਿਹਾ ਹੈ, ਜਿਹੜੀਆਂ ਜਿਹੜੀਆਂ ਸੰਗਤਾਂ ਲਾਹਾ ਲੈਣਾ ਚਾਹੁੰਦੀਆਂ ਆ ਜਾਓ, ਤੇ ਕੋਈ ਨਹੀਂ ਆਇਆ। ਇੱਥੋਂ ਪਤਾ ਲੱਗਦਾ ਹੈ ਕਿ ਹਾਂਸੀ ਹੁੰਦੇ ਜਿਹੜੇ ਮੋਤੀ ਚੁਗਦੇ ਐ। ਕਾਂ ਨੂੰ, ਕੁੱਕੜ ਨੂੰ ਤੇ ਬੰਗਲੇ ਨੂੰ ਕੋਈ ਮਾਨ ਸਰੋਵਰ ਤੇ ਲੈ ਜੇ, ਉਹਨੇ ਕਹਿਣਾ ਕਿੱਥੇ ਝੱਬ ਮਾਰਿਆ ਜੇ, ਮੈਨੂੰ ਛੱਪੜੀ ਛੁੱਪੜੀ ਤੇ ਖੜਦੇ, ਉੱਥੇ ਮੈਂ ਗੰਦਗੀ ਖਾਣੀ, ਤੁਸੀਂ ਮੈਨੂੰ ਸਰੋਵਰ ਤੇ ਲੈ ਆਏ। ਇਹ ਸਰੋਵਰ ਹੈ ਨਾ ਮਾਨ ਸਰੋਵਰ, ਇੱਥੇ ਹੰਸ ਹੀ ਆਉਣੇ ਆ, ਇੱਥੇ ਹੰਸ ਹੀ ਆਉਣੇ ਆ। ਸਰਵਰ ਹੰਸ ਧੁਰੇ ਹੀ ਮੇਲਾ ਖਸਮੈ ਏਵੈ ਭਾਣਾ। ਕਹਿੰਦੇ ਰੱਬ ਦੀ ਖੇਡ ਐਸੀ ਹੈ, ਸਰੋਵਰ ਦਾ ਤੇ ਹੰਸ ਦਾ ਧੁਰੋਂ ਹੀ ਰਿਸ਼ਤਾ, ਯਾਨੀ ਗੁਰੂ ਗ੍ਰੰਥ ਸਾਹਿਬ ਦਾ ਤੇ ਸਿੱਖ ਦਾ ਧੁਰੋਂ ਹੀ ਰਿਸ਼ਤਾ।
ਕੀ ਤਾਂ ਆਪਾਂ ਪਿਛਲੇ ਸਮੇਂ 'ਚ ਕਿੰਨੀਆਂ ਕੁ ਸੇਵਾਵਾਂ ਕੀਤੀਆਂ ਗੁਰੂ ਸਾਹਿਬ ਨਾਲ। ਮੇਰੀਆਂ ਭੈਣਾਂ ਬੈਠੀਆਂ ਸੰਗਤ, ਆਪਾਂ ਕਿਤੇ ਮਹਾਰਾਜ ਦੇ ਘੋੜੇ ਨਵਾਏ ਹੋਣਗੇ, ਕਿਤੇ ਕਾਠੀਆਂ ਸਜਾਈਆਂ ਹੋਣਗੀਆਂ, ਕਿਤੇ ਬਾਪੂ ਦੀਆਂ ਚਾਦਰਾਂ ਵਿਛਾਈਆਂ, ਤੇ ਉਹ ਆਪਣਾ ਧੁਰ ਤੋਂ ਹੀ ਰਿਸ਼ਤਾ ਜੁੜਿਆ, ਤੇ ਉਹਨੇ ਫਿਰ ਐਸ ਜਨਮ 'ਚ ਵੀ ਆਪਣੇ ਤਖਤਾਂ 'ਤੇ ਸੇਵਾ ਦਿੱਤੀ, ਤੇ ਤੁਹਾਨੂੰ ਵੀ ਤਖਤ 'ਤੇ ਜਗ੍ਹਾ ਦਿੱਤੀ। ਇਹ ਹੁਣ ਨਹੀਂ, ਇਹ ਕੀਤੀ ਆ ਭਾਈ। ਸਰਵਰ ਹੰਸ ਧੁਰੇ ਹੀ ਮੇਲਾ, ਖਸਮੈ ਵੈ ਭਾਣਾ, ਸਰਵਰ ਅੰਦਰ ਹੀਰਾ ਮੋਤੀ ਸੋ। ਕਹਿੰਦੇ ਮੋਤੀ ਹੰਸਾਂ ਨੇ ਚੁਗਣੇ ਐ, ਤੇ ਆਪਾਂ ਕਹਿ ਦਿੰਨਾ, ਮੈਂ ਵੀ ਜਜ਼ਬਾਤੀ ਹੋ ਕੇ ਵੀ ਸੰਗਤ ਆਉਂਦੀ ਨਹੀਂ, ਸੁਣਦੇ ਨਹੀਂ, ਪਰ ਮਹਾਰਾਜ ਕਹਿੰਦੇ ਨਹੀਂ ਪੁੱਤ, ਇਹ ਹੰਸਾਂ ਨੇ ਚੁਗਣੇ ਮੋਤੀ। ਕਾਵਾਂ ਨੇ, ਕੁੱਤਿਆਂ ਨੇ, ਬੰਗਲਿਆਂ ਨੇ ਤੇ ਛੱਪੜੀਆਂ ਲੱਭਣੀਆਂ ਜਿੱਥੇ ਚੁੰਝ ਮਾਰ। ਬਗਲਾ ਕਾਗ ਨੀਚ ਕੀ ਸੰਗਤ, ਗੁਰਬਾਣੀ ਕਹਿੰਦੀ, ਬਗਲਾ ਕਾਗ ਨੀਚ ਕੀ ਸੰਗਤ, ਜਾਏ ਕਰੰਗ ਵਿਖੂ ਮੁਖ ਲਾਵੇ। ਕਹਿੰਦੀ ਉਹਨਾਂ ਉੱਥੇ ਜਾਣਾ ਜਿੱਥੇ ਕਰੰਗ ਪਏ। ਗੁਸਤਾਖੀ ਭਾਵ। ਕਰੰਗ ਕਿਹਨੂੰ ਕਹਿੰਦੇ ਭਲਾ? ਹੱਡੋ ਰੋੜੇ ਨੂੰ, ਹੱਡੀਆਂ ਚੂਪਣ। ਹੁਣ ਇਹ ਗੱਲ ਕਈਆਂ ਨੂੰ ਚੁੱਭ ਜਾਣੀ। ਗੁਰਬਾਣੀ ਕਹਿੰਦੀ ਜਾਏ ਕਰੰਗ ਵਿਖੂ ਮੁਖ ਲਾਵੇ। ਲੈ ਲੌਸਮੈਂਟ ਕਰਦੇ ਵੀ ਖੁੱਲੀ ਸ਼ਰਾਬ ਤੇ ਮੀਟ ਹੈ, ਵੇਖੀ ਆਉਂਦੇ ਕਿਦਾਂ। ਮੈਂ ਨਹੀਂ ਕਹਿੰਦਾ ਮਾਫੀ ਦਿਓ ਗੁਸਤਾਖੀ, ਕਿਉਂਕਿ ਕੋਈ ਸਿੰਘ ਛਕਦਾ ਹੁੰਦਾ, ਮੈਂ ਦਿਲ ਨਹੀਂ ਦਿਖਾਉਂਦਾ। ਗੁਰਬਾਣੀ ਕਹਿੰਦੀ ਆ ਬਗਲਾ ਕਾਗ ਨੀਚ ਕੀ ਸੰਗਤ, ਜਾਏ ਕਰੰਗ ਬਿਖੂ ਮੁਖ ਲਾਵੇ। ਕਰੰਗ ਨੂੰ ਚੱਕੀ ਵੱਢਣ ਵਾਲੇ ਦੀ ਹਸਤੀ ਜਿਹੜੀ ਹੈ ਨਾ, ਕਈ ਕਹਿਣਗੇ ਜੀ ਮਾਸ ਖਾਣਾ ਜਾਂ ਨਹੀਂ, ਉਹ ਤੇ ਹੁਣ ਤੁਸੀਂ ਬਾਣੀ ਨੂੰ ਪੜ੍ਹਦੇ ਰਿਹਾ ਕਰੋ, ਸਹਿਜ ਪਾਠ, ਤੇ ਆਪੇ ਪਤਾ ਲੱਗ ਜਾਣਾ। ਹਾਂਜੀ, ਸੋ ਮਾਰੇ ਸੱਚੇ ਪਾਤਸ਼ਾਹ ਕਿਰਪਾ ਦਇਆ ਰਹਿਮਤ ਕਰਦੇ ਨੇ। ਮਾਰੇ ਸੱਚੇ ਪਾਤਸ਼ਾਹ ਕੀ ਕਹਿੰਦੇ? ਕਹਿੰਦੇ ਸਮਾਂ ਨਿਕਲ ਗਿਆ, ਨਾਨਕ ਸਮਿਓ ਰਮ ਗਇਓ, ਅਬ ਕਿਉਂ। ਕਹਿੰਦੇ ਹੁਣ ਕੀ ਡੋਲਦਾ ਅੰਨਿਆ। ਓਏ ਅੰਨਿਆ, ਅੰਧਾ ਸ਼ਬਦ ਵਰਤਿਆ ਮਹਾਰਾਜ ਨੇ। ਓਏ ਅੰਨਿਓ, ਅੰਨੇ ਉਹਨੂੰ ਕਹਿੰਦੇ ਜਿਨ੍ਹਾਂ ਨੂੰ ਦੀਦਾ। ਤੇ ਮਹਾਰਾਜ ਸਾਨੂੰ ਕਹਿੰਦੇ ਵੀ ਤੁਸੀਂ ਕਿਤੇ ਅੱਖਾਂ ਹੁੰਦਿਆਂ ਵੀ ਅੰਨੇ ਤੇ ਨਹੀਂ, ਸਾਰਾ ਕੁਝ ਦਿਸਣ ਵੀ ਦਿਆ ਅੱਖਾਂ ਦੇ ਨਾਲ, ਵੀ ਆ ਜਿਹੜੀ ਬੋਤਲੇ ਦੇ ਉੱਤੇ ਲਿਖਿਆ ਵੀ ਤੇਰੇ ਗੁਰਦੇ ਖਤਮ ਕਰ ਦੇਗੀ, ਚੱਕ ਕੇ ਪੀ ਲਈ। ਤੰਬਾਕੂ ਦੀ ਪੁੜੀ ਤੇ ਲਿਖਿਆ ਤੇਰੀ ਸਿਹਤ ਲਈ ਬਹੁਤ ਮਾੜਾ ਹੈ, ਖੋਲ ਕੇ ਲਾ ਲਿਆ। ਬੀੜੀ ਲੈ ਕੇ ਆਇਆ, ਉੱਤੇ ਲਿਖਿਆ ਸਿਹਤ ਲਈ ਹਾਨੀਕਾਰਕ, 5 ਇਕੱਠੀਆਂ ਹੀ ਲਾ ਲਈਆਂ। ਹੁਣ ਮਹਾਰਾਜ ਕਹਿੰਦੇ ਇਹ ਤੇ ਫਿਰ ਅੱਖਾਂ ਹੁੰਦਿਆਂ ਵੀ ਅੰਨੇ ਐ। ਵੀ ਉਹ ਜਿੱਦਾਂ ਕਹਿੰਦੇ ਨਾ, ਕਿਸੇ ਕਵੀ ਦੀ ਕਲਪਨਾ, ਕਹਿੰਦਾ ਵੀ ਕੋਈ ਅਮਲੀ ਸੀ, ਉਹਨੇ ਨਾ ਤੋਤਾ ਰੱਖਿਆ ਸੀ, ਤੇ ਉਹਨੇ ਸਵੇਰੇ ਪੋਸਤ ਖਾਣਾ ਤੇ ਇੱਕ ਚਮਚਾ ਆਪ ਲਾਉਣਾ ਤੇ ਥੋੜਾ ਜਿਹਾ ਤੋਤੇ ਨੂੰ ਵੀ, ਤੇ ਤੋਤੇ ਨੂੰ ਸਿਖਾਉਣਾ, ਤੋਤਿਆ ਪੋਸਤ ਨਾ ਖਾਈ ਮਰ ਜਾਏਗਾ। ਉਹਨੇ ਨਾਲੇ ਰੋਜ਼ ਖਵਾਉਣਾ ਚਮਚਾ, ਤੇ ਨਾਲੇ ਕਹਿਣਾ ਵੀ ਲੋਕਾਂ ਨੂੰ ਨਾ ਪਤਾ ਲੱਗੇ ਵੀ ਤੋਤਿਆ ਪੋਸਤ ਨਾ ਖਾਈ ਮਰ ਜਾਏਗਾ। ਉਹ ਕੀ ਹੋਇਆ ਜੀ, ਉਹ ਅਮਲੀ ਮਰ ਗਿਆ, ਤੇ ਉਹ ਉਹਦੇ ਘਰਦਿਆਂ ਨੇ ਤੋਤੇ ਨੂੰ ਛੱਡਤਾ। ਕਹਿੰਦੇ ਵੀ ਇਹਨੂੰ ਹੁਣ ਕੀ ਖਾਣਾ, ਤੇ ਉਹ ਤੋਤਾ ਕਿਤੇ ਉੜਦਾ ਉੜਦਾ ਹਜ਼ੂਰ ਸਾਹਿਬ ਵੱਲ ਨੂੰ ਚਲੇ ਗਿਆ। ਉਹ ਮੈਂ ਤਾਂ ਇਹ ਨਾਂ ਲਿਆ ਕਿਉਂਕਿ ਮੇਰੇ ਬਾਪੂ ਦਾ ਘਰ ਆ, ਤੇ ਕਈ ਕਹਿਣਗੇ ਹਜ਼ੂਰ ਸਾਹਿਬ ਚੱਲੇ, ਤੇ ਉਧਰੋਂ ਕਹਿਣਗੇ ਪੋਸਤ ਲੈ ਆਈਏ, ਉੱਥੋਂ ਆ ਫੀਮ ਸਸਤੀ ਹੈ ਨਾ। ਇੱਦਾਂ ਹੁੰਦਾ ਕਈਆਂ ਦਾ ਵੀ ਗੁਰੂ ਗੋਬਿੰਦ ਸਿੰਘ ਦਾ ਖਜ਼ਾਨਾ ਨਾ ਲਿਆਇਓ, ਹੈ ਕਹਿਣਗੇ ਚੈਕਿੰਗ ਹੁੰਦੀ ਰਾਹ 'ਚ ਬਾਬਾ ਜੀ। ਤੇ ਉਹ ਕਹਿੰਦੇ ਤੋਤਾ ਇੱਧਰ ਨੂੰ ਚਲੇ ਗਿਆ। ਉੱਥੇ ਕਿਤੇ ਕਿਸੇ ਜ਼ਿਮੀਂਦਾਰ ਦਾ ਖੇਤ ਸੀ ਡੋਡਿਆਂ ਦਾ, ਤੇ ਉਹਨੇ ਨਾਲੇ ਚੁੰਝਾਂ ਭਰ ਕੇ ਖਾਵੇ, ਤੇ ਸਾਰੇ ਤੋਤੇ ਉਹਨੇ ਨਾਲ ਲਾ ਲਏ ਖਾਣ, ਤੇ ਨਾਲੇ ਖਾਈ ਜਾਣ, ਤੇ ਨਾਲੇ ਸਾਰੇ ਜਾਣੇ ਗਾਈ ਜਾਣ, ਤੋਤਿਆ ਪੋਸਤ ਨਾ ਖਾਈ ਮਰ ਜਾਏਗਾ। ਉਹ ਹਾਲਾਤ ਅੱਜ ਸਾਡੀ ਹੈ। ਮੈਂ ਆਪਣੀ ਗੱਲ ਕਰਦਾ, ਹੋਰ ਵੀ ਗਿਆਨੀ ਧਿਆਨੀ ਸੰਗਤਾਂ ਕਥਾ ਸੁਣਦੀਆਂ, ਸੁਲਝੇ ਮਾਫੀ ਚਾਹੁੰਦੇ। ਅੱਜ 100 ਦੇ ਵਿੱਚੋਂ 75 ਜਿਹੜੇ ਬੁਲਾਰੇ ਆ ਨਾ ਸਾਡੇ ਵਰਗੇ, ਉਹ ਇੱਦਾਂ ਦੇ ਆ ਵੀ ਤੁਹਾਨੂੰ ਕਈ ਕਹਿੰਦੇ ਬਹੁਤ ਕੁਝ, ਪਰ ਆਪਣੀ ਜ਼ਿੰਦਗੀ ਨਹੀਂ ਹੈਗੀ। ਮੈਂ ਸਪੀਕਰ ਫੜਿਆ, ਕਿਤੇ ਮੌਕਾ ਮਿਲਿਆ, ਮੈਂ ਤੁਹਾਨੂੰ ਕਹਿਣਾ ਪਾਠ ਕਰੋ, ਸੇਵਾ ਕਰੋ, ਸਿਮਰਨ, ਤੇ ਮੈਨੂੰ ਕੋਈ ਪੁੱਛੇ ਵੀ ਤੇਰਾ ਕਿੰਨਾ ਨਿਤਨੇਮ, ਕਿੰਨੀ ਸੇਵਾ ਕਰਦਾ ਰੋਜ਼, ਤੇ ਮੈਂ ਕਹਿਣਾ ਮੈਂ ਤੇ ਆਪਣਾ ਗਲਾਸ ਵੀ ਭਾਊ ਨੂੰ ਫੜਾਤਾ ਵੀ ਜਾ ਮਾਂਜਿਆ,
ਆਖੋ ਸਤਿਨਾਮ। ਕਿਉਂਕਿ ਅੱਜ ਅਸਰ ਕਿਉਂ ਨਹੀਂ ਪੈ ਰਿਹਾ? ਬਾਬੇ ਬੁੱਢੇ ਵਰਗਾ, ਭਾਈ ਗੁਰਦਾਸ ਵਰਗਾ ਕਥਾਵਾਚਕ ਨਹੀਂ ਹੈ। ਉਹ ਕਿੱਦਾਂ ਦੇ ਕਥਾਵਾਚਕ ਸੀ? ਸਵੇਰੇ ਨਿਤਨੇਮ ਕਰਕੇ, ਘੋੜਿਆਂ ਦੀ ਲਿੱਦ ਸੁੱਟ ਕੇ, ਲੰਗਰ ਨਾਲ ਤਿਆਰ ਕਰਨਾ, ਦੇਗਾਂ ਬਣਾਉਣੀਆਂ, ਤੇ ਬਾਅਦ ਵਿੱਚ ਆ ਕੇ ਬਾਪੂ ਦੇ ਦੀਵਾਨ 'ਚ ਬਹਿਣਾ। ਕਿਤੇ ਨਾ ਕਿਤੇ ਜ਼ਰੂਰ ਗੱਲ ਲੱਗਦੀ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਹੈ। ਇੱਕ ਚੀਜ਼ ਹੋਰ ਹੈ, ਮੈਂ ਤਾਂ ਕਹਿ ਦਿੰਦਾ ਹੁੰਦਾ ਸਾਫ਼ ਵੀ ਅਸੀਂ ਜਿੰਨੇ ਵੀ ਸਟੇਜਾਂ 'ਤੇ ਕਹਿੰਦੇ ਜੀ ਸੰਗਤ ਕਰਿਆ ਕਰੋ, ਸੇਵਾ ਕਰਿਆ ਕਰੋ, ਗੁਰੂ ਘਰ ਜਾਓ, ਸਾਡਾ ਟੱਬਰ ਕਿੰਨਾ ਕੁ ਆਉਂਦਾ? ਇਹ ਗੱਲ ਕਿਸੇ ਨੂੰ ਲੱਗਣੀ ਹੈ। ਤਕਰੀਬਨ ਹੀ ਸਾਡੇ ਬੜੇ ਬੜੇ ਨਾਮਵਾਰ ਜਿਹੜੇ ਪ੍ਰਚਾਰਕ ਹੈ ਨਾ, ਕਦੇ ਉਹਨਾਂ ਦਾ ਪਰਿਵਾਰ ਵੇਖੋ ਵੀ ਕਿਤੇ ਲੋਹ ਤੇ ਪ੍ਰਸ਼ਾਦੇ ਲਾਏ, ਕਿਤੇ ਭਾਂਡੇ ਮਾਂਜੇ ਲੰਗਰ ਵਿੱਚ, ਕਿਤੇ ਉਹਦੇ ਪਰਿਵਾਰ ਨੇ ਕਥਾ ਸੁਣੀ ਬਹਿ ਕੇ। ਫਿਰ ਗੱਲ ਆ ਜਾਂਦੀ ਨਾ ਵੀ ਦੂਜਿਆਂ ਨੂੰ ਅਸੀਂ ਕਹਿੰਦੇ ਹਾਂ ਵੀ ਲਾਹੇ ਲਓ, ਇੱਦਾਂ ਕਰੋ, ਤੇ ਕੀ ਗੱਲ ਘਰ ਵਾਲੇ ਨਹੀਂ ਲਾਹਾ ਲੈ ਸਕਦੇ? ਆਖੋ ਸਤਿਨਾਮ। ਅਸੀਂ ਉਹਨਾਂ ਨੂੰ ਨਹੀਂ ਕਹਿ ਸਕਦੇ ਚੱਲ ਇੱਕ ਜੀ ਆ ਜਾਓ, ਇੱਕ ਜੀ ਚੱਲ ਜਾਓ। ਗੱਲ ਇੱਥੇ ਵੀ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦੀਨਾ ਬੰਧੂ ਜੀ ਕਿਰਪਾ ਕਰਦੇ, ਕਹਿੰਦੇ ਅਬ ਕਿਉਂ ਰੋਵਤ ਅੰਧ ਅੰਨਿਆ, ਹੁਣ ਕਿਉਂ ਰੋਣਾ ਏ? ਹੁਣ ਕੋਈ ਫਾਇਦਾ ਨਹੀਂ, ਫਿਰ ਪਛਤਾਇਆ ਕਿਆ ਕਰੇ ਜਬ ਚੁਗਿਆ ਗਿਆ ਖੇਤ। ਹੁਣ ਤੇ ਗੋਡੇ ਗਏ, ਲੱਤਾਂ ਗਈਆਂ, ਹੁਣ ਤੇ ਕਹਿੰਦਾ ਮੈਨੂੰ ਗੁਰਦੁਆਰੇ ਲੈ ਜਾਓ। ਇੱਕ ਦਿਨ ਇੱਕ ਬਾਪੂ ਨੂੰ ਲਿਆਏ, 2 ਜਾਣੇ ਗੱਡੀ 'ਚੋਂ ਲਾ ਕੇ, ਤੇ 2 ਜਾਣਿਆਂ ਨੇ ਖਿਲਾਰਿਆ ਤੇ ਉਹ ਤੋਂ ਖਲੋਤਾ ਨਾ ਜਾਵੇ। ਤੇ ਮੇਰੇ ਮਨ 'ਚ ਵੈਸੇ ਆ ਗਿਆ, ਮੈਂ ਕਿਹਾ ਜਦੋਂ ਟਾਈਮ ਸੀ ਉਦੋਂ ਇਹ ਆਇਆ ਨਹੀਂ, ਤੇ ਹੁਣ ਲੱਤਾਂ ਭਾਰ ਨਹੀਂ ਚੱਲਦੀਆਂ, ਤੇ ਹੁਣ ਘਰਦਿਆਂ ਨੂੰ ਕਹਿੰਦਾ ਮੈਨੂੰ ਦਰਸ਼ਨ ਕਰਾਓ। ਹੁਣ ਇਹ ਮਹਾਰਾਜ ਨੇ ਉਹ ਗੱਲ ਕਹੀ, ਨਾਨਕ ਸਮਿਓ ਰਮ ਗਇਓ, ਅਬ ਕਿਉਂ ਰੋਵਤ ਅੰਧ। ਕਹਿੰਦੇ ਸਮਾਂ ਤੇਰਾ ਚਲੇ ਗਿਆ ਸੋਹਣਿਆ, ਹੁਣ ਕਾਤੋਂ ਰੋਣਾ ਏ? ਹੁਣ ਤੇਰੇ ਰੋਣ ਦਾ ਕੋਈ ਫਾਇਦਾ ਨਹੀਂ। ਮਨ ਮਾਇਆ ਮੈਂ ਰਮ ਰਹਿਓ, ਨਿਕਸਤ ਨਾਹਿ ਨਮੀਤ। ਕਹਿੰਦੇ ਇਹ ਮਨ ਮਾਇਆ ਦੇ ਵਿੱਚ ਫਸ ਗਿਆ, ਨਿਕਲਿਆ ਨਹੀਂ ਗਿਆ ਸੋਹਣਿਆ। ਆਖੋ ਸਤਿਨਾਮ। ਵਾਕਈ ਸੰਗਤੇ ਕਈ ਮੈਂ ਸਿੰਘ ਵੇਖੇ ਸਲਾਹ ਕਰਦੇ ਰਹਿ ਗਏ, ਤੇ ਇੱਕ ਨਾਮ ਮੇਰੇ ਕੋਲ ਪਹੁੰਚ ਗਿਆ। ਮੈਂ ਬੜਾ ਖੁਸ਼ ਹੋਇਆ ਭਾਈ ਬਲਵੀਰ ਸਿੰਘ ਜੀ। ਮੈਂ ਕਿਹਾ ਸੀ 20 ਸਾਲਾਂ ਬਾਅਦ ਭੋਗ ਹੈ ਤੇ ਫਸਲ ਬੀਜੀ ਹੋਵੇ ਤੇ ਉਹਦਾ ਮੁਨਾਫਾ ਚਾਹੀਦਾ, ਵੀ ਆਪਣੇ ਵੀ ਸਿੰਘ ਤਿਆਰ ਹੋ ਵੀ ਅੰਮ੍ਰਿਤਪਾਨ ਕਰਨ ਨੂੰ। ਤੇ ਮੈਂ ਡਰਾਂ ਕੋਈ ਨਾਂ ਨਹੀਂ ਆਇਆ, ਮੈਂ ਕਿਹਾ ਫਿਰ ਮੈਂ ਆਪ ਹੀ ਚੁੱਲ੍ਹੇ ਛਾਕਣੇ। ਆਖੋ ਸਤਿਨਾਮ। ਪਰ ਮਹਾਰਾਜ ਨੇ, ਗੁਰੂ ਅਰਜਨ ਸਾਹਿਬ ਨੇ ਪੱਤ ਰੱਖੀ ਹੈ। ਮਹਾਰਾਜ ਕਿਰਪਾ ਕੀਤੀ ਭਾਈ ਨਰਿੰਦਰ ਸਿੰਘ ਜੀ ਤਾਰਪੁਰ ਤੋਂ। ਉਹਨਾਂ ਕੱਲ੍ਹ ਆ ਕੇ ਕਿਹਾ ਬਾਬਾ ਜੀ ਕਦੋਂ, ਕਿੰਨੇ ਟਾਈਮ ਨੂੰ? ਮੈਂ ਕਿਹਾ ਧੰਨ ਮੇਰੇ ਪਾਤਸ਼ਾਹ, ਧੰਨ ਮੇਰੇ ਸਤਿਗੁਰੂ। ਇੱਕ ਸਿੰਘ ਆਇਆ, ਬਚਨ ਕੀਤਾ, ਕਹਿੰਦੇ ਗਿਆਨੀ ਜੀ ਕਿੰਨੇ ਸਾਲ ਹੋ ਗਏ ਤੁਹਾਨੂੰ ਇੱਥੇ? ਮੈਂ ਕਿਹਾ 8 ਸਾਲ ਹੋ ਗਏ। ਤੇ ਕਹਿੰਦੇ ਮੈਂ ਇੱਕ ਚੀਜ਼ ਵੇਖੀ ਵੀ ਜਦੋਂ ਕੋਈ ਵੀ ਸਮਾਗਮ ਹੁੰਦਾ ਨਾ, ਸੰਗਤ ਨੋਟ ਕਰਦੀ ਹੈ ਵੀ ਇੱਥੇ ਵੱਡਾ ਸਮਾਗਮ, ਵੀ ਤੁਸੀਂ ਟਾਈਮ ਕਿਉਂ ਨਹੀਂ ਲਾਉਂਦੇ? ਮੈਂ ਕਿਹਾ ਥੋੜ੍ਹਾ ਟਾਈਮ ਦਿੱਤਾ ਗੁਰੂ ਅਰਜਨ ਸਾਹਿਬ ਨੇ, ਸਵੇਰੇ ਸ਼ਾਮਾਂ ਨੂੰ ਇਕੱਲੇ ਨੂੰ 2-2 ਡਿਊਟੀਆਂ ਬਖਸ਼ੀਆਂ ਵਾ, ਨਿਤਨੇਮ ਵੀ ਕਥਾ ਹੋਈ। ਕਹਿੰਦੇ ਨਹੀਂ ਉੱਦਾਂ। ਮੈਂ ਕਿਹਾ ਨਹੀਂ। ਤੇ ਉਹਨਾਂ ਦੇ ਅੰਦਰ ਸੀ ਭਾਵਨਾ, ਕਹਿੰਦੇ ਵੀ ਤੁਹਾਨੂੰ ਸੇਵਾ ਕੋਈ, ਤੁਸੀਂ ਲੰਮਾ ਸਮਾਂ ਨਿਭਾਈ ਡਿਊਟੀ ਤੇ ਸੇਵਾ ਕੋਈ ਦੇਣੀ ਚਾਹੁੰਦੇ ਆ, ਦੇ ਸਕਦੇ ਆ ਵੀ ਤੁਸੀਂ ਹਾਜ਼ਰੀ? ਮੈਂ ਕਿਹਾ ਫਿਰ ਮੇਰੀ ਵੀ ਸੁਣੋ। ਮੈਂ ਕਿਹਾ ਸੇਵਾ ਮੈਂ ਕੋਈ ਨਹੀਂ ਲੈਣੀ, ਕੁਛ ਨਹੀਂ ਚਾਹੀਦਾ, ਬੜਾ ਦਿੱਤਾ ਸੰਗਤ ਦਾ, ਰੋਟੀ ਸੋਹਣੀ ਹੈ। ਮੈਂ ਕਿਹਾ ਇੱਕ ਅਰਦਾਸ ਕਰਦੇ। ਕਹਿੰਦਾ ਮੇਰੇ ਦਿਲ ਦੀ ਤਮੰਨਾ ਵਾ ਕਿ ਮੈਂ ਜਿੰਨਾ ਵੀ ਹੋ ਸਕੇ ਤੁਹਾਡਾ ਸਾਥ ਦੇਵਾਂ। ਵੀ ਅੱਜ ਕੱਲ੍ਹ ਬੱਚੇ ਇਸ ਪਾਸੇ ਤੁਰਦੇ ਨਹੀਂ, ਵੀ ਤੁਹਾਨੂੰ ਇੱਥੇ 2-4 ਵਾਰ ਮੈਂ ਆਇਆ ਵੀ ਤੁਸੀਂ ਸੰਗਤ ਨੂੰ ਕਿੱਦਾਂ ਤਰਲੇ ਲੈ ਕੇ ਹੱਥ ਜੋੜ ਕੇ ਸਮਝਾਉਣੇ, ਬਹਿ ਜਾਓ, ਇੱਦਾਂ ਕਰਿਆ ਕਰੋ, ਇੱਦਾਂ। ਵੀ ਬੜੀ ਵੱਡੀ ਭਗਤੀ ਆ। ਵੀ ਅੱਜ ਸਮਾਂ ਜ਼ਮਾਨਾ ਮਾੜਾ ਚੱਲਦਾ, ਵੀ ਮਾੜੇ ਪਾਸੇ ਧੱਕਾ, ਚੰਗੇ ਪਾਸੇ ਮਿੰਨਤਾਂ ਨਾ। ਤੇ ਮੈਂ ਇੱਕੋ ਗੱਲ ਕਹੀ ਸੀ, ਸੱਜਣਾ ਦੇਗ ਲੈ ਆਇਆ। ਮੈਂ ਕਿਹਾ ਅਰਦਾਸ ਕਰਦੇ, ਤੇਰੇ ਤੋਂ ਕੁਛ ਨਹੀਂ ਲੈਣਾ, ਤੂੰ ਸੰਗਤ ਹੈ। ਇੱਕ ਅਰਦਾਸ ਕਰਦੇ ਵੀ ਇਸ ਕਥਾ ਦੇ ਭੋਗ ਤੋਂ ਪਹਿਲਾਂ 2 ਜਾਂ 4 ਰੂਹਾਂ ਇਹ ਆ ਕੇ ਕਹਿ ਦੇਣ ਵੀ ਅਸੀਂ ਅੰਮ੍ਰਿਤ ਛਕਣਾ। ਬਸ ਉਹ ਪਤਾ ਨਹੀਂ ਕਿਹੜੀ ਅੰਦਰੋਂ ਉਹਨੇ ਕੀਤੀ। ਤੇ ਕੱਲ੍ਹ ਉਹ ਸਿੰਘ ਆ ਕੇ ਕਹਿੰਦਾ ਜੀ ਨਾਂ ਲਿਖੋ ਮੇਰਾ। ਫਿਰ ਸੀਨਾ ਠਰ ਗਿਆ। ਕਿਉਂਕਿ ਭਾਈ ਗੁਰਦਾਸ ਜੀ ਇੱਥੇ ਤੇ ਚਲੋ ਗੱਡੀ ਘਰ ਬਾਹਰ ਕੋਲੇ ਹੈ, ਸੋਹਣੀ ਰੋਟੀ ਖਾਂਦੇ ਆ, ਪਰ ਜਦੋਂ ਕੋਈ ਕਿਸੇ ਨੂੰ ਜੋੜਦਾ ਨਾ,
ਭਾਈ ਗੁਰਦਾਸ ਜੀ ਕਹਿੰਦੇ ਇੱਕ ਸ਼ਬਦ ਬਾਣੀ ਦਾ ਸਿਖਾ ਦੇ ਕਿਸੇ ਨੂੰ ਤੇ 7 ਸੋਨੇ ਦੇ ਮੰਦਰ ਦਾਨ ਕਰਦੇ, ਇੰਨਾ ਪੁੰਨ ਲੱਗਦਾ। ਤੇ ਕਿਸੇ ਨੂੰ ਪ੍ਰੇਰ ਕੇ ਉਹਨੂੰ ਅੰਮ੍ਰਿਤ ਗੁਰੂ ਵਾਲਾ ਬਣਾ ਦੇਣਾ ਤੇ ਸਮਝ ਲਾ ਤੇਰੀਆਂ ਕੁਲਾਂ। ਮੈਂ ਕਿਹਾ ਮੇਰਾ ਅਗਲਾ ਸਵਾਰੋ ਸੰਗਤੇ, ਇੱਥੇ ਮੇਰਾ ਸੌਰ ਗਿਆ, ਕੁਛ ਨਹੀਂ ਚਾਹੀਦਾ ਹੁਣ, ਕਿਉਂਕਿ ਖਾਣ ਨੂੰ ਰੋਟੀ, ਪਾਉਣ ਨੂੰ ਕੱਪੜੇ, ਕੋਲ ਬੇਟਾ, ਘਰ ਛੱਤ ਹੈ, ਚਲਾਉਣ ਨੂੰ ਗੱਡੀ ਹੈ, ਕੁਛ ਸਾਰਾ ਕੁਝ ਸੈੱਟ ਹੈ। ਅਗਲੇ ਬੰਨੇ ਦੀ ਕਰੋ ਹੁਣ, ਇਹ ਆਪਣੇ ਕੋਲ ਬੰਦਗੀ ਨਹੀਂ, ਗਲਤੀਆਂ ਸਾਰਿਆਂ ਤੋਂ ਹੋ ਜਾਂਦੀਆਂ, ਵੀ ਮਹਾਰਾਜ ਅੱਗਾ ਸਵਾਰ ਦੇ। ਉਹ ਹੁਣ ਬਚਨ ਆਉਣ ਵਾਲੇ ਵੇਲੇ ਬੜੇ ਪਿਆਰੇ ਬਚਨ ਆਉਣੇ ਜੇ, ਹੁਣ ਝੋਲੀ ਚ ਪਾਈ ਚੱਲਿਓ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਨ ਮਾਇਆ ਮੈਂ ਰਮ ਰਹਿਓ, ਨਿਕਸਤ ਨਾਹੇ ਨਬੀ। ਕਹਿੰਦੇ ਮਨ ਏਦਾਂ ਦਾ ਮਾਇਆ ਚ ਫਸ ਗਿਆ, ਜਿੱਦਾਂ ਗੋਬਰ ਦੇ ਵਿੱਚ ਪਸ਼ੂ ਡਿੱਗ ਪੈਂਦਾ ਨਾ ਤੇ ਨਿਕਲਦਾ ਨਹੀਂ, ਉਹਨੂੰ ਤੇ ਫੇਰ ਵੀ ਆਪਾਂ ਭੈਣ ਭਰਾ ਰਲ ਕੇ ਕੱਢ ਲਾਂਗੇ, ਪਰ ਕਹਿੰਦੇ ਜਿੱਥੇ ਤੂੰ ਡਿੱਗ ਪਿਆ ਤੈਨੂੰ ਗੁਰੂ ਤੋਂ ਬਿਨਾਂ ਨਹੀਂ ਕੱਢਣਾ। ਤੇ ਇਸ ਕਰਕੇ ਕਹਿੰਦੇ ਨਿਕਸਤ ਨਾਹਿ ਮਿੱਤਰਾ, ਨਿਕਲਿਆ ਨਹੀਂ ਜਾਣਾ। ਨਾਰਕ ਮੂਰਤ ਚਿਤਰ ਜਿਆ ਸ਼ਹਾਦਤ ਨਾਹਿ ਨਪੀਤ। ਗੁਰੂ ਤੇਗ ਬਹਾਦਰ ਕਹਿੰਦੇ ਜਿੱਦਾਂ ਕਿਸੇ ਪੱਥਰ ਦੇ ਵਿੱਚ, ਕੰਧ ਦੇ ਵਿੱਚ ਕੋਈ ਮਿਸਤਰੀ ਆਪਣੇ ਔਜ਼ਾਰਾਂ ਦੇ ਨਾਲ ਕਿਸੇ ਦੇਵੀ ਦੇਵਤੇ ਦਾ ਚਿੱਤਰ ਬਣਾ ਦਿੰਦਾ। ਹੁਣ ਫੋਟੋ ਤੇ ਕੰਧ ਨਾਲ ਲਾਈ ਪਾੜ ਕੇ ਲਾ ਲਾਂਗੇ ਜਾਂ ਉਹਦੇ ਉੱਤੇ ਰੰਗ ਕਰ ਦਿਆਂਗੇ, ਪਰ ਜਿਹੜੀ ਕੰਧ ਦੇ ਵਿੱਚੋਂ ਮੂਰਤੀ ਕੱਟੀ ਹੋਈ ਮਸ਼ੀਨਾਂ ਦੇ ਨਾਲ, ਮਹਾਰਾਜ ਕਹਿੰਦੇ ਉਹ ਮੂਰਤੀ ਕੰਧ ਚੋਂ ਕੋਈ ਵੀ ਨਹੀਂ ਨਿਕਲਣੀ। ਤੁਮਾਰੇ ਕਹਿੰਦੇ ਨਾਨਕ ਮੂਰਤ ਚਿੱਤਰ ਜਿਉ ਛਾੜਿਤ ਨਾਹਿ ਨ। ਕਹਿੰਦੇ ਜਿੱਦਾਂ ਕੰਧ ਦੇ ਵਿੱਚ ਮਿਸਤਰੀ ਸਿੰਘ ਬੈਠੇ ਤੁਹਾਡੇ 'ਚ, ਜਿਹੜੇ ਕਾਰਜ ਕਰਦੇ ਕਿਰਤੀ, ਮੈਨੂੰ ਬੜੀ ਖੁਸ਼ੀ ਹੁੰਦੀ ਇੱਥੇ ਤਕਰੀਬਨ ਜਿੰਨੇ ਸਾਰੇ ਕਿਰਤੀ ਆ, ਸਾਰੇ ਤੁਸੀਂ ਕਿਰਤੀਆਂ ਦੇ ਦਰਸ਼ਨ ਹੁੰਦੇ ਆ ਇਸ ਵੇਲੇ। ਉਹ ਕਿਰਤੀ ਸਿੰਘਾਂ ਨੂੰ ਪਤਾ ਏ, ਕਹਿੰਦੇ ਜਿੱਦਾਂ ਪੇਂਟਿੰਗ ਜਿਹੜੀ ਪੱਥਰ ਦੇ ਵਿੱਚ ਕੰਧ ਦੇ ਵਿੱਚ ਬਣਾਈ ਹੋਈ ਮਸ਼ੀਨ ਨਾ, ਉਹ ਕਦੇ ਵੀ ਕੰਧ ਦਾ ਸਾਥ ਨਹੀਂ ਛੱਡਦੀ, ਉਹਨੂੰ ਕੱਢਣਾ ਔਖਾ ਉਹਦੇ ਵਿੱਚੋਂ। ਕੰਧ ਢਾਈ ਤਾਂ ਜਾ ਸਕਦੀ ਹੈ ਪਰ ਚਿੱਤਰ ਨਹੀਂ ਨਿਕਲਣਾ। ਜਿੱਦਾਂ ਨਾ ਅਸੀਂ ਰੰਗ ਕਰਦੇ ਸੀ ਪੁਰਾਤਨ ਜਾਨੇ ਘਰ 'ਚ ਪਿਛਲੇ ਤੋਂ ਪਿਛਲੇ ਸਾਲ, ਆਪਣੇ ਕੋਲ ਉਹ ਚੀਜ਼ ਪੁਰਾਣੀ ਰਹਿ ਗਈ ਹੈ। ਇੱਥੇ 3 ਚੀਜ਼ਾਂ ਆਪਣੇ ਕੋਲ, ਇੱਕ ਤੇ ਭਾਈ ਪਾਰੋ ਦਾ ਖੂਹ, ਦੂਜਾ ਬੌਲੀ ਸਾਹਿਬ, ਤੇ ਤੀਜਾ ਜਾਨੇ ਘਰ ਦੀ ਉਹ ਜਿਹੜੀ ਛੋਟੀ ਜਿਹੀ ਇਮਾਰਤ ਆ, ਨਿੱਕਾ ਜਿਹਾ, ਉਹ ਵੀ ਲੱਗੇ ਸੀ ਢਾਉਣ ਪਰ ਨੌਜਵਾਨ ਤਕੜੇ ਹੋ ਕੇ ਬਚਾ ਗਏ। ਮੈਂ ਕੱਲ ਮਲਸੀਆਂ ਗਿਆ, ਮੈਂ ਕਈ ਵਾਰੀ ਕਥਾ ਸੁਣਾਈ, ਮੈਨੂੰ ਭਾਈ ਭਗੀਰਥ ਨੇ ਸੱਦਾ ਦਿੱਤਾ, ਆਖੋ ਵਾਹਿਗੁਰੂ। ਪਹਿਲੀ ਵਾਰੀ ਮੈਂ 8 ਸਾਲਾਂ 'ਚ ਪ੍ਰੋਗਰਾਮ, ਅੱਗੇ ਫੋਨ ਆਉਣੇ ਬਿਜੀ ਹੋਈਦਾ ਸੀ, ਤੇ 2-4 ਦਿਨ ਹੋ ਗਏ ਮੈਂ ਕਈ ਥਾਵਾਂ ਤੇ ਭਾਈ ਭਗੀਰਥ ਦਾ ਜ਼ਿਕਰ ਕੀਤਾ। ਵੇਖੋ ਪਿਆਰ ਕੀ ਹੁੰਦਾ। ਤੇ ਭਾਈ ਭਗੀਰਥ ਜੀ ਨੇ ਕਿਸੇ ਦੇ ਰਾਹੀਂ ਸੱਦਾ ਦੇਤਾ ਵੀ ਭਾਈ ਸਾਹਿਬ ਆਉਣਾ। ਤੇ ਉੱਥੇ ਜਦੋਂ ਗਏ ਤੇ ਜਾ ਕੇ ਫਿਰ ਆਨੰਦ ਮਾਣਿਆ। ਮੈਂ ਪੁੱਛਿਆ ਵੀ ਉਹ ਜਗ੍ਹਾ ਹੈਗੀ ਜਿੱਥੇ ਭਾਈ ਭਗੀਰਥ ਜੀ 18 ਘੰਟੇ ਬੈਠੇ ਸੀ। ਗੁਰੂ ਨਾਨਕ ਪ੍ਰਕਾਸ਼ 'ਚ ਆਈ ਨਾ ਕਥਾ ਵੀ ਸਵੇਰੇ 4 ਵਜੇ ਤੋਂ ਲੈ ਕੇ ਰਾਤ ਦੇ 12:15 ਤੱਕ। ਤੇ ਮੈਂ ਉੱਥੇ ਗ੍ਰੰਥੀ ਨੂੰ ਕਿਹਾ ਭਾਈ ਸਾਹਿਬ ਮੈਨੂੰ ਉਹ ਜਗ੍ਹਾ ਵਿਖਾ ਦਿਓ ਜਿੱਥੇ ਭਾਈ ਭਗੀਰਥ ਜੀ 18 ਘੰਟੇ ਮਾਤਾ ਦੀ ਜੋਤ ਲਾ ਕੇ ਬੈਠੇ। ਉਹ ਕਹਿੰਦੇ ਬਾਬਾ ਜੀ ਉਹ ਤੇ ਕੁਛ ਵੀ ਨਹੀਂ ਹੈਗਾ। ਮੈਂ ਕਿਹਾ ਕੋਈ ਹੋਰ ਚੀਜ਼। ਉਹ ਸਾਰਾ ਗੁਰਦੁਆਰਾ ਇੱਦਾਂ ਹੀ ਨਵਾਂ ਹੀ ਬਣਿਆ ਤੇ ਉੱਥੇ ਬੇਰੀ ਦਾ ਦਰਖਤ। ਸੋ ਮਨ ਦੇ ਵਿੱਚ ਆ ਜਾਂਦਾ ਦੁੱਖ ਜਿਹਾ ਵੀ ਉਹ ਜਗ੍ਹਾ ਕਿਤੇ ਅੱਜ ਸਾਡੇ ਕੋਲ ਹੁੰਦੀ ਜਿੱਥੇ ਉਹਨੂੰ ਦਰਸ਼ਨ ਹੋਏ ਸੀ। ਤੇ ਉਹ ਦਰਸ਼ਨ ਦੇਣ ਵਾਲੀ ਰੂਹ ਨੇ ਆਖਿਆ ਸੀ ਵੀ ਬਾਬਾ ਸੁਲਤਾਨਪੁਰ ਹੈ, ਸਾਡੇ ਕੋਲ ਸਾਂਭਿਆ ਨਹੀਂ ਗਿਆ। ਤੇ ਮਾਫ ਕਰਿਓ ਆ ਵੀ ਤੁਸੀਂ ਭੈਣ ਭਰਾ ਬੈਠੇ ਆ ਤੇ ਆ ਕਥਾ ਗਾਂਹ ਵਾਲੇ ਬੱਚਿਆਂ ਨੂੰ ਤੇ ਦਾਦੇ ਦਾ ਨਾਂ ਨਹੀਂ ਪਤਾ, ਗੁਰੂਆਂ ਦੀ ਗੱਲ ਬੜੀ ਦੂਰ ਹੈ। ਇਹ ਗੱਲ ਨੋਟ ਕਰੀ। ਕਿਸੇ ਨੇ ਗਾਇਆ ਸੀ ਵੀਰ ਨੇ, ਕਹਿੰਦਾ ਭਾਈ ਦਾਦਿਆਂ ਦੇ ਨਾਂ ਨਹੀਂ ਬੱਚਿਆਂ ਨੂੰ ਯਾਦ, ਗੁਰੂਆਂ ਦੀ ਗੱਲ ਬੜੀ ਦੂਰ ਹੈ। ਤੇ ਉਹ ਤੇ ਆਪਾਂ ਨੂੰ ਦਿਸ ਨਹੀਂ ਦਿਆ ਵੀ ਗਾਈਡਨੈਸ ਬਹੁਤ ਮਾੜੀ ਆ। ਇੱਥੇ ਕਹਿ ਦੇ ਲੌਸਮੈਂਟ ਵੀ ਦਾਲ ਮਿਲਦੀ, ਚੌਲ ਮਿਲਦੇ ਫ੍ਰੀ, ਸਾਰਾ ਪਿੰਡ ਆ ਜੀ। ਇੰਨੀ ਛੋਟੀ ਸੋਚ ਹੋ ਗਈ ਸਾਡੀ। ਤੋ ਇਸ ਕਰਕੇ ਸਾਧ ਸੰਗਤ ਜੀ ਆ ਕਰੋਨਾ ਦੇ ਟੀਕੇ ਲੱਗਦੇ ਸੀ, ਬੱਲੇ ਬੱਲੇ ਬੱਲੇ। ਵੇਖੋ ਕਿੰਨਾ ਡਰ ਮੌਤ ਦਾ। ਉੱਥੇ ਸਾਰੇ ਜਾਣੇ ਕੋਈ ਆਖੇ ਮੇਰੀ ਸਿਫਾਰਿਸ਼ ਕਰ ਦਿਓ, ਕੋਈ ਕੁਰਬਲ ਕੁਰਬਲ ਦੁਨੀਆ ਮੇਰੀ ਵਾਰੀ ਪਹਿਲੋਂ ਲਾ ਦਿਓ। ਮੌਤ ਨੂੰ ਵੇਖ ਕੇ ਕਿੱਦਾਂ ਇਕੱਠੇ ਤੇ ਗੁਰੂ ਦੇ ਕੋਲ ਆਉਂਦਾ ਹੀ ਕੋਈ ਨਹੀਂ।
ਹਸਪਤਾਲਾਂ 'ਚ ਪਰਚੀ ਕਟਾਉਣੀ ਹੁੰਦੀ, ਵੇਖਿਓ ਮੇਰੀ ਪਹਿਲੋਂ ਕੱਢ ਦਿਓ ਜੀ, ਮੇਰੀ ਪਹਿਲੋਂ। ਓਏ ਸਿੱਖਾ ਤੂੰ ਗੁਰੂ ਕੋਲੇ ਆ, ਝੋਲੀ ਕਰ, ਤੈਨੂੰ ਉੱਥੇ ਜਾਣਾ ਹੀ ਨਾ ਪਵੇ। ਆਖੋ ਸਤਿਨਾਮ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਲੱਗੇ ਰਹੋ, ਮੈਂ ਵੀ ਖੁਸ਼ ਹਾਂ, ਭੰਗੂੜੇ 'ਚ ਪਾਇਆ, ਖੇਡੋ ਖੇਡੋ ਪੁੱਤ। ਆ ਜਿਹੜੇ ਰੋਣ ਵਾਲੇ ਇੱਥੇ ਆ ਜਾ ਕਰੋ। ਆਖੋ ਸਤਿਨਾਮ। ਤੇ ਮੇਰੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜਿੱਦਾਂ ਕੰਧ 'ਚੋਂ ਮੂਰਤ ਕੱਢਣੀ ਔਖੀ, ਬੰਦੇ ਨੂੰ ਵੀ ਸੰਸਾਰ 'ਚੋਂ ਕੱਢਣਾ ਔਖਾ ਹੈ। ਨਰ ਚਾਹਤ ਕਛ ਕਹਿੰਦੇ ਬੰਦਾ ਤੇ ਬੜੀਆਂ ਸਕੀਮਾਂ ਲਾ ਕੇ ਬੈਠਾ ਵੀ ਕੋਠੀ ਪਾਵਾਂਗੇ, ਗੱਡੀ ਲਿਆਵਾਂਗੇ, ਬਾਹਰ ਜਾਵਾਂਗੇ। ਕਹਿੰਦੇ ਉਧਰੋਂ ਹੋਰ ਹੀ ਕੁਝ ਬਣ ਗਿਆ। ਕੀ ਬਣ ਗਿਆ? ਨਾਨਕ ਪਾਸੇ ਗੱਲ ਕਰੇ। ਕਹਿੰਦੇ ਚਿੱਤ ਪਤਾ ਹੀ ਨਹੀਂ ਸੀ ਲੱਗਾ, ਸੋਚਾਂ ਸੋਚਦਾ ਸੀ ਤੇ ਕੀ ਹੋਇਆ? ਨਾਨਕ ਜੀ ਜਮਾ ਨੇ ਆ ਕੇ ਗਲ ਘੁੱਟਤਾ। ਤੋਂ ਬਾਅਦ ਚ ਪਤਾ ਲੱਗਾ ਵੀ ਜੇ ਅੱਜ ਨਹੀਂ ਰੱਖੀ ਤੇ ਕੱਲ ਨੂੰ ਭਾਈ ਸਾਹਿਬ ਜੀ ਕਾਲ ਚਲਾਣਾ ਕਰਕੇ। ਮਹਾਰਾਜ ਜੀ ਕਹਿੰਦੇ ਵੇਖ ਲਓ, ਓਏ ਤੂੰ ਔਰੇ ਕੀ ਔਰੇ ਭਈ, ਤੂੰ ਤੇ ਕਈ ਸਕੀਮਾਂ ਸੋਚੀਆਂ ਸੀ ਪਰ ਉਹਨੇ ਸਾਰੀਆਂ ਫੇਲ ਕਰ ਦਿੱਤੀਆਂ। ਜਤਨ ਬਹੁਤ ਸੁਖ ਕੇ ਕੀਏ, ਦੁਖ ਕੋ ਕੀਓ ਨ ਕੋਇ। ਮਹਾਰਾਜ ਕਹਿੰਦੇ ਜਿੰਨੀ ਵੀ ਦੁਨੀਆ ਸੁੱਖਾਂ ਵਾਸਤੇ ਯਤਨ ਕਰਦੀ, ਕਦੀ ਦੁੱਖ ਲਈ ਵੀ ਕੀਤਾ? ਦੁੱਖ ਆਪੇ ਹੀ ਆ ਜਾਂਦਾ। ਕਿਸੇ ਆਪਾਂ ਪਾਠ ਕਰਦੇ ਹਾਂ, ਸੇਵਾ ਕਰਦੇ ਹਾਂ, ਕਮਾਈ ਕਰਦੇ ਹਾਂ ਸੁੱਖਾਂ ਵਾਸਤੇ, ਵੀ ਗੱਡੀ ਐਤਕੀ ਲੈਣੀ, ਕੋਠੀ ਵੀ ਬਣਾਉਣੀ ਹੈ, ਬੱਚੇ ਬਾਹਰ ਭੇਜਣੇ। ਮਹਾਰਾਜ ਕਹਿੰਦੇ ਯਤਨ ਬਹੁਤ ਸੁੱਖ ਕੇ ਕੀਏ, ਸੁੱਖ ਵਾਸਤੇ ਬਹੁਤ ਚਾਰਾ ਕੀਤਾ ਪਰ ਦੁੱਖ ਆਪੇ ਹੀ ਆ ਜਾਂਦਾ। ਇਸ ਕਰਕੇ ਮਹਾਰਾਜ ਕਹਿੰਦੇ ਦੁੱਖ ਸੁੱਖ ਦੋਏ ਦਰ ਕੱਪੜੇ। ਕਈ ਕਹਿਣਗੇ ਜੀ ਮੈਂ ਇੰਨੀ ਕਮਾਈ ਕੀਤੀ, ਮੈਂ ਸਾਰੇ ਦੇਸ਼ ਘੁੰਮੇ, ਮੈਂ ਇੰਨੀ ਪੈਲੀ ਬਣਾਈ, ਮੈਂ ਇੱਦਾਂ ਕੀਤਾ। ਮਹਾਰਾਜ ਕਹਿੰਦੇ ਤੂੰ ਕੱਖ ਨਹੀਂ ਕੀਤਾ। ਜਿੱਦਾਂ ਦੁੱਖ ਆਪੇ ਆ ਜਾਂਦੇ, ਦੁੱਖ ਨਹੀਂ ਕੋਈ ਮੰਗਦਾ, ਸੁੱਖ ਵੀ ਆਪੇ ਆਉਂਦੇ ਆ। ਇਹ ਕੋਈ ਕਰਮ ਕੀਤਾ ਪਿਛਲਾ, ਉਹਦੀ ਤਰਸ ਹੋ ਗਿਆ, ਉਹਨੇ ਤਰਸ ਕੀਤਾ। ਕਦੇ ਹੰਕਾਰ ਨਾ ਕਰੀ। ਕਈ ਬੜਾ ਕਰਨਗੇ ਮੈਂ ਕਮਾਈ ਕੀਤੀ ਬਾਬਾ ਜੀ, ਮੈਂ 70 ਸਾਲ ਬਾਹਰ ਲਾਏ ਤੇ ਜਵਾਕਾਂ ਨੂੰ ਆਹ ਕੁਝ ਬਣਾਤਾ। ਤੇ ਗੁਰੂ ਗ੍ਰੰਥ ਸਾਹਿਬ ਨੇ ਅੱਜ ਉੱਤੇ ਵੀ ਕਾਂਟਾ ਮਾਰਤਾ। ਕਹਿੰਦੇ ਤੂੰ ਕੱਖ ਨਹੀਂ ਕੀਤਾ, ਤੂੰ ਉਹਦਾ ਤਰਸ ਹੋਇਆ, ਉਹਦੀ ਰਹਿਮਤ ਹੋਈ, ਉਹਦਾ ਸ਼ੁਕਰ ਕਰ। ਤੂੰ ਕੁਛ ਨਹੀਂ ਕੀਤਾ। ਉਹਨੇ ਸੁੱਖ ਵੀ ਉਹਦੇ ਤੇ ਦੁੱਖ ਵੀ ਉਹਦੇ, ਪਰ ਸੁੱਖ ਮੰਗਦਾ ਦੁੱਖ ਕੋ ਕੀਓ ਨਾ ਕੋਏ। ਨਾਨਕ ਸੁਨਰੇ ਮਨਾ ਹਰ ਪਾਵੈ ਸੋਇ। ਕਹਿੰਦੇ ਮੇਰਿਆ ਮਨਾ ਸੁਣ ਲਾ, ਗੁਰੂ ਤੇਗ ਬਹਾਦਰ ਸਾਹਿਬ ਬੋਲਦੇ ਪਏ ਐ। ਕਹਿੰਦੇ ਮੇਰਿਆ ਮਨਾ ਸੁਣ ਲਾ, ਜੋ ਉਹਨੂੰ ਭਾਉਂਦਾ ਉਹੋ ਹੀ ਹੁੰਦਾ ਹੈ। ਜਗਤ ਪਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ। ਸਾਰੀ ਦੁਨੀਆ ਕਹਿੰਦੇ ਮੰਗਤੇ ਐ, ਝੋਲੀਆਂ ਕਰ ਕਰਕੇ ਰੋਂਦੀ ਪਈ ਦੁਨੀਆ। ਦਾਤਾ ਇੱਕੋ ਹੀ ਹੈ, ਦੇਣ ਵਾਲਾ ਸਾਰਿਆਂ ਨੂੰ ਦੇ ਰਿਹਾ ਹੈ। ਮਹਰਤ ਮਨ ਸਿਮਰਤੇ ਪੂਰਨ ਹੋਵੇ ਕਾਮ। ਕਹਿੰਦੇ ਮੇਰਿਆ ਮਨਾ ਚੌਂਕੜਾ ਮਾਰ ਕੇ ਕਿਤੇ ਉਹਨੂੰ ਸਿਮਰਿਆ ਕਰ, ਤੇਰੇ ਰਹਿੰਦੇ ਕੰਮ ਵੀ ਸਤਿਗੁਰੂ ਪੂਰੇ ਕਰ ਦੇਣਗੇ। ਮਨ ਕਹਾ ਕਰੈ ਜਗ ਸੁਪਨਿਓ ਜੋ ਜਾਣਾ। ਬਾਪੂ ਕਿਤੇ ਕਾਹਦਾ ਮਾਣ ਕਰਦਾ ਝੂਠ ਦਾ? ਇਹ ਝੂਠ ਹੈ ਪੁੱਤ ਧੀਆਂ ਕਾਰੋਬਾਰ ਜਗ ਸੁਪਨੇ। ਜਿੱਦਾਂ ਸੁਪਨਾ ਆਉਂਦਿਆ ਹੁੰਦਾ ਤੇ ਕੋਈ ਲਾ ਦੇਵੇ ਬਾਂਹ ਤੋਂ ਫੜ ਕੇ ਤੇ ਆਖੀਦਾ ਜਾ ਸੱਜਣਾ, 2 ਮਿੰਟ ਰੁਕ ਜਾਂਦਾ, ਪਤਾ ਨਹੀਂ ਕੀ ਹੋਣਾ ਸੀ ਅਗਲੇ ਵੇਲੇ। ਇਸੇ ਤਰ੍ਹਾਂ ਮਾਰੇ ਕਹਿੰਦੇ ਆ ਜਿਹੜਾ ਦੁਨੀਆਦਾਰੀ ਇੱਕ ਸੁਪਨੇ ਦੀ ਤਰ੍ਹਾਂ ਹੈ। ਮੈਂ ਕਛ ਤੇਰੋ ਨਹੀਂ ਨਾਨਕ ਕਹਿਓ ਬਖਾਨਾ। 10 ਪਾਤਸ਼ਾਹੀਆਂ ਦੀ ਜੋਤ ਤਾਂ ਹੀ ਕਹਿੰਦੇ ਇਹਨੂੰ, ਕਿਉਂਕਿ ਜਿੰਨੇ ਵੀ ਗੁਰੂ ਸਾਹਿਬ ਨੇ ਬਾਣੀ ਉਚਾਰੀ ਨਾਨਕ ਸ਼ਬਦ ਤੇ ਲਿਆ ਕੇ। ਨਾਨਕ ਤੇ ਕਿਉਂ ਲਿਆਂਦਾ? ਕਿਉਂਕਿ ਉਹ ਜੋਤ ਉਹ ਚੱਲਣ ਦੀ ਹੈ। ਤੋ ਕਹਿੰਦੇ ਮੇਰੇ ਨਾਨਕ ਪਿਆਰੇ, ਕਹਿੰਦੇ ਵੀ ਇਨ ਮੈਂ ਕਛ ਤੇਰੋ ਨਹੀਂ। ਮੰਨ ਲਓ ਮੈਂ ਸੁੱਤਾ, ਮੈਨੂੰ ਸੁਪਨਾ ਆਇਆ, ਸੁਪਨੇ 'ਚ ਮੇਰਾ ਵਿਆਹ ਹੋ ਗਿਆ, ਸੁਪਨੇ ਦੇ ਵਿੱਚ ਮੇਰੇ 5 ਪੁੱਤ ਹੋ ਗਏ, ਵੱਡਾ ਸਾਰਾ ਮਹਿਲ ਸੀ, ਉੱਥੇ ਹਾਥੀ ਘੋੜੇ। ਤੇ ਜਦੋਂ ਕਿਸੇ ਨੇ ਆਖਿਆ ਉੱਠ ਓਏ ਕਥਾ ਨਹੀਂ ਕਰਨੀ, ਮੈਂ ਕਿਹਾ ਤੇਰਾ ਭਲਾ ਟਾਈਮ ਤੇ ਹੋ ਗਿਆ,
ਤੇ ਸੁਪਨਾ ਟੁੱਟਾ ਤੇ ਸਭ ਕੁਝ ਗਵਾਚ ਗਿਆ। ਤੇ ਮਹਾਰਾਜ ਕਹਿੰਦੇ ਇਸੇ ਤਰ੍ਹਾਂ ਜਿਹੜੀ ਤੂੰ 70-80 ਸਾਲ ਤਰਲੇ ਲੈ ਕੇ ਇੱਥੋਂ ਠੱਗੀ ਮਾਰ, ਇੱਥੋਂ ਵੱਖੀ ਲਾ, ਇੱਧਰੋਂ ਠਿੱਬੀ ਲਾ, ਇਹ ਇੰਨਾ ਪ੍ਰਪੰਚ ਕਰਕੇ ਮਹਾਰਾਜ ਦੀ ਬਾਣੀ ਕਹਿੰਦੀ ਬਹੁ ਪ੍ਰਪੰਚ ਕਰ ਪਰਤਨ ਲਿਆਵੇ ਸੁਧ ਦਾਰਾ ਪੈ, ਮਨ ਮੇਰੇ ਭੂਲੇ ਕਪਟ ਨਾ ਕੀਜੈ ਅੰਤ ਨਵੇਰਾ ਤੇਰੇ। ਇਸ ਕਰਕੇ ਕਹਿੰਦੇ ਤੂੰ ਇੰਨੇ ਸਾਲਾਂ 'ਚ ਬਣਾਇਆ ਤੇ ਬਾਪੂ ਜੀ ਕਹਿੰਦੇ 2 ਸੈਕਿੰਡ ਨਹੀਂ ਲੱਗਣੇ, ਇਨ ਮੈਂ ਕਛ ਤੇਰੋ ਨਹੀਂ, ਤੂੰ ਕੱਲਾ ਰਹਿ ਜਾਣਾ। ਗਰਭ ਕਰਤ ਹੈ ਦੇਖੋ ਬਿਨ ਸੈਸ਼ਨ ਮਹਿਮੀਤਾ। ਕਹਿੰਦੇ ਜਿਸ ਸਰੀਰ ਦਾ ਹੰਕਾਰ ਕਰਦਾ ਹੈ ਨਾ, ਮੁੱਛਾਂ ਨੂੰ ਵੱਟ ਦਿੰਦਾ ਹੈ, ਅੱਖਾਂ ਕੱਢ ਕੇ ਵੇਣਾ ਹੈ, ਮੱਥੇ ਤੇ ਤਿਉੜੀਆਂ ਪਾ ਕੇ ਮੁੱਕੀਆਂ ਵੱਟਦਾ ਏ, ਮੈਂ ਐ ਕਰ ਦਾਂਗਾ, ਮੈਂ ਏਦਾਂ ਕਰ ਦਾਂਗਾ, ਮਾਰੇ ਕਹਿੰਦੇ ਇੱਕ ਛਿਣ ਲੱਗਣਾ, ਦੜਮ ਕਰਕੇ ਡਿੱਗ ਪਵੇਂਗਾ। ਜੇ ਪ੍ਰਾਨੀ ਹਰ ਜਸ ਕਹਿਓ ਨਾਨਕ ਤਹਿ ਜਗ ਜੀਤਾ। ਧੰਨ ਗੁਰੂ ਤੇਗ ਬਹਾਦਰ ਕਹਿੰਦੇ ਜਿਨ੍ਹਾਂ ਰੂਹਾਂ ਨੇ ਨਾਮ ਜਪ ਲਿਆ ਉਹਨਾਂ ਜੱਗ ਜਿੱਤ ਲਿਆ। ਕਦੇ ਜੱਗ ਵੀ ਜਿੱਤਿਆ ਪਰ ਮਨ ਜੀਤਾ। ਜਿਨੇ ਆਪਣਾ ਮਨ ਬੰਨ ਲਿਆ ਸ਼ਬਦ ਨਾਲ, ਆਪਣੀ ਜ਼ਿੰਦਗੀ ਨੂੰ ਗੁਰੂ ਨੂੰ ਦੇਤਾ, ਉਹਨਾਂ ਜੱਗ ਜਿੱਤ ਲਿਆ, ਵਾਕਈ ਜਿੱਤ ਲਿਆ। ਇੱਕ ਫਕੀਰ ਮਿਲਿਆ ਸੀ ਨਾ, ਨੰਗਾ ਪਿਆ ਰੇਤਾ 'ਚ, ਸਿਕੰਦਰ ਬਾਦਸ਼ਾਹ ਸਿੰਧ ਨਦੀ ਪਾਰ ਕਰਨ ਲੱਗਾ ਤੇ ਫਕੀਰ ਨੂੰ ਕਹਿੰਦਾ ਬਾਬਾ ਆਸ਼ੀਰਵਾਦ ਦੇ। ਕਹਿੰਦਾ ਕਿੱਥੇ ਚੱਲਿਆ ਹੋਏ? ਕਹਿੰਦਾ ਦੁਨੀਆ ਜਿੱਤਣ। ਤੇ ਉਹਨੇ ਕਿਹਾ ਦੁਨੀਆ ਜਿੱਤ ਕੇ ਕੀ ਕਰੇਗਾ? ਕਹਿੰਦਾ ਸਾਰੀ ਧਰਤੀ ਤੇ ਮੈਂ ਰਾਜ ਕਰਨਾ, ਸਾਰਿਆਂ ਨੂੰ ਕਬਜ਼ੇ 'ਚ ਲੈ ਲੈਣਾ। ਕਹਿੰਦੇ ਫੇਰ ਕੀ ਕਰੇਗਾ? ਕਹਿੰਦਾ ਫਿਰ ਮੈਂ ਰਾਜਾ ਬਣੂੰਗਾ। ਕਹਿੰਦਾ ਫੇਰ ਕੀ ਕਰੇਗਾ? ਫਿਰ ਕਹਿੰਦਾ ਮੈਂ ਸਾਰਿਆਂ ਤੇ ਹੁਕਮ ਚਲਾਊਂਗਾ। ਕਹਿੰਦਾ ਜਦੋਂ ਹੁਕਮ ਚਲਾਵੇਂਗਾ ਫੇਰ ਕੀ ਹੋਊ? ਕਹਿੰਦੇ ਫਿਰ ਮੈਨੂੰ ਖੁਸ਼ੀ ਆਊਗੀ। ਕਹਿੰਦੇ ਖੁਸ਼ੀ ਆਊ ਫੇਰ ਕੀ ਹੋਊ? ਫਿਰ ਕਹਿੰਦੇ ਮੈਨੂੰ ਸਕੂਨ ਮਿਲੂਗਾ। ਫਕੀਰ ਹੱਸ ਕੇ ਕਹਿੰਦਾ ਮੇਰੇ ਤੋਂ ਕਾਪੀ ਤੇ ਲਿਖਾ ਲਾ, ਤੈਨੂੰ ਸੁੱਖ ਨਹੀਂ ਮਿਲਣਾ, ਤੂੰ ਤੜਫਦੇ ਜਾਣਾ। ਉਹੀ ਗੱਲ ਹੋਈ। ਉਦੋਂ ਤੇ ਉਹਨੂੰ ਗੁੱਸਾ ਲੱਗਾ, ਫਕੀਰ ਨੂੰ ਮੰਦਾ ਬੋਲਿਆ। ਪਰ ਜਦੋਂ ਲੁੱਟ ਕੇ ਵਾਪਸ ਜਾ ਰਿਹਾ ਸੀ ਯੂਨਾਨ ਨੂੰ, ਤੇ ਰਸਤੇ ਦੇ ਵਿੱਚ ਐਸਾ ਕਾਰਨ ਬਣਿਆ, ਤੜਫ ਤੜਫ ਕੇ ਮੌਤ ਹੋ ਗਈ ਉਹਦੀ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਆ ਜਿਹੜੀ ਦੇਹੀ ਦਾ ਮਾਣ ਕਰਦਾ ਇਹਦਾ ਮਾਣ ਨਾ ਕਰ। ਜਿਨ੍ਹਾਂ ਨੇ ਮਨ ਜਿੱਤ ਲਿਆ ਜੱਗ ਜਿੱਤ ਲਿਆ। ਕਟ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਨਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਕਹਿੰਦੇ ਜਿਹਨੇ ਸਿਮਰਨ ਕੀਤਾ ਵਾਹਿਗੁਰੂ ਦਾ ਉਹ ਮੁਕਤਾ ਹੋ ਗਿਆ, ਉਹਦੀ ਗਤੀ ਹੋ ਗਈ। ਅੰਤਰ ਨਹੀਂ ਨਾਨਕ ਸੱਚ ਮਾਨਾ। ਕਹਿੰਦੇ ਉਹਦੇ ਵਿੱਚ ਤੇ ਰੱਬ ਦੇ ਵਿੱਚ ਕੋਈ ਫਰਕ ਨਹੀਂ। ਸੰਗਤੇ ਧੰਦੇ ਤੁਹਾਡੇ ਕੋ ਵੀ ਆ, ਪਰ ਤੁਸੀਂ ਸੋਹਣਿਓ ਕੱਢ ਕੇ ਸਮਾਂ ਆ ਗਏ ਜੇ, ਇਹ ਕੱਢਣਾ ਪੈਣਾ। ਤੇ ਜੇ ਆਪਾਂ ਕਹੀਏ ਘਰ ਦਾ ਹੀ ਕਰੀ ਜਾਈਏ, ਘਰ ਦਾ ਹੀ, ਤੇ ਘਰ ਦਾ ਕਰ ਕਰਕੇ ਕੀ ਮਿਲਣਾ? ਅੰਤ ਨੂੰ ਢੇਰੀ ਹੋ ਜਾਣਾ। ਅਗਲਿਆਂ ਨੇ ਸਭ ਕੁਝ ਸਾਂਭ ਲੈਣਾ ਤੇ ਭੋਗ ਪਾ ਕੇ ਤੇ ਸਾਰਾ ਘਰ ਧੋਣਗੇ ਫਿਰ ਪਾਣੀ ਨਾਲ। ਕਈ ਵੇਖੇ ਮੈਂ, ਮੋਟਰ ਲਾ ਕੇ ਭਈਏ ਨੂੰ ਕਹਿੰਦੇ ਕੱਲੀ ਕੱਲੀ ਗੁੱਠ ਧੋ ਦੇ, ਕਿਉਂਕਿ ਭੋਗ ਪੈ ਗਿਆ, ਸਫਾਈ ਕਰੋ। ਤੇ ਬਾਪੂ ਗਲੋਂ ਲੱਥਾ। ਉਹਦੀ ਜਿਹੜੀ ਬੈਠਕ ਹੁੰਦੀ ਨਾ ਬੁੱਢੇ ਦੀ, 50 ਕਿੱਲੇ ਬਣਾਈ ਉਹਨੇ, ਉਹਨੂੰ ਸਰਫ ਪਾ ਪਾ ਕੇ ਕਹਿੰਦੇ ਬਾਥਰੂਮ ਕਰਦਾ ਰਿਹਾ, ਇਹ 'ਚ ਅਜੇ ਵੀ ਸਮੈਲ ਆਉਂਦੀ, ਇਹਦਾ ਬੇੜਾ ਗਰਕ ਹੋ ਜੇ। ਤੇ ਬਾਪੂ ਨੂੰ ਮਹਾਰਾਜ ਦਰਗਾਹ 'ਚ ਕਹਿੰਦੇ ਹੁਣ ਵੇਲਾ, ਪਿੱਛੋਂ ਤੈਨੂੰ ਬਾਦਵੇਂ ਦਿੰਦੇ। ਕਹਿੰਦੇ ਗੰਦ ਪਾਇਆ, ਕੰਧਾਂ ਲਵੇੜਤੀਆਂ, ਰੰਗ ਕਰਾਉਣਾ ਪੈਣਾ, ਤੇ ਤੂੰ ਕਦੇ ਸੰਗਤ ਵਿੱਚ ਨਹੀਂ ਆਇਆ। ਤੂੰ ਗੁਰੂ ਨੂੰ ਵੀ ਗਾਲਾਂ ਹੀ ਕੱਢਦੇ ਨੇ। ਕਈ ਬਹੁਤ ਮੰਦਾ ਬੋਲਦੇ, ਵੱਡੇ ਕਥਾਵਾਚਕ, ਵੱਡੇ ਰਾਗੀ, ਵੱਡਾ ਗੁਰਦੁਆਰਾ, ਵੇਲੇ ਹੈਗੇ। ਮਹਾਰਾਜ ਕਹਿੰਦੇ ਆ ਜਾ ਆ ਜਾ, ਤੈਨੂੰ ਫੇਰ ਦੱਸੂਗਾ। ਤੂੰ ਸੱਚੇ ਪਾਤਸ਼ਾਹ ਮਹਾਰਾਜ ਦੀ ਕਿਰਪਾ ਕਰਦੇ। ਕਹਿੰਦੇ ਜਿਹੜਾ ਬੰਦਗੀ ਕਰਦਾ ਉਹਦੇ ਵਿੱਚ ਤੇ ਰੱਬ ਦੇ ਵਿੱਚ ਕੋਈ ਅੰਤਰ ਨਹੀਂ ਹੈ। ਭਗਤ ਭਗਵਾਨ ਜੇ ਪ੍ਰਾਨੀ ਕੈ ਨਾਹਿ ਮਾਨਾ। ਕਹਿੰਦੇ ਇੱਕ ਪਰਮੇਸ਼ਰ ਦੀ ਭਗਤੀ। ਆ ਬਚਨ ਬੜੇ ਸਖਤ ਜੀ, ਧਿਆਨ ਨਾਲ ਸੁਣਿਓ, ਬੜੇ ਸਖਤ ਬਚਨ ਕਰਤੇ ਬਾਪੂ ਨੇ। ਕਹਿੰਦੇ ਇੱਕ ਭਗਤ ਭਗਵਾਨ। ਜਿੱਥੇ ਤੱਤੇ ਨੂੰ ਸਿਹਾਰੀ ਆਵੇ ਨਾ, ਉੱਥੇ ਭਗਤੀ ਅਰਥ ਬਣਨਾ ਇਹਦਾ। ਜੇ ਤੱਤਾ ਮੁਕਤਾ ਹੁੰਦਾ ਫਿਰ ਭਗਤ ਭਗਤੀ ਕਰਨ ਵਾਲਾ। ਇੱਥੇ ਤੱਤੇ ਨੂੰ ਸਿਹਾਰੀ ਸ਼ਬਦ, ਚਲੋ ਇੰਨੇ ਤੇ ਆਪਾਂ ਵਿਦਵਾਨ ਨਹੀਂ, ਤੁਹਾਡੀ ਕਿਰਪਾ ਤਰਸ ਹੋਇਆ ਮਹਾਰਾਜ ਦਾ, ਤੇ ਮਹਾਰਾਜ ਤੋਂ ਮਾਫੀਆਂ ਮੰਗ ਲਈ ਦੀਆਂ। ਮਹਾਰਾਜ ਕਹਿੰਦੇ
ਏਕ ਭਗਤ ਭਗਵਾਨ, ਜੇ ਪ੍ਰਾਨੀ ਕਹਿ ਨਾਹੇ ਮਨ। ਕਹਿੰਦੇ ਜਿਹਨੇ ਕਦੇ ਵੀ ਵਾਹਿਗੁਰੂ ਨਹੀਂ ਨਾ ਆਖਿਆ, ਕਦੇ ਵੀ ਉਹਦੇ ਮੂੰਹ 'ਚ ਸ਼ੁਕਰ ਨਹੀਂ ਨਿਕਲਿਆ। ਹਾਂਜੀ। ਜੈਸੇ ਸ਼ੁਕਰ ਸਵਾਨਾ, ਨਾਨਕ ਮਾਨੋ ਤਾਹੇ ਤਾਨਾ। ਵਾਹਿਗੁਰੂ ਵਾਹਿਗੁਰੂ। ਧੰਨ ਮੇਰੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਉਹ ਤੇ ਸੂਰ ਆ, ਉਹ ਤੇ ਕੁੱਤਾ ਏ। ਜੈਸੇ ਸੂਕਰ ਸਵਾਨ, ਨਾਨਕ ਮਾਨੋ ਤਾਹੇ ਤਨ। ਕਹਿੰਦੇ ਜਿਸ ਜੀਵ ਨੇ ਕਦੇ ਵਾਹਿਗੁਰੂ ਨਹੀਂ ਕਿਹਾ, ਕਦੇ ਉਹਦੇ ਹੱਥ ਨਹੀਂ ਜੁੜੇ, ਉਸ ਸੂਰ ਤੇ ਕੁੱਤੇ ਦੀ ਨਿਆਈ। ਕਿਉਂਕਿ ਜਿਹੜਾ ਸੂਰ ਹੁੰਦਾ ਏ ਸਾਰੇ ਪਿੰਡ ਦਾ, ਹਾਂਜੀ ਬੋਲੋ, ਗੰਦ ਖਾਂਦਾ ਨਾ। ਤੇ ਮੈਂ ਵੀ ਇੱਦਾਂ ਹੀ ਹਾਂ। ਮੈਂ ਵੀ ਸਵੇਰੇ ਸ਼ਾਮ ਸਾਰੇ ਪਿੰਡ ਦੀਆਂ ਜਿੰਨੀਆਂ ਭੈੜੀਆਂ ਗੱਲਾਂ ਉਹ ਮੈਂ ਹੀ ਕਰਦਾ। ਗੰਦ ਹੀ ਹੈ ਵੀ ਫਲਾਣੇ ਦਾ ਨੌਂ, ਫਲਾਣੇ ਦਾ ਪੁੱਤ, ਫਲਾਣੇ ਦੀ ਧੀ। ਇਹ ਕੀ ਹੈ? ਇਹ ਗੰਦ ਜੇ। ਹੁਣ ਤੁਹਾਡੀ ਮਰਜ਼ੀ ਹੈ। ਅਜੇ ਤੇ ਆਪਾਂ ਵੀ ਖਾਂਦੇ ਹਾਂ ਤੇ ਮਹਾਰਾਜ ਅੱਗੇ ਅਰਦਾਸ ਕਰਦੇ, ਮਹਾਰਾਜ ਭੋਗ ਦੀ ਅਰਦਾਸ ਹੋਣੀ, ਸਾਨੂੰ ਵੀ ਬਦਲਦੇ ਹੁਣ, ਨਾ ਖਾਈਏ। ਦੂਜੀ ਉਦਾਹਰਨ ਲਈ ਕੁੱਤੇ ਦੀ। ਕੁੱਤਾ ਕਹਿੰਦੇ ਕੀ ਕਰਦਾ? ਘਰ ਘਰ ਜਾ ਕੇ ਪਤੀਲੇ ਚੱਟਦਾ। ਤੇ ਇਹ ਬੰਦੇ ਨੂੰ ਕੁੱਤਾ ਤਾਂ ਆਖਿਆ, ਕਹਿੰਦੇ ਇਹ ਵੀ ਪਰਾਏ ਘਰਾਂ ਵੱਲ ਵੇਂਦਾ, ਸੋਹਣੇ ਸੁਨੱਖੇ ਰੂਪ ਵੇਂਦਾ ਤੇ ਹੱਡ ਚੱਟਦਾ। ਕੁੱਤਾ ਵੇਖਿਆ ਵੀ ਹੱਡ ਖਾਲੀ, ਉਹਨੂੰ ਚੱਟੀ ਜਾਊਗਾ, ਦੰਦਾਂ 'ਚ ਲਹੂ ਨਿਕਲ ਆਉਂਦਾ। ਭਾਈ ਗੁਰਦਾਸ ਦੀ ਵਾਰ ਵੀ ਹੈ, ਮੈਨੂੰ ਵਿਸਰੀ ਹੈ। ਕਹਿੰਦੇ ਜਦੋਂ ਕੁੱਤਾ ਹੱਡ ਮੂੰਹ 'ਚ ਪਾਉਂਦਾ ਤੇ ਹੱਡ ਨੂੰ ਕੁਛ ਨਹੀਂ ਹੁੰਦਾ, ਉਹਦੇ ਨਾਲ ਕਿਹੜਾ ਮਾਸ ਹੁੰਦਾ। ਤੇ ਉਹਨੂੰ ਇਹ ਚੱਬੀ ਜਾਂਦਾ ਤੇ ਉਹਦੇ ਬੁੱਟਾਂ ਦੇ ਵਿੱਚੋਂ ਲਹੂ ਨਿਕਲਦਾ ਤੇ ਉਹ ਲਹੂ ਦਾ ਸਵਾਦ ਉਹਦੇ ਮੂੰਹ 'ਚ ਆਉਂਦਾ ਤੇ ਉਹਨੂੰ ਇੱਦਾਂ ਲੱਗਦਾ ਵੀ ਹੱਡ 'ਚੋਂ ਸਵਾਦ ਆ ਰਿਹਾ। ਇੱਦਾਂ ਮਹਾਰਾਜ ਕਹਿੰਦੇ ਜਿਹੜੇ ਰੱਬ ਤੋਂ ਟੁੱਟੇ ਆ ਨਾ, ਇਹ ਪਰਾਏ ਰੂਪ ਵੇਂਦੇ ਆ, ਪਰਾਏ ਘਰਾਂ 'ਚ ਜਾ ਕੇ ਜੀਭਾਂ ਮਾਰਦੇ ਹੱਡਾਂ ਤੇ, ਹੱਡ ਚੱਟਿਆਂ ਕਹਿੰਦੇ ਕੱਖ ਨਹੀਂ ਨਿਕਲਿਆ ਅਜੇ ਤਾਈਂ। ਆ ਨਾਭੇ ਪਟਿਆਲੇ ਦੇ ਰਾਜੇ ਭੈਣਾਂ ਬੈਠੀਆਂ ਜੀ, ਅਰਥ ਹੋ ਰਿਹਾ ਮਾਫੀ ਦਿਓ, 25 ਵਿਆਹ ਕਰਾਏ, 30 ਵਿਆਹ ਕਰਾਏ, ਇਹਨਾਂ ਹੱਡਾਂ 'ਚੋਂ ਨਿਕਲਿਆ ਕੁਝ ਨਹੀਂ ਨਿਕਲਣਾ। ਤੇ ਅੱਜ ਸਾਡੀ ਜਵਾਨੀ ਇਹਨੇ ਖਤਮ ਕੀਤੀ ਪਈ, ਜੇ ਮਾਫ ਕਰਿਓ। ਆ ਜਿੰਨੇ ਮੁੰਡੇ ਆ ਸਾਰੇ ਵਿਗੜੇ ਕਿਉਂ ਹੈ? ਕਿਉਂਕਿ ਸਾਰਾ ਚੱਕਰ ਹੀ ਇਹ ਪੈਣ ਦਿਆ। ਤੁਸੀਂ ਗੁੱਸਾ ਨਾ ਕਰਿਓ ਕਿਉਂਕਿ ਲਾਈਵ ਹੈ, ਇਹ ਕੌੜੀ ਸੱਚਾਈ ਹੈ। ਪਤਤ ਪੁਣੇ ਨੇ ਜੱਬ ਪਾ ਛੱਡਿਆ, ਨਿੱਕੇ ਨਿੱਕੇ ਮੁੰਡੇ ਕੁੜੀਆਂ। ਹੁਣ ਤੁਸੀਂ ਕਹੋਗੇ ਭਾਈ ਜੀ ਕੀ ਕਹੀ ਜਾਂਦੇ? 5ਵੀਂ 'ਚ ਸਾਡੇ ਜਵਾਕ ਪੜ੍ਹਦੇ ਤੇ ਮੈਂ ਵੀ ਲਾਗੇ ਬੈਠਾ ਤੇ ਉਹਨਾਂ ਦਾ ਪਿੱਛਾ ਸੀ। ਤੇ ਕਿੰਨੀ ਕੁ ਹੁੰਦੀ 5ਵੀਂ ਕਲਾਸ? ਤੇ ਉਹ ਕਰੇ ਤੇਰੇ ਵਾਲੀ ਆਈ ਅੱਜ, ਤੇਰੇ ਵਾਲੀ ਆਈ ਅੱਜ, ਮੇਰੇ ਵਾਲਾ ਆਇਆ। ਇੰਨਾ ਬੇੜਾ ਗਰਕ ਹੋ ਚੱਲਿਆ ਤੇ ਗਾਂਹ ਜਾ ਕੇ ਕੀ ਬਣੂਗਾ? ਇਹ ਗੁਸਤਾਖੀ ਮਾਫ ਕਰਿਓ। ਮੇਰੇ ਗੁਰੂ ਤੇਗ ਬਹਾਦਰ ਸਾਹਿਬ ਸਿਰ ਤੇ ਹੱਥ ਰੱਖਣ, ਕਹਿੰਦੇ ਜੈਸੇ ਸੂਕਰ ਸਵਾਨ, ਨਾਨਕ ਮਾਨੋ। ਕਹਿੰਦੇ ਜਿਹੜਾ ਬੰਦਗੀ ਸੇਵਾ ਸਿਮਰਨੀ ਕਰਦਾ ਉਹ ਸੂਰ ਤੇ ਕੁੱਤੇ ਦੀ ਨਿਆਈ ਹੈ। ਤੇ ਕੁੱਤਾ ਹੱਡ 'ਚ ਦੰਦ ਮਾਰ ਮਾਰ ਕੇ ਆਪਦਾ ਹੀ ਲਹੂ ਕੱਢੀ ਜਾਂਦਾ। ਇਸ ਕਰਕੇ ਇਹਨਾਂ ਵਕਾਰਾਂ 'ਚ ਸੰਗਤੇ ਲਹੂ ਆਪਦਾ ਹੀ ਸੜਨਾ, ਕੁਝ ਨਹੀਂ ਲੱਭਣਾ। ਤਾਂ ਹੀ ਮਹਾਰਾਜ ਨੇ ਗ੍ਰਸਤ ਜੀਵਨ ਦਿੱਤਾ ਵਾ ਵੀ ਵਿਆਹ ਕਰਾ ਲਾ ਤੇ ਗ੍ਰਸਤ 'ਚ ਰਹਿ ਕੇ ਮੁਕਤ ਹੋਵੇਂਗਾ, ਮੁੜ ਕੇ ਪਰਾਏ ਘਰ ਵੱਲ ਵੇਂਦਾ ਵੇਂਦਾ ਮਾਰਿਆ ਜਾਵੇਂਗਾ। ਇਹ ਖੋਲ ਕੇ ਮੈਂ ਅਰਥ ਕਰਤੇ ਆ। ਤੇ ਗੁਰੂ ਸਾਹਿਬ ਜੀ ਕਹਿੰਦੇ ਐਸਾ ਤਨ ਫਿਰ ਮਹਾਰਾਜ ਕਹਿੰਦੇ ਨਹੀਂ ਭਲਿਆ ਕੁੱਤੇ 'ਚ ਵੀ ਗੁਣ ਹੈਗੇ ਆ। ਲਓ ਜੀ, ਅਸੀਂ ਤਾਂ ਕੁੱਤੇ ਤੋਂ ਵੀ ਨੀਵੇਂ ਆ। ਬਾਪੂ ਕਹਿੰਦਾ, ਮਹਾਰਾਜ ਕਹਿੰਦੇ ਕੁੱਤੇ 'ਚ ਵੀ ਇੱਕ ਬੜਾ ਵੱਡਾ ਗੁਣ ਹੈ। ਸਵਾਮੀ ਕੋ ਗ੍ਰਹਿ ਜੋ ਸਦਾ ਸੁਹਾਣ ਤਜਤ। ਕਹਿੰਦੇ ਕੁੱਤਾ ਵੀ ਮਾਲਕ ਦਾ ਵਫਾਦਾਰ ਹੈ। ਜਿੱਥੇ ਬਿਠਾਤਾ ਸਵੇਰ ਤੋਂ ਸ਼ਾਮਾਂ ਤੱਕ, ਮਾਲਕ ਵਿਆਹ ਚਲੇ ਗਿਆ, ਉੱਥੇ ਬੀਜੀ ਹੋ ਗਿਆ, ਸਵੇਰ ਦਾ ਭੁੱਖਾ ਧਿਆਇਆ, ਉਹਦੇ ਬੂਹੇ 'ਚ ਭੌਂਕਣ ਦਿਆ, ਦੂਜੇ ਘਰ ਨਹੀਂ ਗਿਆ। ਤੇ ਅਸੀਂ ਇੱਥੇ ਅਰਦਾਸ ਕਰਾਈ, ਕਹਿੰਦੇ ਬਾਬਾ ਸੁਣਦਾ ਨਹੀਂ, ਚੱਲ ਜਠੇਰਿਆਂ ਦੇ। ਉੱਥੇ 2 ਹਫ਼ਤੇ ਗਏ, ਕਹਿੰਦੇ ਇਹ ਵੀ ਨਿਕੰਮੇ ਹੀ ਆ। ਹੁਣ ਕਹਿੰਦੇ ਕਿੱਥੇ? ਕਹਿੰਦੇ ਜਲਾਲਾਬਾਦ ਇੱਕ ਪੀਰ ਦੀ ਜਗ੍ਹਾ ਤੇ ਬਹਿੰਦਾ, ਉਹ ਬੜਾ ਕਾਲਾ ਇਲਮ ਜਾਣਦਾ। ਉਹਦੇ ਅੱਗੇ ਜਾ ਸਿਰ ਰੱਖਿਆ, ਉਹਨੇ ਸਵਾਹ ਸੂਹ ਪਾਈ, ਚੰਗੇ 76 ਫੇਰੇ, ਉੱਥੇ 2 ਚੌਂਕੀਆਂ ਲਾਈਆਂ। ਕਹਿੰਦੇ ਇਹ ਵੀ ਨਿਕੰਮਾ ਹੀ ਹੈ। ਫਿਰ ਕਹਿੰਦੇ ਪਹਾੜਾਂ ਨੂੰ ਤੁਰ ਪਏ। ਉੱਥੇ ਕਹਿੰਦੇ ਇੱਕ ਹੋਰ ਹੈਗਾ, ਭੈਰੋਂ ਦਾ ਉਪਾਸ਼ਕ ਹੈ। ਸੋ ਮਾਫ ਕਰ ਦੇਣਾ ਮਹਾਰਾਜ ਸੱਚੇ ਪਾਤਸ਼ਾਹ, ਕਹਿੰਦੇ ਉਹ ਤੇਰੇ ਤੋਂ ਕੁੱਤਾ ਹੀ ਚੰਗਾ। ਕਮ ਸੇ ਕਮ ਸਟੈਂਡ ਤੇ ਹੈਗਾ ਉਹਦਾ, ਉਹਨੂੰ ਮਾਲਕ ਰੋਟੀ ਦਵੇ, ਪਾਣੀ ਨਾ ਦਵੇ, ਡੰਡੇ ਮਾਰੇ,
ਮਰਨੀ ਮਰ ਜਾਣਗੇ ਜਿਹੜੇ ਕੁੱਤੇ ਵਫਾਦਾਰ। ਗਵਾਂਢੀ ਦੇ ਘਰ ਰੋਟੀ ਖਾਣ ਨਹੀਂ ਜਾਂਦੇ। ਕਹਿੰਦੇ ਸਿੱਖਾ ਤੂੰ ਪੁੱਤ ਹੋ ਕੇ ਗੁਰੂ ਗੋਬਿੰਦ ਸਿੰਘ ਦਾ ਕਿੱਥੇ ਕਿੱਥੇ ਤੁਰਿਆ ਫਿਰਦਾ ਓਏ, ਤੂੰ ਕੀ ਲੈਣਾ ਏ? ਤੂੰ ਆਪ ਬਚਨ ਪਿਆਰੇ ਸਮਝ ਲਿਓ ਸਾਧ ਸੰਗਤ ਜੀ। ਮਹਾਰਾਜ ਕਹਿੰਦੇ ਕੁੱਤੇ ਦੇ ਵਿੱਚ ਵੀ ਬਖਸ਼ਿਸ਼ ਹੈ। ਕੁੱਤਾ ਮਾਲਕ ਦਾ ਦਰ ਨਹੀਂ ਛੱਡਦਾ ਤੇ ਆਪਾਂ ਕਦੇ ਦਰ ਮੱਲਿਆ ਹੀ ਨਹੀਂ। ਆਪਾਂ ਮਾਸੀ ਕੋ 2 ਘੰਟੇ, ਚਾਚੀ ਕੋ 3 ਘੰਟੇ, ਅਮਰੀਕਾ ਵਾਲੇ ਆਏ 15 ਦਿਨ ਉਹਨਾਂ ਨਾਲ ਫਿਰਦਾ ਰਿਹਾ। ਗੁਰੂ ਗ੍ਰੰਥ ਸਾਹਿਬ ਦਾ ਪਾਠ ਚੱਲਦਾ 2 ਮਿੰਟ ਨਹੀਂ ਬਹਿੰਦਾ, ਭੱਜ ਕੇ ਬਾਹਰ ਨੂੰ ਜਾਂਦਾ, ਤਕੜਿਆਂ ਹੋ ਕੇ ਆਖੋ ਸਤਨਾਮ। ਤੁਮਾਰੇ ਕਹਿੰਦੇ ਕੂਕਰ ਆਪਣਾ ਵਫਾ ਨਿਭਾਉਂਦਾ, ਇੱਕ ਰੋਟੀ ਬਦਲੇ ਦਿਨੇ ਰਾਤ ਬੂਹੇ ਤੇ ਬਹਿੰਦਾ। ਤੈਨੂੰ ਮਾਰੇ ਨੇ ਪੁੱਤ ਦਿੱਤਾ, ਦੁੱਧ ਦਿੱਤਾ, ਵੀਜੇ ਦਿੱਤੇ, ਟਰਾਲੇ ਦਿੱਤੇ, ਇੰਨਾ ਕੁਝ ਦਿੱਤਾ ਤੇ ਤੂੰ ਗੁਰੂ ਗ੍ਰੰਥ ਸਾਹਿਬ ਕੋ ਬੈਠਾ ਹੀ ਨਹੀਂ। ਕਦੇ ਤੂੰ ਪਿਆਰ ਦੇ ਨਾਲ ਆਖਿਆ ਵੀ ਭਾਈ ਸਾਹਿਬ ਜੀ ਸ਼ਬਦ ਸੁਣਾਓ, ਕਾਲੀ ਨਾ ਕਰਿਓ, ਮੈਂ ਆਨੰਦ ਲੈਣਾ। ਜਦੋਂ ਵੇਖੋ ਘਰਾਂ 'ਚ ਜਾਈਦਾ, ਬਾਬਾ ਜੀ ਛੇਤੀ ਕਰ ਦਿਓ, ਬਾਬਾ ਜੀ ਛੇਤੀ ਕਰ ਦਿਓ। ਛੇਤੀ ਨੇ ਪਤਾ ਨਹੀਂ ਕਿੱਥੇ ਤੱਕ ਲੈ ਜਾਣਾ। ਤੋ ਮਹਾਰਾਜ ਸਾਹਿਬ ਜੀ ਕਹਿੰਦੇ ਇੱਕ ਕੂਕਰ 'ਚ ਵੀ ਗੁਣ ਹਨ। ਇੱਕ ਮਨ ਹੋਏ ਚਿੱਤ। ਮਹਾਰਾਜ ਕਹਿੰਦੇ ਜਿੱਦਾਂ ਕੂਕਰ ਇੱਕ ਮਨ ਚਿੱਤ ਹੋ ਕੇ ਮਾਲਕ ਦੇ ਘਰ ਰਹਿੰਦਾ, ਉਹਦੀ ਵਫਾਦਾਰੀ ਕਰਦਾ, ਕਿਤੇ ਤੂੰ ਵੀ ਮਾਲਕ ਦਾ ਵਫਾਦਾਰ ਹੋ ਜਾ। ਕਿਤੇ ਆਪਣੇ ਪਿਆਰੇ ਹੈਗੇ ਸਿੱਖ ਵਫਾਦਾਰ, ਖੋਪਰੀ ਲਾਤੀ ਭਾਈ ਤਾਰੂ ਸਿੰਘ ਦੀ, ਹਿੱਲਿਆ ਥੋੜਾ। ਬੰਦ ਕੱਢਤਾ ਮਣੀ ਸਿੰਘ ਦਾ, ਹਿੱਲਿਆ ਥੋੜਾ। ਪੁੱਠੀ ਖੱਲ ਲਾਤੀ ਲਛਮਣ ਸਿੰਘ ਦੀ, ਕਿਤੇ ਚੀਕ ਥੋੜਾ ਮਾਰੀ। ਸਾਹਿਬਜ਼ਾਦਿਆਂ ਦੇ ਗੋਡੇ ਛਿਲਤੇ ਮਾਰ ਕੇ ਤੇ ਸੀ ਉਹ ਫਤਿਹਗੜ੍ਹ ਸਾਹਿਬ, ਕਿਤੇ ਚੀਕ ਥੋੜਾ ਮਾਰੀ ਸਾਹਿਬਜ਼ਾਦਿਆਂ, ਨਿੱਕੇ ਜਿਹੇ ਸੀ ਨਾਲੇ, ਵੱਡੀਆਂ ਕੁਰਬਾਨੀਆਂ। ਫਿਰ ਉਹਨਾਂ ਦੀਆਂ ਸਾਹ ਰਗਾਂ ਵੱਢਣ ਲੱਗੇ, ਕਹਿੰਦੇ ਪੁੱਤ ਅਜੇ ਵੀ ਮੌਕਾ ਜੇ, ਛੱਡ ਦਿਓ ਸਿੱਖੀ। ਸਾਹਿਬਜ਼ਾਦੇ ਉਦੋਂ ਅੱਧ ਬੇਹੋਸ਼ੇ ਸੀ, ਸਿਰ ਹਿਲਾਤਾ ਪਰ ਬੋਲਿਆ ਨਹੀਂ ਗਿਆ। ਇਹਨੂੰ ਕਹਿੰਦੇ ਦਰਦਾ ਹੋ ਜਾਣਾ। ਗੁਰੂ ਤੇਗ ਬਹਾਦਰ ਸਾਹਿਬ ਜਿਹੜੇ ਬਾਣੀ ਲਿਖ ਰਹੇ, ਉਹਨਾਂ ਵੀ ਚਾਂਦਨੀ ਚੌਕ ਛੱਡਿਆ ਥੋੜਾ। ਜਦੋਂ ਨੰਗੀ ਸਰਰ ਕਰਦੀ ਤੇਗ ਕੱਢੀ ਜਲਾਲਦੀਨ ਨੇ, ਬਾਬਾ ਕਾਇਮ ਹੋ ਜਾ। ਮਹਾਰਾਜ ਕਹਿੰਦੇ ਤੂੰ ਚੰਗੀ ਤਰ੍ਹਾਂ ਤਿੱਖੀ ਤੁੱਖੀ ਕਰ ਲੈ, ਕਿਤੇ ਰਾਹ ਨਾ ਰਹਿ ਜੇ। ਇੱਧਰ ਤਿਆਰੀ ਕਰਕੇ ਬੈਠੇ ਐ, ਤੇਰਾ ਦਾਦਾ ਜਲਾਦ, ਬਾਬਾ ਜਲਾਦ, ਤੇਰੀ ਪੀੜ੍ਹੀ ਜਲਾਦਾਂ ਦੀ ਤੇ ਸਾਡੀ ਪੀੜ੍ਹੀ ਸ਼ਹੀਦਾਂ ਦੀ ਹੈ। ਇਹ ਬੋਲ ਸੀ ਗੁਰੂ ਤੇਗ ਬਹਾਦਰ ਸਾਹਿਬ ਦੇ, ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਦੇ ਦਾਦਾ ਜੀ ਲੱਗਦੇ ਹੈ, ਜਿਨ੍ਹਾਂ ਦੇ ਦਰਬਾਰ 'ਚ ਆਪਾਂ ਇਸ ਵੇਲੇ ਬੈਠੇ ਹਾਂ। ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦਾਦਾ ਜੀ ਲੱਗਦੇ, ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਦੇ ਸਭ ਤੋਂ ਛੋਟੇ ਭੁਜੰਗੀ ਹੈ ਗੁਰੂ ਤੇਗ ਬਹਾਦਰ ਸਾਹਿਬ। ਤੇ ਕਹਿੰਦੇ ਸਾਡੀ ਪੀੜ੍ਹੀ ਸ਼ਹੀਦਾਂ ਦੀ, ਅੱਗੇ ਵੀ ਸਾਡਾ ਵਾਹ ਪਿਆ, ਗੱਲ ਕੋਈ ਨਹੀਂ। ਅੱਜ ਵੀ ਜਿਹੜੇ ਗੁਰੂ ਵਾਲੇ ਬਣ ਜਾਂਦੇ ਉਹ ਤੇ ਪ੍ਰਵਾਹ ਕੋ ਨਹੀਂ ਕਰਦੇ, ਉਹ ਇੱਕ ਦਿਨ ਤੇ ਜਾਣਾ ਹੀ ਹੈ, ਪਤਾ ਤਾਂ ਘੜੀ ਦਾ ਨਹੀਂ। ਤੇ ਮਹਾਰਾਜ ਸਾਹਿਬ ਜੀ ਕਹਿੰਦੇ ਏਦਾਂ ਵਫਾਦਾਰ ਹੋ। ਤੀਰਥ ਭਗਤ ਅਰਦਾਨ ਕਰ, ਮਨ ਮਹਿ ਕਰੈ ਗਮਾਨਾ। ਕਹਿੰਦੇ ਜਿਹੜਾ ਬੰਦਾ ਤੀਰਥਾਂ ਤੇ ਜਾ ਕੇ ਵਰਤ ਰੱਖ ਕੇ ਤੇ ਮਨ ਦੇ ਵਿੱਚ ਮਾਣ ਗੁਮਾਨ ਕਰਦਾ ਹੈ ਕਿ ਮੈਂ ਇੰਨਾ ਚੌਂਕੜਾ ਮਾਰਿਆ, ਮੈਂ ਇੰਨੇ ਸਰੋਵਰਾਂ ਤੇ ਗਿਆ। ਕਈ ਕਹਿਣਗੇ ਮੈਂ 5 ਵਾਰੀ ਹਜ਼ੂਰ ਸਾਹਿਬ ਗਿਆ, ਮੈਂ 30 ਵਾਰੀ ਹਰਿਮੰਦਰ ਸਾਹਿਬ ਗਿਆ, ਮੈਂ ਹੇਮਕੁੰਟ 6 ਵਾਰੀ ਗਿਆ। ਕਹਿੰਦੇ ਗਿਆ ਹੀ ਹੈ, ਗੁਰੂ ਤੇ ਨਹੀਂ ਮਿਲਿਆ। ਆਖੋ ਸਤਿਨਾਮ। ਹੁਣ ਇੱਥੇ ਮੈਨੂੰ ਵੀ 10 ਸਾਲ ਹੋ ਹੀ ਗਏ, ਉੱਦਾਂ ਦਾ ਹੀ ਆ ਜਿੱਦਾਂ ਦਾ ਪਹਿਲਾਂ ਸੀ। ਨਾ ਮੇਰੇ ਮੁੱਖ 'ਚ ਮਿਠਾਸ ਆਈ, ਨਾ ਮੈਂ ਝੂਠ ਛੱਡਿਆ ਹੀ, ਨਾ ਮੈਂ ਚੁਗਲੀਆਂ ਛੱਡੀਆਂ ਹੀ, ਨਾ ਮੈਂ ਪਰਾਇਆ ਹੱਕ ਛੱਡਿਆ ਹੀ, ਨਾ ਮੈਂ ਪਰਾਇਆ ਰੂਪ ਵੇਖਣਾ ਹੀ ਛੱਡਿਆ, ਨਾ ਮੈਂ ਕਿਸੇ ਦੇ ਘਰ ਦੀ ਮੈਲ ਧੋਣੀ ਛੱਡੀ। ਮੈਂ ਵੀ ਤੇ ਉੱਥੇ ਹੀ ਹਾਂ। ਤਰੱਕੀ ਨਹੀਂ ਨਾ ਹੋ ਰਹੀ ਆਪਣੀ। ਕਹਿ ਦਿੰਦੇ ਅਸੀਂ ਬੜੇ ਤਕੜੇ ਸਿੱਖ ਹਾਂ, ਤੇ ਜੇ ਸਿੱਖ ਦੀ ਡੈਫੀਨੇਸ਼ਨ ਪੁੱਛ ਲਈ, ਕਹਿੰਦਾ ਮੈਨੂੰ ਨਹੀਂ ਪਤਾ, ਬਾਬੇ ਨੂੰ ਪੁੱਛ ਲਓ। ਇੱਕ ਬੰਦਾ ਕਹਿੰਦਾ ਮੈਂ 50 ਸਾਲ ਪ੍ਰਧਾਨਗੀ ਕੀਤੀ, ਅਸੀਂ ਕਿਤੇ ਨਿਆਣੇ ਆ। ਮੈਂ ਕਿਹਾ ਅੱਛਾ। ਕਹਿੰਦਾ ਜਿੰਨੀ ਕਾਕਾ ਤੇਰੀ ਉਮਰ ਆ, ਮੇਰਾ ਤਜਰਬਾ ਇੰਨਾ। ਤੇਰੀ 30 ਸਾਲ ਉਮਰ ਆ, ਕਿਤੇ ਸਿੰਘ ਫਸ ਗਏ ਕਥਾ 'ਚ। ਕਹਿੰਦਾ ਮੈਨੂੰ 50 ਸਾਲ ਹੋ ਗਏ ਪ੍ਰਧਾਨਗੀ ਕਰਦੇ ਨੂੰ ਗੁਰਦੁਆਰੇ ਦੀ, ਤੇ ਕਾਕਾ ਤੇਰੀ ਉਮਰ ਹੀ 30 ਸਾਲ ਆ, ਸਾਡੇ ਤਜਰਬੇ। ਸੰਗਤ ਉੱਥੇ ਬੈਠੀ, ਸਾਰੀ ਸੰਗਤ 'ਚ ਮੈਂ ਮੈਕ ਫੜ ਲਿਆ। ਮੈਂ ਕਿਹਾ ਵੀ ਚਲੋ ਸੰਗਤੇ, ਮੈਂ ਤੇ ਬੱਚਾ ਏ, ਤੇ ਪ੍ਰਧਾਨ ਸਾਹਿਬ ਨੂੰ ਇਹ ਗੱਲ ਕਹਿਣਾ ਵੀ 50 ਸਾਲ ਹੋ ਗਏ ਪ੍ਰਧਾਨਗੀ ਕਰਦੇ ਨੂੰ, ਤੇ ਮੂਲ ਮੰਤਰ ਦੇ ਮੈਨੂੰ ਅਰਥ ਸੁਣਾ ਦੇ ਬਸ। ਮੈਂ ਹੋਰ ਕੁਝ ਨਹੀਂ ਸੁਣਨਾ, ਮੈਨੂੰ ਇੱਕ ਓਂਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਦੇ ਅਰਥ ਸੁਣਾ ਦੇ। ਜੇ ਸੁਣਾ ਗਏ ਭਾਈ ਸਾਹਿਬ ਤੇ ਮੈਂ ਇਹਨਾਂ ਦੇ ਪੈਰਾਂ ਤੇ ਮੱਥਾ ਟੇਕ ਦੂੰ।
ਕਈ ਕਹਿੰਦੇ ਤੁਸੀਂ ਇਹ ਕੀ ਕਹੀ ਜਾਂਦੇ। ਮੈਂ ਕਿਹਾ ਮੇਰਾ ਗੁਰੂ ਕਹਿੰਦਾ ਜੋ ਦੀਸੈ ਗੁਰ ਸਿੱਖੜਾ ਤਿਸ ਨਿਵ ਨਿਵ ਲਾਗੋਂ ਪਾਏ ਜੀਓ। ਅਰਥ ਕਰੇ ਤੇ ਸਹੀ, ਮੈਂ ਪੈਰਾਂ ਤੇ ਸਿਰ ਰੱਖ ਦੂੰ, ਮੈਨੂੰ ਕੋਈ ਅਰਜ਼ ਨਹੀਂ, ਕਿਉਂਕਿ ਮੇਰੇ ਗੁਰੂ ਨੇ ਕਿਹਾ ਏ ਕੋਈ ਜਨ ਹਰਿ ਸਿਉ ਦੇਵੈ ਜੋਰ, ਚਰਨ ਗਹੋਂ ਬਕੋਂ ਸੁਭ ਰਸਨਾ ਦੀਜੈ। ਗੁਰੂ ਤੇ ਕਹਿੰਦਾ ਮੈਨੂੰ ਸਵਾਸ ਦੇਣੇ ਪੈਣ ਸਿੱਖ ਵਾਸਤੇ, ਮੈਂ ਦੇ ਦੂੰਗਾ। ਸਾਡੇ ਵਾਂਗੂ ਥੋੜਾ ਵੀ ਜਿਹੜਾ ਗੰਦੇ ਗੀਤ ਗਾਵੇ 5 ਲੱਖ, ਤੇ ਜਿਹਨੇ ਕੀਰਤਨ ਸੁਣਾਇਆ 10 ਰੁਪਏ ਪਾਟੇ ਅੱਗੇ ਰੱਖਦੇ। ਪੁੱਛੋ ਗੁਰੂ ਅਰਜਨ ਸਾਹਿਬ ਕੀ ਭੇਟਾ ਦਿੰਦੇ ਕੀਰਤਨ ਕਥਾ ਦੀ। ਫੇਰ ਬੋਲ ਦਿੰਨਾ ਏ ਕੋਈ ਜਨ, ਆਮ ਹੀ ਪੰਗਾ ਪੈਂਦਾ ਕਿਤੇ ਵੇਖ ਲੋ ਵਿਆਹ ਸ਼ਾਦੀ, ਗਿਆਨੀ ਜੀ ਕੀ ਸੇਵਾ 2100 ਨਹੀਂ ਜ਼ਿਆਦਾ। ਦੂਜੇ ਪਾਸੇ ਡੀਜੇ ਭਾਵੇਂ 50,000 ਲੈਣ 1.5 ਲੱਖ ਆਉਣ ਦਿਓ। ਪਰ ਮੇਰੇ ਗੁਰੂ ਅਰਜਨ ਸਾਹਿਬ ਨੇ ਭੇਟਾ ਲਿਖੀ ਗੁਰੂ ਗ੍ਰੰਥ ਸਾਹਿਬ ਚ ਰੱਬ ਦੇ ਪਿਆਰਿਆਂ ਦੀ। ਕੀ ਲਿਖਦੇ? ਕਹਿੰਦੇ ਕੋਈ ਜਨ ਹਰਿ ਸਿਉ ਦੇਵੈ, ਜਿਹੜਾ ਤੁਹਾਨੂੰ ਰੱਬ ਦੇ ਘਰ ਦੀ ਗੱਲ ਸੁਣਾਉਂਦਾ ਜੋੜਦਾ ਏ, ਉਹਨੂੰ ਕੀ ਭੇਟਾ ਦੇਣੀ? ਕਹਿੰਦੇ ਸਭ ਤੋਂ ਪਹਿਲਾਂ ਚਰਨ ਗਹੋ, ਉਹਦੇ ਪੈਰੀਂ ਹੱਥ ਲਾਓ, ਸਤਿਕਾਰ ਕਰੋ ਉਹਦਾ ਜੇ ਕੁਝ ਲੈਣਾ ਜੀ। ਚਰਨ ਗਹੋ ਬਕੋ ਸੁਭ ਰਸਨਾ, ਪਹਿਲਾਂ ਉਹਦੇ ਪੈਰੀਂ ਹੱਥ ਲਾਓ ਤੇ ਫਿਰ ਆਪਣੀ ਜ਼ੁਬਾਨ ਚ ਵਖੋ ਭਾਈ ਸਾਹਿਬ ਜੀ ਜੀ ਆਇਆਂ ਨੂੰ। ਬਹੁਤ ਸੰਗਤਾਂ ਹੈਗੀਆਂ ਏਦਾਂ ਦੀਆਂ, ਜੀ ਆਇਆਂ ਨੂੰ ਭਾਈ ਸਾਹਿਬ, ਸਾਡਾ ਘਰ ਭਾਗਾਂ ਵਾਲਾ, ਤੁਸੀਂ ਚਰਨ ਪਾਏ। ਏਦਾਂ ਦੇ ਹੈਗੇ ਆ ਕੋਲ ਬੈਠੇ ਭਾਈ ਸਾਹਿਬ ਮੇਰੇ, ਜੀ ਆਇਆਂ ਨੂੰ ਗੁਰੂ ਕੇ ਪਿਆਰਿਓ। ਗੁਰੂ ਅਰਜਨ ਸਾਹਿਬ ਮੈਂ ਕੋਲੋਂ ਨਹੀਂ ਕੁਝ ਬੋਲਣ ਦਿਆ ਆਪਣੇ ਸ਼ਾਨ ਵਿੱਚ, ਮੇਰੇ ਗੁਰੂ ਅਰਜਨ ਸਾਹਿਬ ਨੇ ਸਾਡਾ ਸਤਿਕਾਰ ਲਿਖਿਆ ਗੁਰੂ ਗ੍ਰੰਥ ਸਾਹਿਬ ਚ। ਮਹਾਰਾਜ ਕਹਿੰਦੇ ਚਰਨ ਗਹੋਂ ਪੈਰੀਂ ਹੱਥ ਲਾਵਾਂ। ਸਵੇਰ ਦੀ ਨਿਤਨੇਮ ਕੀਤਾ, ਕਥਾ ਕੀਤੀ ਹੈ। ਸਾਡੇ ਵਾਲੇ ਕਿਹੜਾ ਕਿਸੇ ਨੇ ਪੈਰੀਂ ਹੱਥ ਲਾਉਣੇ, ਦਬਕੇ ਭਾਵੇਂ ਮਾਰ ਦੇਣਾ। ਗੁਰੂ ਅਰਜਨ ਸਾਹਿਬ ਦੇ ਘਰ ਰਹਿ ਕੇ ਅਸੀਂ ਸਮਝ ਨਹੀਂ ਸਕੇ। ਅਸੀਂ ਇਹ ਨਹੀਂ ਵੇਖਿਆ ਵੀ ਇਸ ਕਦੋਂ ਦੇ ਉੱਠੇ ਆ, ਅਸੀਂ ਕਿੱਦਾਂ ਇਹਨਾਂ ਨਾਲ ਬੋਲਣਾ। ਆਖੋ ਸਭ ਮੈਂ ਸੱਚ ਕਹਿਣਾ, ਮੈਂ ਕਿਸੇ ਦਾ ਨਾਂ ਨਹੀਂ ਲੈਂਦਾ, ਸਮੁੱਚਾ ਹੀ ਕਹਿਣਾ। ਇਹ ਨਹੀਂ ਵੇਖਣਾ ਵੀ ਇਹ ਜੀਵ ਦੀ ਕੀ ਆ, ਉਸੇ ਵੇਲੇ ਗਾਲਾਂ ਕੱਢਣ ਲੱਗ ਪੈਣੀਆਂ, ਦਬਕੇ ਮਾਰਨ ਲੱਗ ਪੈਣੇ, ਰੋਬ ਜਮਾਉਣ ਲੱਗ ਪੈਣਾ। ਕੋਈ ਨਹੀਂ, ਫਿਰ ਅਸੀਂ ਤੇ ਚੁੱਪ ਹੀ ਰਹਿਣਾ, ਸਾਡਾ ਬਾਪੂ ਤੇ ਫਿਰ ਵੇਂਦਾ ਹੀ ਆ। ਆਖੋ ਸਤਿਨਾਮ। ਤੇ ਇਸ ਕਰਕੇ ਮਹਾਰਾਜ ਕਹਿੰਦੇ ਚਰਨ ਗਹੋ ਬਕੋ ਸੁਭ ਰਸਨਾ, ਉਹਦੇ ਪੈਰ ਫੜੋ, ਉਹਦਾ ਧੰਨਵਾਦ ਕਰੋ। ਤੇ ਤੀਜਾ ਕੰਮ ਹੁੰਦਾ ਭੇਟਾ। ਵੇਖੋ ਗੁਰੂ ਅਰਜਨ ਸਾਹਿਬ ਨੇ ਕਿੱਦਾਂ ਚੇਂਜ ਕੀਤੀ ਸਿਲੈਕਟ ਚੀਜ਼, ਵੀ ਪਹਿਲਾਂ ਜੀ ਆਇਆਂ ਕਹਿਣਾ, ਫਿਰ ਪੈਰੀਂ ਹੱਥ ਲਾ ਦੇਣਾ, ਤੇ ਫਿਰ ਧੰਨਵਾਦ। ਤੇ ਤੀਜਾ ਬਚਨ ਹੁੰਦਾ ਗਿਆਨੀ ਜੀ ਕੀ ਸੇਵਾ ਦਈਏ। ਤੇ ਮਹਾਰਾਜ ਨੇ ਉਦਾਂ ਦੇ ਸ਼ਬਦ ਚੁਣੇ, ਚਰਨ ਗਹੋਂ ਬਕੋ ਸੁਭ ਰਸਨਾ। ਫਿਰ ਆਪਣੀ ਜ਼ੁਬਾਨ ਤੋਂ ਕਿਹਾ ਵੀ ਜੀ ਆਇਆਂ ਨੂੰ, ਸਾਡੇ ਘਰ ਜੀ ਆਇਆਂ ਨੂੰ। ਤੇ ਤੀਜੀ ਗੱਲ ਹੁੰਦੀ ਫਿਰ ਜਦੋਂ ਬੁਲਾਰੇ ਦੀ, ਵੀ ਬਾਬਾ ਜੀ ਹੁਣ ਚੱਲੇ ਆ, ਕਹਿੰਦੇ ਭਾਈ ਸਾਹਿਬ ਕੀ ਸੇਵਾ ਦਈਏ। ਹੁਣ ਇੱਥੇ ਗੁਰੂ ਅਰਜਨ ਸਾਹਿਬ ਨੇ ਤੀਜਾ ਬਚਨ ਕੀਤਾ, ਕਹਿੰਦੇ ਕੀ ਸੇਵਾ? ਕਹਿੰਦੇ ਦੀਜੈ ਹੈ ਪ੍ਰਾਣ, ਮੈਂ ਆਪਣੇ ਸਵਾਸ ਵੀ ਸਿੱਖਾ ਤੇਰੇ ਅੱਗੇ ਕੱਢ ਕੇ ਰੱਖ ਦਿਆਂ। ਤੇ ਗੁਰੂ ਹਰਗੋਬਿੰਦ ਸਾਹਿਬ ਨੇ ਇਹ ਬੋਲ ਸੱਚ ਕੀਤੇ। ਜਪਜੀ ਸਾਹਿਬ ਦਾ ਪਾਠ ਸੁਣਾਇਆ ਭਾਈ ਗੋਪਾਲੇ ਨੇ, ਕੱਲਾ ਲਿਖਿਆ ਹੀ ਨਹੀਂ, ਬਾਣੀ ਚ ਸਤਿਕਾਰ ਕੀਤਾ ਵੀ ਹੈ। ਉਹਦਾ ਕਾਰਨ ਇਹ ਸੀ, ਮਹਾਰਾਜ ਨੂੰ ਪਤਾ ਜਦੋਂ ਪੁੱਤ ਤੁਸੀਂ ਗ੍ਰੰਥੀਆਂ ਰਾਗੀਆਂ ਢਾਡੀਆਂ ਦਾ ਸਤਿਕਾਰ ਛੱਡਤਾ ਤੇ ਕੌਮ ਡੁੱਬ ਜਾਣੀ ਹੈ। ਜਦੋਂ ਬਾਪੂ ਸਤਿਕਾਰ ਕਰੂ, ਨਿੱਕੇ ਨਿੱਕੇ ਪੋਤਰੇ ਪੁੱਛਣਗੇ ਪਾਪਾ ਜੀ ਇਹ ਕੌਣ ਆ ਕੁੜਤੇ ਪਜਾਮੇ ਵਾਲਾ, ਗਾਤਰੇ ਵਾਲਾ, ਤੁਸੀਂ ਇਹਨੂੰ ਕਾਹਤੋਂ ਪਿਆਰ ਕਰਦੇ? ਤੇ ਉਹ ਕਹੂਗਾ ਪੁੱਤ ਇਹ ਗੁਰੂ ਗ੍ਰੰਥ ਸਾਹਿਬ ਦੀ ਗੋਦੀ ਚ ਬਹਿਣ ਵਾਲੇ ਆ, ਇਹ ਬਾਣੀ ਪੜ੍ਹ ਕੇ ਸੁਣਾਉਣ ਵਾਲੇ। ਤੇ ਜਦੋਂ ਅਸੀਂ ਕਹਣਾ ਓਏ ਬਾਬਾ ਸ਼ਰਮ ਲਾਈ, ਤੂੰ 11 ਵੱਜ ਗਏ ਤੇ ਤੂੰ ਕਿੱਥੋਂ ਆਇਆ? ਤੇ ਜਵਾਕਾਂ ਨੇ ਤੇ ਮਗਰੋਂ ਫਿਰ ਗਾਲਾਂ ਕੱਢਣਗੀਆਂ ਹੀ ਆ। ਇਹ ਮਹਾਰਾਜ ਨੇ ਤਾਂ ਪਤਾ ਸੀ ਮਹਾਰਾਜ ਨੂੰ ਵੀ ਇਹ ਵਜ਼ੀਰੀ ਦਾ ਰੁਤਬਾ ਬੜਾ ਵੱਡਾ ਹੈ। ਅੱਜ ਕੱਖਾਂ ਤੋਂ ਹੌਲਾ ਕਰਕੇ ਰੱਖ ਦਿੱਤਾ। ਆਖੋ ਸਤਿਨਾਮ। ਅੱਜ ਉਹ ਬੰਦਾ ਹੁਕਮ ਚਲਾਉਂਦਾ ਹੈ ਜਿਹਨੂੰ ਮੂਲ ਮੰਤਰ ਦੇ। ਮੈਂ ਕਿਹਾ ਕਰ, ਕਹਿੰਦਾ ਅਸੀਂ ਕਿਤੇ ਓਦਾਂ। ਮੈਂ ਕਿਹਾ ਵੀ ਓਦਾਂ ਕੀ? ਮੈਂ ਕਿਹਾ ਸੰਗਤ ਬੈਠੀ, ਤੂੰ ਗਲਤ ਬੋਲਿਆ ਤੇ ਤੂੰ ਅਰਥ ਕਰਦੇ ਮੂਲ ਮੰਤਰ ਦੇ, ਤੇ ਜੇ ਕਰ ਦੇਂਗਾ ਤੇ ਸਾਰਿਆਂ ਸਾਹਮਣੇ ਉਹਨੂੰ ਨਹੀਂ ਆਏ। ਚੁੱਪ ਕਰਕੇ ਤੇ ਉਧਰ ਦੀ ਹੋ ਗਿਆ ਜਿਹੜਾ ਕਹਿੰਦਾ ਸੀ ਕਾਕਾ ਜਿੰਨੀ ਤੇਰੀ ਉਮਰ ਸਾਡੇ ਤਜਰਬੇ ਹੀ ਇੰਨੇ। ਤੇ ਇੱਥੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੀਰਥ ਵਰਤ ਅਰਦਾਨ ਕਰ, ਮਨ ਮੈਂ ਧਰੇ ਗੁਮਾਨ, ਕਦੇ ਆਪਣੇ ਮਨ ਚ ਹੰਕਾਰ ਨਾ ਕਰੀ, ਜਦੋਂ ਵੀ ਬੋਲੀ ਤੇ ਮਿੱਠਾ ਬੋਲੀ। ਨਾਨਕੇ ਬਿਦ ਹਰ ਕਰੋ, ਇੱਕ ਮਨ ਹੋਏ ਇੱਕ ਚਿੱਤ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਕਿ ਨਾਨਕ ਨੇ ਫਲ ਜਾਤ ਤੇ ਜਿਉਂ ਕੁੰਚਰ ਇਸ਼ਨਾਨ। ਇਹ ਰਹਿ ਗਿਆ ਹੈ ਆਪਾਂ। ਮਹਾਰਾਜ ਕਹਿੰਦੇ ਜਿਹੜਾ ਬੰਦਾ ਹੰਕਾਰ ਮਾਣ ਕਰਦਾ ਸੇਵਾ ਸਿਮਰਨ ਕਰਕੇ, ਉਹ ਏਦਾਂ ਦਾ ਹੈ ਜਿਸ ਤਰ੍ਹਾਂ ਇੱਕ ਹਾਥੀ ਨੂੰ, ਕੁੰਚਰ ਕਹਿੰਦੇ ਹਾਥੀ ਨੂੰ, ਕਹਿੰਦੇ ਹਾਥੀ ਨੂੰ ਨਵਾਇਆ ਹੋਵੇ ਤੇ ਬਾਹਰ ਨਿਕਲ ਕੇ ਫੇਰ ਸਿਰ 'ਚ ਸਵਾਹ ਪਾ ਲੈਂਦਾ, ਸੁੰਡ ਭਰ ਕੇ ਮਿੱਟੀ ਪਾ ਲੈਂਦਾ। ਕਹਿੰਦੇ ਏਦਾਂ ਦੇ ਲੋਕ ਹੈ ਜਿਹੜੇ ਧਾਰਮਿਕ ਸਥਾਨਾਂ ਤੇ ਜਾਂਦੇ ਜ਼ਰੂਰ ਆ, ਮੱਥਾ ਵੀ ਟੇਕਦੇ, ਇਸ਼ਨਾਨ ਵੀ ਕਰਦੇ ਆ, ਪਰ ਸਥਾਨ ਤੋਂ ਬਾਹਰ ਨਿਕਲਦਿਆਂ ਹੀ ਹਾਥੀ ਵਾਂਗੂ ਫੇਰ ਖੇ ਸਵਾਹ ਸਿਰ 'ਚ ਪਾ ਲੈਂਦੇ।
ਵੇਖੋ ਕਿੱਡੇ ਕਿੱਡੇ ਕੀਮਤੀ ਸ਼ਬਦ ਰੱਖੇ ਮਹਾਰਾਜ ਨੇ। ਕੋਲੋਂ ਕੁਝ ਨਹੀਂ ਕਵਾਂਗਾ ਸੰਗਤ ਜੀ, ਤੁਸੀਂ ਸਰੋਤੇ ਹੋ, ਤੁਸੀਂ ਆਪ ਬਾਣੀ ਪੜ੍ਹ ਸਕਦੇ ਹੋ। ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਹਨ। ਪਗ ਡਗਮਗ ਨੈਣ ਜੋਤ ਤੇ ਨਾਮ। ਕਹਿੰਦੇ ਹੁਣ ਬੁੱਢਾ ਹੋ ਗਿਆ, ਸਿਰ ਲੱਗ ਪਿਆ ਘੁੰਮਣ, ਪੱਗ ਡਗਮਗੇ, ਪੈਰ ਵੀ ਥਿੜਕਦਾ ਹੁਣ, ਨੈਣ ਜੋਤ ਤੇ ਹੀਣ, ਅੱਖਾਂ ਚੋਂ ਦੀਦਾ ਨਹੀਂ, ਐ ਜੇ ਕਰਕੇ ਵੇਂਦਾ ਹੱਥ। ਕਹਿੰਦਾ ਕੌਣ ਹੈ ਭਾਈ? ਨਾਨਕ ਇਹ ਬਿਟ ਪਈ ਮਹਾਰਾਜ ਕਹਿੰਦੇ ਇਹੋ ਜਿਹੀ ਅਵਸਥਾ ਦੇ ਵਿੱਚ ਰਸ ਨਹੀਂ ਆਉਣਾ। ਜਦੋਂ ਸਿਰ ਘੁੰਮਣ ਦਾ ਪਿਆ, ਪੈਰ ਡੋਲਣ ਦਾ ਪਿਆ, ਅੱਖਾਂ ਦੀ ਜੋਤ ਨਾ ਰਹੀ, ਫਿਰ ਨਾ ਸੋਚੀ ਵੀ ਤੂੰ ਨਾਮ ਜਪ ਲੇਗਾ, ਫਿਰ ਤਾਂ ਤੇ ਤੋਂ ਬਹਿ ਨਹੀਂ ਹੋਣਾ। ਮੈਂ ਤਾਂ ਫਿਰ ਵੀ ਸ਼ੁਕਰ ਕਰਦਾ ਸੰਗਤੇ, ਜਿਹੜੇ ਸਗੋਂ ਬਜ਼ੁਰਗ ਉਹ ਬਹਿ ਜਾਂਦੇ। ਆਮ ਹੀ ਕਥਾ ਕਰੀ ਦੀ ਨਾ ਕੀਰਤਨ ਤੇ, ਜਿਹੜੇ 70-80 ਸਾਲ ਵਾਲੇ ਉਹ ਚੌਂਕੜੇ ਮਾਰ ਕੇ ਬੈਠੇ, ਤੇ ਜਿਹੜੇ ਆ 19 ਸਾਲ ਵਾਲੇ 25 ਸਾਲ ਵਾਲੇ ਨੌਜਵਾਨ ਆ ਨਾ, ਉਹ ਕਹਿੰਦੇ ਭਰਾਵਾ ਸਾਡੇ ਤੋਂ ਚੌਂਕੜਾ ਹੀ ਨਹੀਂ ਵੱਜਦਾ। ਵੇਖੋ ਉਹ ਕੁਰਸੀਆਂ ਤੇ ਹੁੰਦੇ ਆ ਨਾ, ਤਾਂ ਕਰਕੇ ਅੰਦਰ ਨਹੀਂ ਆਉਂਦੇ। ਮੈਂ ਕਿਹਾ ਵੀ ਨੌਜਵਾਨੋ ਤੁਸੀਂ ਵੀ ਆਓ। ਕਹਿੰਦੇ ਬਾਬਾ ਜੀ ਸਾਡੇ ਤੋਂ ਏਦਾਂ ਚੌਂਕੜਾ ਨਹੀਂ ਮਾਰਿਆ ਜਾਂਦਾ, ਪਤਾ ਨਹੀਂ ਕੀ ਗੱਲ ਹੈ। ਤੇ ਬਾਪੂ ਹੁਣੀ ਚੌਂਕੜੇ ਮਾਰ ਕੇ ਬੈਠੇ ਜਿਹੜੇ 17 ਸਾਲਾਂ ਦੇ। ਇੱਥੋਂ ਪਤਾ ਲੱਗਦਾ ਆਉਣ ਵਾਲੀ ਭਵਿੱਖ ਤੁਹਾਡਾ ਖਤਰੇ 'ਚ ਆ। ਤੇ ਮਹਾਰਾਜ ਸਾਹਿਬ ਜੀ ਨੇ ਉਸ ਸਮੇਂ ਲਿਖਿਆ ਵੀ ਬਿਰਧ ਅਵਸਥਾ ਦੇ ਵਿੱਚ ਚੌਂਕੜਾ ਨਹੀਂ ਵੱਜਦਾ। ਤੇ ਮੈਂ ਤਾਂ ਚਲੋ ਮਹਾਰਾਜ ਦੇ ਵਿਰੋਧ 'ਚ ਤਾਂ ਨਹੀਂ ਆਪਾਂ ਵਚਨ ਕਰ ਸਕਦੇ, ਪਰ ਮਹਾਰਾਜ ਨੇ ਉਦਾਹਰਨ ਲਈ ਵੀ ਬੁੱਢੇ ਬਾਰੇ ਭਗਤੀ ਨਹੀਂ ਹੁੰਦੀ। ਹੁਣ ਜਿੱਦਾਂ ਸਮਾਂ, ਹੁਣ ਸਗੋਂ ਬਾਪੂ ਵਿਚਾਰੇ ਫਿਰ ਵੀ 10 ਮਾਲਾ ਕੱਢ ਲੈਂਦੇ ਆ, ਸਾਡੇ ਨੌਜਵਾਨ ਤੇ ਮੱਥਾ ਟੇਕ ਕੇ ਰਾਜੀ ਨੇ, ਅੰਦਰ ਨਹੀਂ ਜਾਂਦੇ। ਭਵਿੱਖ ਮਹਾਰਾਜ ਜੀ ਆ ਤਰਸ ਕਰ ਜਾਣ। ਮਹਾਰਾਜ ਕਹਿੰਦੇ ਮੈਂ ਚੰਗੇ ਨੇੜੀ ਤਰ੍ਹਾਂ ਹੋ ਕੇ ਦੁਨੀਆ ਵਿੱਚ ਵੇਖਿਆ, ਇੱਥੇ ਕੁਛ ਨਹੀਂ ਹੈਗਾ ਸੰਗਤੇ, ਇੱਥੇ ਕੁਛ ਨਹੀਂ ਹੈਗਾ। ਮਹਾਰਾਜ ਕਹਿੰਦੇ ਕੋ ਕਾਹੂ ਕੋ ਨਾਏ, ਇੱਥੇ ਕੋਈ ਕਿਸੇ ਦਾ ਰਿਸ਼ਤੇਦਾਰ ਨਹੀਂ, ਕੋਈ ਕਿਸੇ ਦੀ ਭੈਣ ਨਹੀਂ, ਕੋਈ ਕਿਸੇ ਦਾ ਸੱਜਣ ਨਹੀਂ ਜੀ। ਇਹ ਮੈਂ ਨਹੀਂ ਕਹਿੰਦਾ, ਗੁਰੂ ਤੇਗ ਬਹਾਦਰ ਸਾਹਿਬ ਕਹਿ ਗਿਆ ਜੀ। ਇੱਥੇ ਲਿਖ ਲਓ, ਕਈ ਬੰਦਿਆਂ ਨੂੰ ਧੋਖਾ ਹੋ ਜਾਂਦਾ ਨਾ, ਤੇ ਆਪਾਂ ਕਹਿੰਦੇ ਮੇਰਾ ਯਕੀਨ ਉੱਠ ਗਿਆ ਵੀ ਦੁਨੀਆ 'ਚ ਕੋਈ ਨਹੀਂ ਕਿਸੇ ਦਾ। ਤੇ ਮਹਾਰਾਜ ਕਹਿੰਦੇ ਮੈਂ ਤਾਂ ਤੈਨੂੰ ਪਹਿਲਾਂ ਹੀ 500 ਸਾਲ ਕਹਿਤਾ ਵੀ ਨਹੀਂ ਕੋਈ, ਤੂੰ ਕਦੇ ਬਾਣੀ ਪੜ੍ਹੀ ਨਹੀਂ ਨਾ। ਇੱਥੇ ਕੋਈ ਕਿਸੇ ਦਾ ਮਾਮਾ ਮਾਸੀ ਚਾਚਾ ਤਾਇਆ ਕੋਈ ਨਹੀਂ। ਮਹਾਰਾਜ ਕਹਿੰਦੇ ਨਿਜ ਕਰ ਦੇਖਿਓ ਜਗਤ ਮੈਂ ਕੋ ਕਾਹੂ ਕੋ, ਕਹਿੰਦੇ ਇੱਥੇ ਕੋਈ ਕਿਸੇ ਦਾ ਨਹੀਂ, ਸਭ ਮਤਬਲ ਦੇ ਹਨ। ਨਾਨਕ ਤੇਰੇ ਹਰ ਭਗਤ ਹੈ ਤੇਰਾ ਕੋ ਮਨ ਮਾਹੀ। ਮਹਾਰਾਜ ਕਹਿੰਦੇ ਜੇ ਤੇਰੀ ਕਿਸੇ ਨੇ ਬਾਂਹ ਫੜਨੀ ਨਾ, ਤੇਰਾ ਕਿਸੇ ਨੇ ਸਾਥ ਦੇਣਾ ਹੈ, ਤੇ ਉਹ ਪਰਮੇਸ਼ਰ ਹੈ, ਉਹਦੀ ਭਗਤੀ ਕਰਿਆ ਕਰ। ਜਗ ਰਚਨਾ ਸਭ ਝੂਠ ਹੈ ਧਿਆਨ ਦਿਓ ਰੇ ਮੀਤਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਗ ਦੀ ਰਚਨਾ ਝੂਠੀ ਹੈ, ਮੇਰੇ ਮਿੱਤਰਾ ਇਹਨੂੰ ਚੰਗੀ ਤਰ੍ਹਾਂ ਜਾਣ ਲੈ, ਇੱਥੇ ਕੁਛ ਨਹੀਂ ਹੈਗਾ। ਨਾਨਕ ਕਿਰਨਾ ਹੈ ਜਿਉ ਬਾਲੂ ਕੀ ਪੀਤਾ। ਮਹਾਰਾਜ ਕਹਿੰਦੇ ਕਹਿ ਨਾਨਕ, ਇਹ ਕਹੋ ਸ਼ਬਦ ਹਾਹੇ ਨਾਲ ਚੱਲਣਾ, ਖਿਆਲ ਰੱਖਣਾ। ਬਾਕੀ ਸ਼ਬਦ ਕਹੋ ਆ ਰਹੇ ਆ, ਇੱਥੇ ਕਿਹਾ ਕਹਿ ਨਾਨਕ, ਹਾਹੇ ਸਿਆਰੀ ਆ ਗਈ। ਮਹਾਰਾਜ ਕਹਿੰਦੇ ਨਾਨਕ ਜੀ ਪਰਮ ਪਿਤਾ ਜੀ ਇੱਥੇ ਕੁਛ ਨਹੀਂ ਹੈ। ਬਾਲੂ ਕਹਿੰਦੇ ਰੇਤਾ ਨੂੰ, ਕਹਿੰਦੇ ਰੇਤਾ ਦੀ ਕੰਧ ਪਾਣੀ ਪੂਣੀ ਲਾ ਕੇ ਖੜੀ ਤੇ ਕਰ ਲਓਗੇ, ਪਰ ਜਦੋਂ ਹਵਾ ਵਗੀ ਤੇ ਪਾਣੀ ਸੁੱਕ ਜਾਣਾ ਤੇ ਰੇਤਾ ਢੇਰੀ ਹੋ ਜਾਣੀ। ਸਰੀਰ ਸਾਡਾ ਰੇਤਾ ਦਾ ਹੈ, ਤੇ ਸਵਾਸ ਰੂਪੀ ਪਾਣੀ ਹੈ, ਤੇ ਹਵਾ ਰੂਪੀ ਜਦੋਂ ਮੌਤ ਆਉਣੀ ਹੈ ਤੇ ਉਹਨੇ ਇਸ ਰੇਤਾ ਦੇ ਘਰ ਨੂੰ ਸਿਵਿਆਂ ਦੇ ਵਿੱਚ 6 ਫੁੱਟ ਦਾ ਜਵਾਨ, ਜਿਹੜਾ ਕਿਸੇ ਨੂੰ ਅੜਨ ਨਹੀਂ ਸੀ ਦਿੰਦਾ, 5 ਕਿਲੋ ਦੇ ਲਿਫਾਫੇ 'ਚ ਪਾਤਾ, ਅਗਲਿਆਂ ਨੇ ਆਖੋ ਸਤਿਨਾਮ। ਇਸ ਕਰਕੇ ਬਾਪੂ ਕਹਿੰਦੇ ਇੱਥੇ ਰੇਤਾ ਦੀ ਤਰ੍ਹਾਂ ਹੈ ਤੇਰਾ ਸਰੀਰ। ਇਹ ਜਿਹੜੇ 49 ਸ਼ਲੋਕ ਆ ਨਾ ਗਿਆਨੀ ਜੀ ਤੋਂ ਮੈਂ ਸਰਵਣ ਕੀਤੇ, ਇਹ 49 ਸ਼ਲੋਕ ਸੰਗਤ ਪ੍ਰਤੀ ਉਚਾਰੇ ਮਹਾਰਾਜ ਨੇ। ਹੁਣ ਜਿਹੜਾ ਇਹ ਸ਼ਲੋਕ ਹੈ ਇੱਥੇ ਇਤਿਹਾਸ ਵਿੱਚ ਲਿਖਿਆ ਹੈ, ਮਾਤਾ ਨਾਨਕੀ ਜੀ ਨੂੰ ਮਹਾਰਾਜ ਨੇ ਸੰਬੋਧਨ ਕੀਤਾ। ਮਾਤਾ ਨਾਨਕੀ ਕੌਣ ਸੀ ਭਲਾ? ਗੁਰੂ ਮਹਿਲ ਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਮਾਤਾ ਜੀ। ਇੱਕ ਬੇਬੇ ਨਾਨਕੀ ਹੈ, ਮਾਤਾ ਨਾਨਕੀ ਹੈ। ਮਾਤਾ ਦਮੋਦਰੀ ਸਾਹਿਬ ਡੱਲੇ ਵਾਲੇ ਪਹਿਲੇ ਮਹਿਲ ਸੀ, ਇਹ ਦੂਜੇ ਹੈ। ਇਹ ਮਾਤਾ ਨਾਨਕੀ ਜੀ ਵਿਰਾਗ ਬੜਾ ਕਰਦੇ ਸੀ ਪੁੱਤ ਦਾ,
ਤੇ ਕਿਸੇ ਸਿੱਖ ਨੇ ਸੁਨੇਹਾ ਦਿੱਤਾ ਦਿੱਲੀ ਜਾ ਕੇ ਇਹ ਕੁਰਬਾਨੀ ਤੋਂ ਪਹਿਲਾਂ ਵੀ ਤੁਹਾਡੀ ਮਾਤਾ ਜੀ ਜਿਹੜੇ ਉਹ ਉਦਣ ਦੇ ਵਿਰਾਗ ਹੀ ਕਰੀ ਜਾਂਦੇ, ਚੁੱਪ ਨਹੀਂ ਕਰਨ ਦਾ। ਤੇ ਮਹਾਰਾਜ ਨੇ ਇਹ ਜਿਹੜੇ ਪਿਆਰੇ ਬਚਨ ਆਪਣੀ ਮਾਂ ਦੇ ਪ੍ਰਥਾਏ, ਜਿਹੜੇ ਸੰਗਤਾਂ ਨੇ ਤੇ ਸੁਣਨੇ ਹੀ ਹੈ, ਪਰ ਇੱਕ ਸਪੈਸ਼ਲ ਵਾਸਤੇ ਮਹਾਰਾਜ ਆਪਣੀ ਮਾਂ ਨੂੰ ਕਹਿ ਰਹੇ, ਮਾਂ ਰਾਮ ਗਇਓ ਰਾਵਣ ਗਇਓ। ਰਾਮ ਜੀ ਵੀ ਇੱਥੋਂ ਚਲੇ ਗਏ, ਤ੍ਰੇਤੇ ਦੇ ਅਵਤਾਰ। ਰਾਵਣ ਲੰਕਾ ਦਾ ਮਾਲਕ ਸੀ। ਇਹਨਾਂ ਦੇ ਤਿੰਨ ਅਰਥ ਕੀਤੇ ਆ, ਅਰਥ ਤਾਂ ਹੋਣੇ ਨਹੀਂ ਵੈਸੇ, ਪਰ ਤਿੰਨ ਨੇ। ਰਾਮ ਗਇਓ ਰਾਵਣ ਗਇਓ ਜਾਕੋ ਬਹੁ ਪਰਿਵਾਰ। ਪਹਿਲਾ ਅਰਥ ਵੀ ਰਾਮ ਵੀ ਚਲੇ ਗਿਆ, ਰਾਵਣ ਹੋਣੀ ਵੀ ਚਲੇ ਗਏ। ਦੂਜਾ ਇਹ ਵੀ ਰਾਮ ਗਇਓ, ਜਦੋਂ ਪੁਲ ਬੰਨ੍ਹ ਕੇ ਰਾਮ ਜੀ ਬਾਨਰਾਂ ਦੀ ਸੈਨਾ ਨਾਲ ਲੰਕਾ 'ਚ ਗਏ, ਲੰਕਾ 'ਚ ਜਾਣ ਦੇ ਨਾਲ ਫਿਰ ਰਾਵਣ ਨੂੰ ਦੁਨੀਆ ਤੋਂ ਜਾਣਾ ਪਿਆ। ਤੇ ਤੀਜੀ ਅਰਥ ਇਹਦੇ ਆ ਰਾਮ ਗਇਓ, ਵੀ ਜਦੋਂ ਰਾਮ ਦਾ ਨਾਮ ਬੰਦੇ ਦੇ ਅੰਦਰ ਪ੍ਰਵੇਸ਼ ਕਰਦਾ ਏ। ਰਾਵਣ ਗਇਓ, ਜਿਹੜਾ ਰਾਵਣ ਭਾਵ ਹੰਕਾਰ ਰੂਪੀ ਬੰਦੇ ਦੀ ਬਿਰਤੀ ਹੈ, ਉਹ ਫਿਰ ਹੌਲੀ ਹੌਲੀ ਖਤਮ ਹੋ ਜਾਂਦੀ ਹੈ। ਇਸ ਹੰਕਾਰ ਦਾ ਪਰਿਵਾਰ ਕਿਹੜਾ ਏ? ਝੂਠ, ਨਿੰਦਿਆ, ਚੁਗਲੀ, ਈਰਖਾ, ਸਾੜਾ, ਦਵੈਸ਼। ਬਹੁਤਾ ਤਕੜਾ ਟੱਬਰ ਆ ਕੇ ਇਹ ਸਾਰੇ ਆਪਣੇ ਅੰਦਰ ਬੈਠੇ ਆ। ਤੇ ਮਹਾਰਾਜ ਕਹਿੰਦੇ ਜਿੱਦਣ ਰਾਮ ਇੱਥੇ ਉਤਰੇਗਾ, ਰੱਬ ਜੀ ਉਤਰਨਗੇ। ਇਹ ਤਿੰਨ ਅਰਥ ਵਿਦਵਾਨਾਂ ਨੇ ਮੇਨ ਕੀਤੇ ਹਨ। ਨਾਨਕ ਤਿਰ ਕਛ ਨਹੀਂ ਸੁਪਨੇ ਜੋ ਸੰਸਾਰ। ਮਹਾਰਾਜ ਕਹਿੰਦੇ ਮਾਂ ਇੱਥੇ ਕੋਈ ਨਹੀਂ ਰਿਹਾ, ਤੂੰ ਵਿਰਾਗ ਨਾ ਕਰਿਆ ਕਰ। ਮੈਂ ਇਕੱਲਾ ਨਹੀਂ ਚੱਲਿਆ, ਇੱਥੇ ਸਭ ਨੇ ਜਾਣਾ। ਮੈਂ ਕਥਾ ਕਰਦਾ, ਮੈਂ ਵੀ ਇੱਕ ਦਿਨ, ਆ ਤੁਸੀਂ ਜਿੰਨੇ ਬੈਠੇ ਇੱਥੇ ਸਾਰਿਆਂ ਆਪਾਂ ਇੱਕ ਦਿਨ ਜਾਣਾ ਨਾ। ਤੇ ਜਦੋਂ ਬੰਦਾ ਇਹ ਸੋਚਦਾ ਮੈਂ ਜਾਣਾ, ਤੇ ਮੈਨੂੰ ਨਹੀਂ ਲੱਗਦਾ ਵੀ ਉਹ ਕਿਸੇ ਦੇ ਨਾਲ ਵਾਧਾ ਘਾਟਾ ਕਰੂ। ਇਹ ਜਦੋਂ ਭੁੱਲ ਜਾਂਦੇ ਨਾ ਆਪਾਂ, ਉਦੋਂ ਪ੍ਰੋਗਰਾਮ ਸ਼ੁਰੂ ਹੁੰਦਾ ਵੀ ਤੂੰ ਮੇਰੀ ਵੱਟ ਵੜਤੀ ਓਏ, ਤੂੰ ਮੇਰੇ ਵੱਲ ਨੂੰ ਔਖਾ ਵੇਖਿਆ, ਤੂੰ ਮੈਨੂੰ ਵੇਖ ਕੇ ਖੰਘਿਆ ਕਿਉਂ, ਅਸੀਂ ਗੱਡੀ ਲੈ ਕੇ ਨਿਕਲੇ, ਤੁਸੀਂ ਗਾੜੀ ਬੌਕਰ ਲੈ ਕੇ ਆ ਗਏ। ਇਹ ਸਾਰਾ ਦੁਨੀਆ ਦਾ ਚੱਕਰ ਉਦੋਂ ਬਣਦਾ ਜਦੋਂ ਸਾਈਂ ਭੁੱਲਦਾ। ਤੋ ਇਸ ਕਰਕੇ ਮਹਾਰਾਜ ਸਾਹਿਬ ਜੀ ਕਹਿੰਦੇ ਮਾਂ ਇੱਥੇ ਕੋਈ ਨਹੀਂ ਰਹਿਣਾ, ਆ ਜਿੰਨੇ ਆਪਾਂ ਸਭ ਚਲੇ ਜਾਣਾ ਹੈ। ਚਿੰਤਾ ਤਾਕੀ ਕੀਜੀਐ ਜੋ ਨ ਹੋਣੀ ਹੋਏ। ਕਹਿੰਦੇ ਮਾਂ ਚਿੰਤਾ ਉਸ ਚੀਜ਼ ਦੀ ਕਰੀ ਹੋਏ ਜਿਹੜੀ ਵੱਖਰੀ ਹੋਈ ਹੋਵੇ ਕਿਸੇ ਨਾਲ। ਇਹ ਤਾਂ ਸਾਰਿਆਂ ਦੇ ਘਰ ਆਉਣੀ। ਇਹ ਬਰਾਤ ਜਿਹੜੀ ਹੈ ਨਾ, ਇਹ ਤੇਲ ਜਿਹੜਾ ਸਾਰਿਆਂ ਦੇ ਪੈਣਾ ਏ, ਕਿਉਂਕਿ ਜੇ ਸਾਹਾ ਲਿਖਿਆ ਤੇਲ ਪੈ ਗਿਆ, ਬਰਾਤ ਚੜ੍ਹਨੀ ਹੈ। ਇਸ ਕਰਕੇ ਜਿੰਨੀਆਂ ਵੀ ਰੂਹਾਂ ਆਈਆਂ ਸਾਰਿਆਂ ਦਾ ਇੱਕ ਦਿਨ ਅੰਤ ਆਵੇਗਾ। ਇਹ ਮਾਰਗ ਸੰਸਾਰ ਕਾ ਨਾਨਕ ਦਰ ਨਹੀਂ ਕੋਈ। ਮਹਾਰਾਜ ਕਹਿੰਦੇ ਸੰਸਾਰ ਦੇ ਵਿੱਚ ਕੋਈ ਨਹੀਂ ਰਿਹਾ। ਇਹ ਤੇ ਉਹ ਨਹੀਂ ਰਹੇ ਮਾਂ ਜਿਹੜੇ ਕਹਿੰਦੇ ਸੀ ਨਾ ਅੰਦਰ ਮਰਾਂ, ਨਾ ਬਾਹਰ ਮਰਾਂ, ਨਾ ਉੱਤੇ ਮਰਾਂ, ਨਾ ਥੱਲੇ ਮਰਾਂ। ਇਹ ਤਾਂ ਸਾਰਿਆਂ ਨੂੰ ਜਾਣਾ ਪੈਣਾ ਮਾਂ। ਅਸੀਂ ਵੀ ਇਸ ਕਰਕੇ ਚੱਲੇ ਹਾਂ। ਜੋ ਪਜਿਓ ਸੋ ਬਿਨਸਹਿ ਕਰੋ ਆਜ ਕੈ ਕਾਲ। ਕਹਿੰਦੇ ਜਿਹੜੀ ਚੀਜ਼ ਧਰਤੀ ਤੇ ਉੱਗੀ ਆ ਨਾ, ਉਹਨੇ ਇੱਕ ਦਿਨ ਖਤਮ ਹੋਣਾ ਜ਼ਰੂਰ ਹੈ। ਜੇ ਆਲੂ ਬੀਜੇ ਸੀ ਤੇ ਅੱਜ ਐ ਮੁੱਕ ਗਏ। ਜੇ ਆਪਾਂ ਚੋਂ ਕਣਕ ਬੀਜੀ, ਉਹ ਵੀ ਕੱਟੀ ਜਾਣੀ ਹੈ। ਜੇ ਆਪਣੇ ਸੰਤਰੇ ਲੱਗੇ, ਅੱਜ ਰੁੱਖ ਖਾਲੀ ਹੋ ਗਿਆ। ਜਿਹੜੀ ਚੀਜ਼ ਕਹਿੰਦੇ ਧਰਤੀ ਤੇ ਉਪਜੀ ਹੈ, ਪਰ ਉਹ ਆਜ ਕੈ ਕਾਲ, ਅੱਜ ਤੇ ਕੱਲ ਮੌਤ ਨੇ ਉਹਨੂੰ ਲੈ ਹੀ ਜਾਣਾ ਹੈ। ਨਾਨਕ ਹਰਿ ਗੁਣ ਗਾਇਲੇ ਛਾੜ ਸਗਲ ਜੰਜਾਲ। ਮਹਾਰਾਜ ਕਹਿੰਦੇ ਛੱਡ ਦੇ ਕੰਮ ਕਰ। ਤੁਸੀਂ ਛੱਡ ਕੇ ਬੈਠੇ, ਟਾਈਮ ਕਿਹਦੇ ਕੋਲ ਆ? ਮਹਾਰਾਜ ਕਹਿੰਦੇ ਛੱਡ ਦੇ ਇਹਨਾਂ ਨੂੰ, ਆ 20-25 ਮਿੰਟ ਆ ਜਾਇਆ ਕਰ। ਤੇ ਹੁਣ ਤੇ ਲਾਹਾ ਲੈ ਗਏ ਕਿ ਜਿਨ੍ਹਾਂ ਨਾਲ ਜਾਣਾ ਸੀ। ਮੈਂ ਤਾਂ ਬਥੇਰਾ ਸਾਰਿਆਂ ਨੂੰ ਸੱਦੇ ਦਿੱਤੇ, ਪਰ ਜਿਨ੍ਹਾਂ ਦੇ ਭਾਗਾਂ 'ਚ ਸੀ। ਤੇ ਮਹਾਰਾਜ ਸੱਚੇ ਪਾਤਸ਼ਾਹ ਇੱਥੋਂ ਨਾਲ ਹੀ ਜ਼ਿਆਦਾ ਸੰਗਤ ਲਾਈਵ ਵਿੱਚ ਜੁੜਦੀ। ਆਖੋ ਸਤਿਨਾਮ। ਸਾਰੇ ਸ਼ਲੋਕ ਘਰਾਂ 'ਚ, ਕਿਉਂਕਿ ਲਾਹਾ ਧੰਨਵਾਦ ਹੈ ਗੁਰੂ ਪਾਤਸ਼ਾਹ ਮਹਾਰਾਜ ਦੀਨਾ ਬੰਧੂ ਗਰੀਬ ਨਵਾਜ ਜੀ ਕਿਰਪਾ। ਕਹਿੰਦੇ ਇਹ ਜੰਜਾਲ ਜਿਹੜਾ ਛੱਡ ਦੇ, ਥੋੜਾ ਜਿਹਾ ਸਮਾਂ ਰੋਜ਼ ਮਹਾਰਾਜ ਨੂੰ ਬਖਸ਼ਿਆ ਕਰ। ਹੁਣ ਅੱਗੇ ਦੋਹਰਾ ਆ ਗਿਆ। ਹੁਣ ਇਹ ਬਚਨ ਜਿਹੜੇ ਆ ਹੁਣ ਮਹਾਰਾਜ ਆਪਣੇ ਭੁਜੰਗੀ ਵਾਸਤੇ। ਕੌਣ ਸੀ? ਗੁਰੂ ਤੇਗ ਬਹਾਦਰ ਦੇ ਭੁਜੰਗੀ, ਧੰਨ ਗੁਰੂ ਗੋਬਿੰਦ ਸਿੰਘ। ਹਾਂਜੀ। ਪਲ ਛੁੱਟ ਗਿਓ ਬੰਧਨ ਪਰੇ, ਕਛੂ ਨਾ ਹੋਤ। ਲਿਖ ਕੇ ਭੇਜਿਆ ਆਨੰਦਪੁਰ, ਤੂੰ ਛੇਤੀ ਜਾ ਕੇ ਤੇ ਜਵਾਬ ਲੈ ਕੇ ਆਉਣਾ ਮੇਰੇ ਪੁੱਤਰ ਦਾ। ਕਹਿੰਦੇ ਉਹ ਸਿੱਖ 3 ਦਿਨਾਂ ਦੇ ਵਿੱਚ ਆਇਆ।
ਤੇ ਜਦੋਂ ਮਹਾਰਾਜ ਬਚਨ ਪੜ੍ਹੇ ਲਿਖਿਆ ਵੀ ਬਲ ਹੋਆ ਬੰਧਨ ਛੁੱਟੇ, ਵੀ ਹੁਣ ਬੇਟਾ ਸਾਡੇ ਬੰਧਨ ਪੈ ਗਏ ਆ, ਪਿੰਜਰੇ ਦੇ ਵਿੱਚ ਆ ਸੀ, ਹੱਥ ਘੜੀਆਂ ਲੱਗ ਗਈਆਂ ਤੇ ਹੁਣ ਕੋਈ ਉਪਾਅ ਨਹੀਂ ਹੈਗਾ, ਸ਼ਹੀਦੀ ਹੋਵੇਗੀ। ਬਹੁ ਨਾਨਕ ਅਭਿ ਉਠ ਹਰ ਗਾਜ ਜਿਉ ਹੋ ਸਹਾਈ। ਕਹਿੰਦੇ ਹੁਣ ਤੇ ਪਰਮੇਸ਼ਰ ਦੀ ਓਟ ਆ, ਜਿੱਦਾਂ ਹਾਥੀ ਨੂੰ ਤੰਦੂਏ ਤੋਂ ਸੁਦਰਸ਼ਨ ਚੱਕਰ ਮਾਰ ਕੇ ਸਾਖੀ ਬਥੇਰੀ ਲੰਮੀ ਹੈ, ਪਰ ਤੂਕ ਮਾਤਰ ਜਿੱਦਾਂ ਚੱਕਰ ਦੇ ਨਾਲ ਉਹਦੀਆਂ ਤਾਰਾਂ ਕੱਟ ਕੇ ਹਾਥੀ ਨੂੰ ਬਚਾਇਆ ਸੀ, ਇਸੇ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਹੁਣ ਤੇ ਉਹ ਪਰਮੇਸ਼ਰ ਦਾ ਆਸਰਾ ਹੈ। ਹੋਆ ਬੰਧਨ ਛੁਟੇ ਸਭ ਕਿਛ ਹੋਤ। ਕਹਿੰਦੇ ਗੁਰੂ ਗੋਬਿੰਦ ਸਿੰਘ ਬਾਪੂ ਜੀ ਨੇ ਅੱਗੋਂ ਇਹ ਦੋਹਰੇ ਦਾ ਜਵਾਬ ਲਿਖਿਆ। ਮਾਰੇ ਕਹਿੰਦੇ ਬਲ ਹੋਆ, ਬਲ ਆ ਗਿਆ ਹੈ, ਬੰਧਨ ਸਾਰੇ ਛੁੱਟ ਗਏ, ਕਿਉਂ ਨਹੀਂ ਉਪਾਅ? ਪਿਤਾ ਜੀ ਸਾਰੀ ਖੇਡ ਦਾ ਹੱਲ ਲੱਭ ਗਿਆ। ਨਾਨਕ ਸਭ ਕਿਛ ਤੁਮਰੇ ਹਾਥ ਮੈਂ, ਤੁਮ ਹੀ ਹੋਤ ਸਹਾਈ। ਇਹ ਸ਼ਬਦ ਕੁਝ ਬੀੜਾਂ ਪੁਰਾਤਨ ਜਿਹੜੀਆਂ ਨਾ ਸੰਗਤ ਜੀ, ਉਹਨਾਂ ਵਿੱਚ ਦੋਹਰੇ ਦੀ ਥਾਂ ਤੇ ਲਿਖਿਆ ਹੋਇਆ ਹੈ ਪਾਤਸ਼ਾਹੀ ਦਸਵੀਂ। ਇੱਕ ਵੀਰ ਨੇ ਕਥਾ 'ਚ ਆਖਿਆ ਸੀ ਵੀ ਆਪਾਂ ਇਸ ਚੀਜ਼ ਨੂੰ ਲੈਣਾ ਨਹੀਂ, ਮਾਫੀ ਦਿਓ। ਉਹਨੇ ਕਿਹਾ ਵੀ ਗੁਰੂ ਗ੍ਰੰਥ ਸਾਹਿਬ ਵਿੱਚ 7 ਗੁਰੂਆਂ ਦੀ ਬਾਣੀ ਆ। ਉਹ ਫਿਰ ਵਿਵਾਦ ਵੀ ਹੋਇਆ, ਕਿਉਂਕਿ ਜਿਹਨੇ ਤਾਂ ਇਤਿਹਾਸ ਪੜ੍ਹਿਆ ਵਾ ਉਹਨੂੰ ਤੇ ਪਤਾ, ਦੂਜੇ ਬੰਦੇ ਨੇ ਕਿਹਾ ਵੀ ਇਹ ਤਾਂ ਗਲਤ ਕਰੀ ਜਾਂਦੇ ਆ। ਅਸਲ ਵਿੱਚ ਇਤਿਹਾਸ ਦੇ ਵਿੱਚ ਇਹ ਸ਼ਬਦ ਲਿਖਿਆ ਵੀ ਜਿਹੜਾ ਦੋਹਰਾ ਹੈ ਇਹ ਗੁਰੂ ਗੋਬਿੰਦ ਸਿੰਘ ਦਾ ਮੁੜਵਾਂ ਜਵਾਬ ਸੀ ਦਿੱਲੀ ਨੂੰ, ਕਿ ਪਿਤਾ ਜੀ ਸੀਸ ਦਿਓ ਇੱਕ ਵਾਰੀ, ਸਾਰੇ ਬੰਧਨ ਟੁੱਟ ਜਾਣੇ ਆ, ਬਲ ਹੋ ਜਾਣਾ ਏ, ਤੇ ਫਿਰ ਸਾਡੀ ਤੇਗ ਦੇ ਵਿੱਚੋਂ ਵੇਖਿਓ ਹੱਲ ਨਿਕਲਦਾ। ਆਖੋ ਸਤਿਨਾਮ। ਤੇ ਵੇਖੋ ਦਾਤੇ ਨੇ ਕਿੱਡਾ ਤਰਸ ਕੀਤਾ ਵੀ ਕਥਾ ਦਾ ਭੋਗ ਕਦੋਂ ਪਿਆ, ਵਿਸਾਖੀ ਤੇ ਆ ਕੇ। ਕਿੱਡੀ ਮਿਹਰ ਇਹ ਵੀ ਵੱਡੀ, ਕਿਉਂਕਿ ਉਧਰ ਸ਼ਹੀਦੀ ਤੋਂ ਬਾਅਦ ਵਿਸਾਖੀ ਦੇ ਉੱਤੇ ਹੀ ਮਹਾਰਾਜ ਨੇ ਤੇਗ ਕੱਢੀ ਆ ਨਾ। ਉਹਨੇ ਕਿਹਾ ਆਓ ਇਹ ਥਾਂ ਥਾਂ ਤੇ ਗਰਦਨ ਝੁਕਾਉਣ ਵਾਲਿਆ, ਅੱਜ ਤੇਰੀ ਅਣਖ ਨੂੰ ਮਗਰੂਰ ਹੁੰਦਾ ਵੇਖਣਾ, ਕਿੱਥੇ ਕਬਰਾਂ ਮੜੀਆਂ ਥਾਵਾਂ ਤੇ ਧੱਕੇ ਖਾਨਾ ਏ, ਆ ਜਾ ਤੈਨੂੰ ਛੁਕਾਵਾਂ ਅੰਮ੍ਰਿਤ। ਆਪਣੇ ਚੋਂ ਇੱਕ ਨੇ ਨਾਂ ਲਿਖਾਤਾ, ਸ਼ੁਕਰ ਹੈ, ਸ਼ੁਕਰ ਹੈ ਮਹਾਰਾਜ ਦਾ ਇਤਪਾਤ ਰੱਖ ਲਈ। ਅਜੇ ਬਾਕੀ ਵੀ ਕਰ ਲੋ ਤਿਆਰੀ, ਜੇ ਮਨ ਜਿਹਾ ਬਣਦਾ। ਮਨ ਤੇ ਵੈਸੇ ਨਹੀਂ ਬਣਨਾ, ਇਹ ਬੜਾ ਸ਼ੈਤਾਨ ਆ, ਇਹਨੇ ਨਹੀਂ ਮੰਨਣਾ, ਇਹ ਉਦਣ ਮੰਨਣਾ ਜਿੱਧਰੋਂ ਮੜੀਆਂ ਨੂੰ ਲੈ ਗਏ। ਇਸ ਕਰਕੇ ਮਹਾਰਾਜ ਸਾਹਿਬ ਕਹਿੰਦੇ ਆ ਤੈਨੂੰ ਮੈਂ ਥਾਂ ਥਾਂ ਤੇ ਮੱਥੇ ਟੇਕਣ ਵਾਲਿਆ ਸਿੱਧੇ ਰਸਤੇ ਪਾਵਾਂ। ਉਧਰ ਗੁਰੂ ਤੇਗ ਬਹਾਦਰ ਸਾਹਿਬ ਜੀ ਦਿੱਲੀ ਹੈ। ਮਹਾਰਾਜ ਸਾਹਿਬ ਜੀ ਕਹਿੰਦੇ ਪਿਤਾ ਜੀ ਸਾਰੇ ਹੱਲ ਹੁਣ ਨਿਕਲ ਆਉਣਗੇ। ਮਹਾਰਾਜ ਬੜੇ ਖੁਸ਼ ਹੋਏ ਆਪਣੇ ਭੁਜੰਗੀ। ਅਸਲ 'ਚ ਮਹਾਰਾਜ ਨੇ ਵੇਖਿਆ ਸੀ ਵੀ ਸਾਡਾ ਪੁੱਤਰ 9 ਸਾਲ ਦਾ ਏ, ਅਸੀਂ ਸ਼ਹੀਦ ਹੋ ਜਾਣਾ ਹੈ, ਤੇ ਏਡੀ ਵੱਡੀ ਕੌਮ ਦਾ ਸਰਪ੍ਰਸਤ ਬਣ ਸਕਦਾ ਹੈ, ਇੰਨੀ ਕੌਮ ਨੂੰ ਸਾਂਭ ਸਕਦਾ ਏ। ਇੱਕ ਇੰਟਰਵਿਊ ਸੀ ਇਹਨਾਂ ਸ਼ਬਦਾਂ ਦੇ ਵਿੱਚ, ਤੇ ਬਾਪੂ ਨੇ ਗੁਰੂ ਕਲਗੀਧਰ ਨੇ ਪਹਿਲਾਂ ਹੀ ਲਿਖਤਾ, ਕਹਿੰਦੇ ਬਾਪੂ ਤੂੰ ਸ਼ਹੀਦ ਹੋ, ਹਰ ਬੰਦੇ ਦੀ ਰੀਝ ਹੈ ਰੱਬ ਕੋਲੋਂ, ਇੱਜ਼ਤਦਾਰ ਮੈਂ ਧਣੀ ਮਨੀਮ ਹੋਵਾਂ, ਕੋਈ ਭਾਲਦਾ ਰੁਤਬਾ ਲੀਡਰੀ ਦਾ, ਪੁੱਤਰ ਅਕਬਰ ਦਾ ਸ਼ਾਹ ਸਲੀਮ ਹੋਵਾਂ, ਕੋਈ ਆਖਦਾ ਮੈਨੂੰ ਇਹ ਜੱਗ ਪੂਜੇ, ਪੁੱਤਰ ਅਰਜਨ ਦਾ ਯੋਰ ਵਿੱਚ ਭੀਮ ਹੋਵਾਂ, ਓਏ ਧੰਨ ਜਿਗਰਾ ਮੇਰੇ ਬਾਪੂ ਗੋਬਿੰਦ ਸਿੰਘ ਦਾ, ਪਿਤਾ ਮਰੇ ਤੇ ਮੈਂ ਯਤੀਮ ਹੋਵਾਂ। ਮਹਾਰਾਜ ਸਾਹਿਬ ਜੀ ਕਹਿੰਦੇ ਅੱਜ ਮੇਰਾ ਪਿਓ ਸ਼ਹੀਦ ਹੋ ਚੱਲਿਆ, ਮੈਂ ਯਤੀਮ ਨਹੀਂ। ਹੁਣ ਮਹਾਰਾਜ ਸਾਹਿਬ ਦੇ ਇਹਨਾਂ ਬੋਲਾਂ ਨੂੰ ਜਦੋਂ ਵਾਪਸੀ ਗਏ ਨਾ ਇਹ ਬੋਲ ਫੇਰ ਦਿੱਲੀ, ਤੇ ਮਹਾਰਾਜ ਸਾਹਿਬ ਜੀ ਪ੍ਰਸੰਨ ਹੋਏ। ਸੰਗ ਸਕਾ ਸਭ ਤਜ ਗਏ, ਕੋ ਨ ਨਿਭਿਓ ਸਾਥ। ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਖੁਸ਼ ਹੋ ਕੇ ਆਖਿਆ, ਕਹਿੰਦੇ ਸੰਗਤ ਜੀ ਸਾਡੇ ਸੰਗੀ ਸਾਥੀ, ਸੰਗੀ ਕਿਹੜੇ ਸੀ? ਭਾਈ ਮਤੀ ਦਾਸ ਜੀ ਚੀਰੇ ਗਏ। ਇਹ ਵਿਦਵਾਨਾਂ ਨੇ ਲਿਖਿਆ ਕੱਲੇ ਕੱਲੇ ਦਿਨ ਸ਼ਹੀਦੀ ਹੋਈ ਆ। ਪਹਿਲੇ ਦਿਨ ਮਤੀ ਦਾਸ ਨੂੰ ਸਾਹਮਣੇ ਲਿਆ ਕੇ ਇਦਾਂ ਆਰਾ ਫੇਰਿਆ ਵੀ ਗੁਰੂ ਤੇਗ ਬਹਾਦਰ ਸਾਹਿਬ ਡੋਲ ਜਾਣ। ਮਹਾਰਾਜ ਸਾਹਿਬ ਇਦਾਂ ਹੀ ਥੜੇ ਤੇ ਬੈਠੇ ਰਹੇ, ਆਰਾ ਚਿਰਦਾ 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 ਜਿਹਦਾ ਲਹੂ ਸੀ ਮਤੀ ਦਾਸ ਦਾ ਗੁਰੂ ਤੇਗ ਬਹਾਦਰ ਦੇ ਕਦਮਾਂ ਵੱਲ ਨੂੰ ਗਿਆ, ਉਧਰ ਨੂੰ ਗਿਆ। ਤੇ ਦੂਜੇ ਦਿਨ ਵਾਰੀ ਆਈ ਦਿਆਲਾ ਜੀ ਦੀ। ਉਹਨੇ ਆਖਿਆ ਸੀ ਨਾ ਜਦੋਂ 2 ਫਾੜ ਹੋ ਗਿਆ ਮਤੀ ਦਾਸ, ਤੇ ਦਿਆਲੇ ਨੇ ਆਖ ਦਿੱਤਾ, ਕਹਿੰਦੇ ਔਰੰਗਜ਼ੇਬ ਤੇਰਾ ਰਾਜ ਚੀਰਿਆ ਗਿਆ ਹੀ ਅੱਜ। ਤੇ ਉਹ ਕਹਿੰਦਾ ਇਹ ਕੌਣ ਹੈ ਜਿਹੜਾ ਏਡੀ ਜੁਰਤ ਨਾਲ ਬੋਲਦਾ, ਇਹਨੂੰ ਏਦਾਂ ਦੀ ਮੌਤ ਦਿਓ ਜਿਹੜੀ ਤੜਫ ਉੱਠੇ ਮੌਤ ਵੀ। ਇਹਨੇ ਮੇਰੇ ਵਿਰੁੱਧ ਆਵਾਜ਼ ਕੱਢੀ, ਅੱਜ ਵੀ ਸੱਚ ਬੋਲਣ ਵਾਲਾ ਚੁੱਭਦਾ ਜੇ। ਆਖੋ ਸਤਿਨਾਮ।
ਕਈ ਬੰਦੇ ਅੰਦਰ ਖਾਤੇ ਬਹੁਤ ਲੱਗਦੇ ਆ, ਮੂੰਹੋਂ ਤੋਂ ਨਹੀਂ ਬੋਲਦੇ, ਅੰਦਰੋਂ ਐਨ ਦੁਖੀ ਹੈ ਵੀ ਕੋਈ ਮੌਕਾ ਆਵੇ ਤੇ ਪੁੱਤ ਫਿਰ ਦੱਸਾਂਗੇ ਆਖੋ ਸਤਿਨਾਮ। ਇਹ ਸੱਚ ਕਹਿਣਾ ਮੈਂ, ਕਿਉਂਕਿ ਕੁੱਕੜ ਨੂੰ ਕਿਸੇ ਨੇ ਆਖਿਆ ਤੈਨੂੰ ਲੋਕੀ ਵੜਦੇ ਕਿਉਂ, ਤੂੰ ਸੋਹਣਾ ਤੇ ਬੜਾ, ਲਾਲ ਰੰਗ ਤੇਰਾ ਕਲਗੀ। ਉਹ ਕਹਿੰਦਾ ਮੇਰਾ ਗੁਨਾਹ ਇੰਨਾ ਕਾ ਵੀ ਮੈਂ ਲੋਕਾਂ ਨੂੰ ਜਗਾਉਣਾ ਚਾਹੁੰਦਾ, ਮੈਂ ਸਵੇਰੇ 3 ਵਜੇ ਬੋਲਦਾ ਤੇ ਇਹ ਉੱਠਣਾ ਨਹੀਂ ਚਾਹੁੰਦੇ, ਇਸ ਕਰਕੇ ਮੈਨੂੰ 9 ਵਜੇ ਵੱਢ ਕੇ ਪਤੀਲੇ 'ਚ ਪਾ ਦਿੰਦੇ ਆਖੋ ਸਤਿਨਾਮ। ਇਹ ਸੱਚਾਈ ਹੈ। ਇਸ ਕਰ ਜਿਹੜਾ ਵੀ ਸੱਚ ਬੋਲੂ ਧਰਤੀ ਤੇ, ਚਾਹੇ ਉਹ ਸੰਤ ਕਰਤਾਰ ਸਿੰਘ ਹੋਵੇ, ਜਰਨੈਲ ਸਿੰਘ ਹੋਵੇ, ਉਹ ਕੋਈ ਆਪਣੇ ਭਾਈ ਜਸਵੰਤ ਸਿੰਘ ਖਾਲੜਾ ਹੋਣ, ਜਿਹੜਾ ਵੀ ਇਸ ਧਰਤੀ ਲਈ ਸੱਚ ਬੋਲੂਗਾ, ਚਾਹੇ ਦੀਪ ਸਿੱਧੂ ਹੋਵੇ ਕੋਈ ਹੋਵੇ, ਉਹਨੂੰ ਇਹ ਖਤਮ ਕਰ ਦੇਣਗੇ। ਸੱਚ ਬੋਲਿਆ ਤੇ ਗੁਰੂ ਤੇਗ ਬਹਾਦਰ ਦਾ ਸੀਸ ਦਿੱਲੀ 'ਚ ਲੱਥਾ, ਸੱਚ ਬੋਲਿਆ ਤੇ ਗੁਰੂ ਗੋਬਿੰਦ ਸਿੰਘ ਦੇ 4 ਸਾਹਿਬਜ਼ਾਦੇ ਸ਼ਹੀਦ ਹੋ ਗਏ ਆਖੋ ਸਤਿਨਾਮ। ਕੀ ਗੁਨਾਹ ਸੀ, ਇਤਿਹਾਸ ਪੜ੍ਹ ਕੇ ਵੇਖਿਓ। ਇਹ ਬਾਪੂ ਸਾਨੂੰ ਬਣਾਏ ਇਸੇ ਕਰਕੇ ਵੀ ਪੁੱਤ ਤੁਸੀਂ ਦੁਨੀਆ ਤੇ ਜਾਓ, ਸੰਗਤ ਨੂੰ ਜਗਾਓ ਤੇ ਵਾਪਸ ਆ ਜਾਓ। ਉਹ ਵਾਪਸੀ ਹੁਣ ਪਤਾ ਨਹੀਂ ਐਕਸੀਡੈਂਟ 'ਚ ਹੁੰਦੀ ਆ, ਗੋਲੀ ਨਾ ਹੁੰਦੀ ਆ, ਸ਼ੂਗਰ ਨਾ ਹੋਣੀ ਆ ਤੇ ਕਾਦੇ ਨਾ ਹੋਣੀ, ਉਹ ਵਾਪਸੀ ਦਾ ਨਹੀਂ ਪਤਾ ਕਿਸੇ ਨੂੰ। ਕਿਆ ਜਾਣਾ ਕਿ ਮਰਾਂਗੇ, ਕੈਸਾ ਮਰਨਾ ਹੋਏ, ਪਤਾ ਨਹੀਂ ਕਿਹੜੇ ਪ੍ਰੋਗਰਾਮ ਉਹਨੇ ਬਣਾਏ ਆਪਣੇ ਲਈ, ਕਿੱਥੇ ਆਪਾਂ ਨੂੰ ਉਹਨੇ ਲਿਜਾਣਾ। ਜਾਣਾ ਪੈਣਾ, ਲੁਕਿਆ ਨਹੀਂ ਜੇ ਜਾਣਾ, ਅੱਜ ਚਲੋ ਕੱਲ ਚਲੋ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੰਗ ਸਖਾ ਸਭ ਤਜ ਗਏ ਕੋ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਸ ਵੇਲੇ 3 ਸਿੰਘ ਸ਼ਹੀਦ ਹੋ ਗਏ। ਭਾਈ ਦਿਆਲਾ ਜੀ ਦੇਗ 'ਚ ਬਾਲਤਾ, ਭਾਈ ਮਤੀ ਦਾਸ ਸਾਰੇ ਨਾ ਚੀਰਤਾ, ਸਤੀ ਦਾਸ ਨੂੰ 7 ਮਣ ਰੂੰ ਬੰਨ ਕੇ ਜਿਉਂਦੇ ਨੂੰ ਅੱਗ ਲਾਤੀ। ਤੇ ਇੱਕ ਚੀਜ਼ ਮੈਂ ਤੁਹਾਡੇ ਤੇ ਕਹੂੰਗਾ ਸੰਗਤੇ, ਉਹਨਾਂ ਦੇ ਆਰੇ ਫਿਰ ਗਏ ਦੇਗ, ਉਹਨਾਂ ਤੇ ਅੱਗ ਲੱਗ ਗਈ ਪਰ ਗੁਰੂ ਤੋਂ ਓਲੇ ਨਹੀਂ ਹੋਏ। ਅੱਜ ਸਾਨੂੰ ਕੋਠੀਆਂ ਗੱਡੀਆਂ ਰੱਬ ਨੇ ਇੰਨਾ ਦਿੱਤਾ, ਅਸੀਂ ਗੁਰਦੁਆਰੇ ਆਏ ਨੇ, ਬੜੇ ਤਰਲੇ ਲੈ ਵੀ ਸੰਗਤੇ ਜ਼ਰੂਰ ਆਇਓ, ਭੋਗ ਤੇ ਜ਼ਰੂਰ ਆਇਓ, ਇਹ ਨਹੀਂ ਆਏ। ਮੇਰਾ ਇਸ ਗੱਲੋਂ ਗਿਲਾ ਰਹੂਗਾ, ਕਿਉਂਕਿ ਕਿਸੇ ਦੇ ਘਰ ਪ੍ਰੋਗਰਾਮ ਹੋਵੇ, ਉੱਥੇ ਪਕੌੜੇ ਲੱਗੇ ਹੋਣ, ਪਨੀਰ ਬ੍ਰੈਡ ਤੇ ਫਰੂਟ ਲੱਗਾ ਹੋਵੇ, ਤੇ ਜਾਣੇ ਕਿ ਨਹੀਂ ਜਾਣੇ, ਦੱਸੋ? ਜਾਣੇ ਆ ਨਾ। ਫਿਰ ਸ਼ਰੀਕੇ ਭਾਈਚਾਰੇ ਨਾਲ ਵਰਤ ਲਿਆ ਤੇ ਗੁਰੂ ਸਾਹਿਬ ਨਾਲ ਨਹੀਂ ਵਰਤਿਆ। ਕਿਸੇ ਦੇ ਘਰ ਭੋਗ ਹੁੰਦਾ, ਆਪਾਂ ਕਹੀਦਾ ਨਾ ਵੀ 10 ਮਿੰਟ ਮੱਥੇ ਲਾ ਕੇ ਸ਼ਗਨ ਦੇ ਕੇ ਮੁੜ ਆਇਓ, ਤੇ ਮਹਾਰਾਜ ਸਾਹਿਬ ਕਹਿੰਦੇ ਹੋਣਗੇ ਵੀ ਪੁੱਤ ਮੈਂ ਤੁਹਾਡਾ ਮਾੜਾ ਤੇ ਕੋਈ ਨਹੀਂ ਸੀ ਕੀਤਾ, ਪਰ ਤੁਸੀਂ ਵੇਲੋ ਪਿਆਰ ਕਰਕੇ ਮੈਨੂੰ ਆਏ ਨਹੀਂ। ਮਹਾਰਾਜ ਨੇ ਇਹਦੇ ਅਰਥੇ ਵੀ ਕੀਤੇ, ਕਹਿੰਦੇ ਸਾਰੇ ਕੋਈ ਨਹੀਂ ਸਾਥੀ। ਮਹਾਰਾਜ ਕਹਿੰਦੇ ਕੋ ਨਾ ਨਿਭੋ ਸਾਥ, ਕਿਸੇ ਨੇ ਤੇਰੇ ਨਾਲ ਨਹੀਂ ਨਿਭਣਾ। ਨਾਨਕ ਇਹ ਬਿਪਤ ਮੈਂ ਏਕ ਏਕ ਰਗਨਾਥ। ਮਹਾਰਾਜ ਕਹਿੰਦੇ ਇਸ ਵੇਲੇ ਹੁਣ ਸ਼ਹੀਦੀ ਹੋਣੀ, ਹੁਣ ਉਹਦਾ ਹੀ ਆਸਰਾ, ਸਾਥੀ ਤੇ ਚਲੇ ਗਿਆ ਤੇ ਬਾਕੀ ਕੋਈ ਵੀ ਲਾਗੇ ਨਹੀਂ ਆਉਣ ਦਿਆ। ਕਹਿਰ ਦਾ ਝੱਖੜ ਵਗੇ ਪਾਣੀ 'ਚ ਪੈਣ ਛੱਲਾ, ਵਿਰਲੇ ਮਿਲਾ ਫਿਰ ਬੇੜੀ ਬੰਨੇ, ਪੈਂਦਾ ਜਾਂ ਵਕਤ, ਪੈਂਦਾ ਜਾਂ ਵਕਤ। ਸੱਚ ਆਖਿਆ ਸਿਆਣਿਆਂ ਨੇ, ਮਿੱਤਰਾਂ ਦਾ ਸਾਥ ਉਦੋਂ ਜਦੋਂ ਬੰਦੇ ਤੇ ਵਕਤ ਪੈ ਜੇ ਨਾ। ਜਿਹੜਾ ਬਾਂਹ ਫੜ ਕੇ ਕਿਸੇ ਦਾ ਭਲਾ ਕਰਦੇ ਉਹ ਰੱਬ ਹੈ, ਨਹੀਂ ਤੇ ਸਭ ਮੂੰਹ ਵੱਟ ਜਾਂਦੇ। ਜਦੋਂ ਦਿਨ ਮੁੜ ਪਣ ਫਿਰ ਆ ਜਾਣਗੇ, ਮੈਨੂੰ ਸੱਦਿਆ ਹੀ ਨਹੀਂ ਭਾਈ ਸਾਹਿਬ, ਉਹ ਕਹਿੰਦੇ ਚੇਤਾ ਭੁੱਲ ਗਿਆ। ਚੱਲ ਫਿਰ ਮੈਂ ਸੋਚਿਆ ਮੈਂ ਆਪ ਹੀ ਆ ਜਾ। ਤੇ ਜਦੋਂ ਵਕਤ ਪਿਆ ਹੋਵੇ 4-4 ਫੋਨ ਕਰ, 20 ਫੋਨ ਕਰ, ਮੈਨੂੰ ਵਕਤ ਪਿਆ ਮੇਰਾ ਵੀਰ, ਅਗਲਾ ਆਖੂ ਮੈਂ ਤੇ ਕਿਤੇ ਬਿਜੀ ਹਾਂ, ਮੈਂ ਨਹੀਂ ਆ ਸਕਦਾ। ਇਹ ਮੇਰੇ ਗੁਰੂ ਤੇਗ ਬਹਾਦਰ ਸਾਹਿਬ ਨੇ ਅੱਜ ਮੋਹਰ ਲਾਤੀ, ਕਹਿੰਦੇ ਸੋਹਣਿਆ ਤੇਰਾ ਸਾਥ ਨਹੀਂ ਕਿਸੇ ਦੇਣਾ। ਗੱਲਾਂ ਵਾਲੇ ਹੈਣ ਕਨੇਰੇ, ਸੱਜਣ ਵਿਰਲੇ ਡਿੱਠੇ, ਹੱਸਦਿਆਂ ਨੂੰ ਗਲ ਲਾਵਣ ਸਾਰੇ, ਦੁੱਖ ਵੇਲੇ ਨਾ ਟੁੱਕੇ। ਮਹਾਰਾਜ ਸਾਹਿਬ ਜੀ ਕਹਿੰਦੇ ਹੁਣ ਤੇ ਉਹਦਾ ਹੀ ਆਸਰਾ ਹੈ। ਸਾਧੂ ਰਹਿਓ ਰਹਿਓ ਗੁਰ ਗੋਬਿੰਦ। ਮਹਾਰਾਜ ਕਹਿੰਦੇ 3 ਚੀਜ਼ਾਂ ਧਰਤੀ ਤੇ ਰਹਿਣੀਆਂ, ਨਾਮ, ਸਾਧੂ ਤੇ ਗੁਰੂ ਗੋਬਿੰਦ। ਕਹਿਣ ਲੱਗੇ ਕਿੰਨੀ ਦੁਨੀਆ ਆਈ ਕਿੰਨੀ ਚਲੇਗੀ, ਅੱਜ ਵੀ ਮਤੀ ਦਾਸ ਜੀਂਦਾ, ਅੱਜ ਵੀ ਤਾਰੂ ਸਿੰਘ ਸਾਧੂ ਬੈਠਾ। ਇਹ ਨਾਮ ਤੇ ਗੁਰੂ ਸਾਹਿਬ ਦਾ ਜਸ ਕਦੇ ਧਰਤੀ ਤੋਂ ਨਹੀਂ ਮੁੱਕੇਗਾ। ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤਰ। ਮਾਰੇ ਕਹਿੰਦੇ ਇਸ ਦੁਨੀਆ ਦੇ ਉੱਤੇ ਥੋੜੇ ਐ ਜਿਨ੍ਹਾਂ ਨੇ ਸਾਈਂ ਦਾ ਮੰਤਰ ਜਪਿਆ, ਜਿਨ੍ਹਾਂ ਨੇ ਸਾਈਂ ਦਾ ਲਾਹਾ ਲੈ ਲਿਆ। ਨਾਮ ਔਰ ਮੈਂ ਗਇਓ ਜਾ
ਕੈ ਸਮ ਨਹੀਂ। ਕਹਿੰਦੇ ਬੰਦਗੀ ਸਿਮਰਨ ਤੇ ਰੱਬ ਦੀ ਇਬਾਦਤ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ। ਜਾ ਕੇ ਸਾਹਮਣੇ ਕੋਏ। ਕਿਸੇ ਨੇ ਕਬੀਰ ਸਾਹਿਬ ਨੂੰ ਆਖਿਆ ਸੀ, ਸੇਠ ਨੇ, ਕਬੀਰ ਸਾਹਿਬ ਮੈਂ ਤੈਨੂੰ ਸੋਨੇ 'ਚ ਤੋਲ ਦਿੰਨਾ, ਇੱਕ ਪਾਸੇ ਸੋਨਾ ਪਾ ਦਿੰਨਾ, ਇੱਕ ਪਾਸੇ ਤੈਨੂੰ। ਕਬੀਰ ਸਾਹਿਬ ਕਹਿੰਦੇ ਇੰਨੀ ਭੇਟਾ ਕਾਹਤੋਂ ਦੇਣੀ? ਕਹਿੰਦੇ ਆ ਜਿਹੜਾ ਤੇਰੇ ਚਿਹਰੇ ਤੇ ਹਾਸਾ ਨਾ, ਤੇਰੇ ਅੰਦਰ ਸਕੂਨ ਆ, ਇਹ ਮੈਨੂੰ ਦੇ ਦੇ। ਉਹ ਕਹਿੰਦਾ ਹੈ ਵੀ ਤੂੰ ਇੰਨਾ ਸੋਨਾ ਮੈਨੂੰ ਦੇਣ ਦਿਆਂ ਤੇ ਇਹਦਾ ਮਤਲਬ ਤੂੰ ਕਰੋੜਪਤੀ ਹੋਵੇਂਗਾ। ਇੱਥੋਂ ਸਿੱਧ ਹੋ ਜਾਂਦਾ ਜੇ ਰੱਬ ਦਾ ਫਕੀਰ ਵੀ ਖੁਸ਼ ਜੇ, ਕਰੋੜਾਂਪਤੀ ਰੋਂਦਾ ਹੀ। ਤੜਫਦੇ ਫਿਰਦੇ, ਨਾ ਰਾਤ ਨੂੰ ਨੀਂਦ ਆਉਂਦੀ ਨਾ ਦਿਨੇ ਆਉਂਦੀ ਹੈ, ਸੋਚਾਂ ਦੇ ਸਮੁੰਦਰਾਂ 'ਚ ਡੁੱਬੇ ਵੱਡੇ ਲੋਕ ਜਿੰਨੇ। ਤੇ ਕਬੀਰ ਸਾਹਿਬ ਦਾ ਕੁੜਤਾ ਵੀ ਪਾਟਾ, ਪੈਰਾਂ ਦੀਆਂ ਚੱਪਲਾਂ ਵੀ ਟੁੱਟੀਆਂ, ਸਿਰ ਦਾ ਕਮਰਾ ਵੀ ਚੌਂਦਾ। ਤੇ ਕਬੀਰ ਸਾਹਿਬ ਨੂੰ ਉਹ ਬੰਦਾ ਕਹਿੰਦਾ ਮੈਂ ਸੋਨੇ ਦੇ ਬਰਾਬਰ ਤੋਲ ਦਿੰਨਾ, ਪਰ ਮੈਨੂੰ ਤੇਰੇ ਵਰਗਾ ਸਕੂਨ ਆ ਜੇ, ਮੇਰਾ ਸੁੱਖ ਦੀ ਨੀਂਦ ਆਵੇ, ਦਿਨ ਚੜੇ। ਕਬੀਰ ਸਾਹਿਬ ਜੀ ਕਹਿੰਦੇ ਏਦਾਂ ਨਹੀਂ ਮਿਲਦੀਆਂ ਚੀਜ਼ਾਂ। ਕੰਚਨ ਸਿਉ ਪਾਈਐ ਨਹੀਂ ਤੋਲ, ਮਨ ਦੇ ਰਾਮ ਲਿਆ ਹੈ। ਕਹਿੰਦੇ ਮਿੱਤਰਾ ਸੋਨਾ ਨਾ ਦੇ, ਏਦਾਂ ਕਰ ਆਪਣਾ ਮਨ ਦੇ। ਕਹਿੰਦੇ ਬਾਬਾ ਜੀ ਉਹ ਕਿੱਦਾਂ ਦੇਵਾਂ? ਕਹਿੰਦੇ ਜਾ ਪਹਿਲਾਂ ਤੇ ਆ ਪੁਸ਼ਾਕਾਂ ਤਾਰ ਕੇ ਆ, ਸਿਰ ਦੇ ਉੱਤੋਂ ਆ ਮੁਕਟ ਲਾ ਸੋਨੇ ਦਾ, ਤੇ ਜੁੱਤੀ ਲਾ ਜਿਹੜੀ ਮਹਿੰਗੀ ਪਾਈ, ਉਹ ਤੇ ਸਾਦੇ ਕੱਪੜੇ ਪਾ ਕੇ, ਪੈਰ ਧੋ ਕੇ, ਮੂੰਹ ਧੋ ਕੇ, ਗਲ 'ਚ ਪਾ ਲਾ ਇੱਕ ਪਰਨਾ ਨਿਕਾ ਜਿਹਾ, ਤੇ ਦੋਵੇਂ ਹੱਥ ਜੋੜ ਕੇ ਤੇ ਆ ਸੰਗਤਾਂ ਦੇ ਵਿੱਚ ਬਹਿ ਜਾ। ਸੋਨਾ ਦੇਣ ਦੀ ਲੋੜ ਨਹੀਂ, ਤੂੰ ਸੋਨੇ ਦਾ ਹੀ ਬਣ ਜਾਏਗਾ, ਸੋਨੇ ਦਾ ਹੀ ਬਣ ਜਾਏਗਾ। ਆਪਾਂ ਨੂੰ ਸੋਨੇ ਦੇ ਬਣਾਤਾ ਅੱਜ ਮਹਾਰਾਜ ਨੇ। ਰਹੇਂਗੀ ਭਾਰਤ ਫੂਲ ਖਿਲਤੇ ਰਹੇਂਗੇ। ਕਿਤੇ ਜਦੋਂ ਮਰਾਂਗੇ ਦਰਗਾਹ 'ਚ ਜਾਵਾਂਗੇ ਨਾ ਆਪਾਂ, ਸਾਹਿਬ ਸਿੰਘ ਬੈਠੇ ਸਾਰੀ ਸੰਗਤ, ਉੱਥੇ ਮਹਾਰਾਜ ਸਾਹਿਬ ਕਹਿਣਗੇ ਜ਼ਰੂਰ ਵੀ ਇਹ ਉਹ ਦੁਨੀਆ ਦੇ ਪਾਪੀ ਆਏ ਐ ਜਿਨ੍ਹਾਂ ਨੇ ਕਿਤੇ ਗੁਰੂ ਗ੍ਰੰਥ ਸਾਹਿਬ ਲਈ ਬੋਲਿਆ, ਇਹਨਾਂ ਨੇ ਕਿਤੇ ਮਹਾਰਾਜ ਦੀ ਕਥਾ ਕੀਤੀ, ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨਤਾ ਹੋਈ ਸੀ, ਕਿਤੇ ਇਹਨਾਂ ਨੇ ਵਿੱਚ ਪਾਇਆ ਹਿੱਸਾ, ਕਿਤੇ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਭੋਗ ਪਏ ਇਹਨਾਂ ਹਿੱਸਾ ਪਾਇਆ। ਉੱਥੇ ਸੱਚੋ ਹੀ ਸੱਚ ਨਿਬੜੈ, ਚੁਣ ਵੱਖ ਕੱਢੇ। ਤੁਸੀਂ ਕਿਸੇ ਨੂੰ 1.5 ਅਰਬ 1.5 ਕਰੋੜ ਰੁਪਈਆ ਕਮਾ ਕੇ ਦੇ ਦਿਓ, ਜਾਣ ਲੱਗਿਆਂ ਧੱਕੇ ਪੈਣੇ ਲਿਖਾਲਾ। ਮੈਂ ਅੱਖਾਂ ਨਾਲ ਵੇਖੇ ਜਿੰਨਾ ਬਾਪੂਆਂ ਨੇ 2 ਕਿੱਲਿਆਂ ਤੋਂ 100 ਕਿੱਲਾ ਬਣਾਇਆ, ਜਾਣ ਲੱਗਿਆਂ ਧੱਕੇ ਪਏ, ਮਰ ਜਾ ਤੂੰ ਕਿੱਦਣ ਮਰਨਾ ਹੈ, ਕਦੋਂ ਗਲੋਂ ਲੈਣਾ। ਮਹਾਰਾਜ ਕਹਿੰਦੇ ਸੁਣਾ ਹੋਰ ਦੇ ਕਮਾਈਆਂ ਕਰ ਕਰ ਇਹਨਾਂ ਨੂੰ, ਕਿਤੇ ਲੰਗਰ 'ਚ 10 ਰੁਪਈਏ ਪਾਏ ਹੁੰਦੇ ਤੇ ਤੇਰਾ ਸਾਹ ਸੌਖਾ ਨਿਕਲਦਾ, ਕਿਤੇ ਸੰਗਤ ਵਿੱਚ ਵਰਤਿਆ ਹੁੰਦਾ, ਇਹਨਾਂ ਨੂੰ ਹੋਰ ਬਣਾ ਕੇ ਦੇ। ਇਹਨਾਂ ਤੈਨੂੰ ਕੁਛ ਨਹੀਂ, ਇਹ ਸਾਰਿਆਂ ਤੇ ਦਿਨ ਆਉਣੇ। ਆਪਣਾ ਮਾਂ ਪਿਓ ਹੁਣ ਬੁੱਢਾ ਨਾ, ਆਪਾਂ ਭਲਕੇ ਹੋ ਜਾਣਾ, ਤੇ ਭਲਕੇ ਆਪਣੇ ਬੱਚਿਆਂ ਨੇ ਆਪਾਂ ਮੰਜੀ ਤੇ ਪੈਣਾ ਹੀ ਆ, ਆਪਾਂ ਜ਼ਿਆਦਾ ਪੈਣਾ ਸਗੋਂ, ਕਿਉਂਕਿ ਹੁਣ ਬਿਮਾਰੀਆਂ ਜ਼ਿਆਦੀਆਂ। ਪਹਿਲੇ ਤੇ ਛੇਤੀ ਤੁਰ ਜਾਂਦੇ, ਹੁਣ ਤੇ ਬਿਮਾਰੀਆਂ ਇੰਨੀਆਂ ਕਿ ਛੇਤੀ ਮਾਰੀ ਦਾ ਵੀ ਨਹੀਂ। ਆਖੋ ਸਤਿਨਾਮ। ਕਦੀ ਕੁਛ ਹੋ ਜਾਂਦਾ, ਕਦੀ ਕੁਛ, ਤੇ ਸਾਂਭਣਾ ਤੇ ਨਹੀਂ ਕਿਸੇ। ਇਹ ਗੱਲ ਨੋਟ ਕਰ ਲਿਓ। ਇਸ ਕਰਕੇ ਗੁਰੂ ਦੇ ਵਾਸਤੇ ਲੋ ਤੇ ਪ੍ਰਸ਼ਾਦੇ ਭੈਣੋ ਲਾਇਆ ਕਰੋ, ਕਿਤੇ 10 ਕਿਤੇ ਝਾੜੂ ਫੇਰ ਦੋ, ਕਥਾ ਕੀਰਤਨ ਸੁਣੋ, ਆਪਣਾ ਤੇ ਹੋਕਾ ਹੀ ਹੈ। ਮਹਾਰਾਜ ਸਾਹਿਬ ਜੀ ਕਹਿੰਦੇ ਬਰਾਬਰੀ ਨਹੀਂ ਕਿਸੇ ਦੀ ਨਾਮ ਦੇ ਬਰਾਬਰ। ਸੰਕਟ ਮਿਟੈ ਦਰਸ ਤੁਆਰੋ। ਕਹਿੰਦੇ ਜਿਹਦਾ ਨਾਮ ਲਿਆ ਸਾਰੇ ਦੁੱਖ ਹੀ ਮਿਟ ਜਾਂਦੇ ਆ ਤੇ ਦਰਸ਼ਨ ਹੋ ਜਾਂਦੇ ਆ। ਜਕਾਰਾ ਬੁਲਾਵੇ ਨਿਹਾਲ ਹੋ ਜਾਵੇ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਨ ਨੂੰ ਭਾਵੇ। ਸਤਿ ਸ੍ਰੀ ਅਕਾਲ। ਗੁਰਬਰੇ ਅਕਾਲ ਚਿੱਟਿਆਂ ਬਾਜਾਂ ਵਾਲਿਓ ਸਤਿਗੁਰੂ ਰੱਖ ਲਿਓ ਬਿਰਦ ਬਾਣੇ ਦੀ। ਚਿਤੋ ਗੁਪਤੋ ਸ਼ਹੀਦੋ ਸਿੰਘੋ ਸਰਬੱਤ ਗੁਰੂ ਖਾਲਸੇ ਸਿੰਘ ਸਾਹਿਬ ਜੀ ਕੋ ਸਤਿ ਸ੍ਰੀ ਅਕਾਲ।